ਉਹਨੇ ਉੱਠ ਕੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਔਰ ਉਹਨਾਂ ਨੇ ਇੱਕ ਨਵੀਂ ਧਮਕੀ ਵੀ ਦਿੱਤੀ ਹੈ ਕਿ ਅੱਜ ਕੱਲ੍ਹ ਤਾਂ ਪਹਾੜੇ ਤੇ ਬੰਦੇ ਮਿਲ ਜਾਂਦੇ ਆ। ਮੈਂ ਸ਼ਾਬਾਸ਼ ਦਿੰਦਾ ਅਜਮੇਰ ਸਿੰਘ ਹੋਰਾਂ ਨੂੰ ਕਿ ਅਜਮੇਰ ਸਿੰਘ ਜੀ ਹੁਣ ਤੁਸੀਂ ਹੁਣ ਇਹ ਸੰਕੇਤ ਮਿਲ ਗਿਆ ਕਿ ਹੁਣ ਗਾਂ ਨੂੰ ਇਹ ਪਹਾੜੇ ਦੇ ਲੋਕਾਂ ਤੋਂ ਕਤਲ ਕਰਵਾਇਆ ਕਰਨਗੇ, ਲੋਕਾਂ ਤੇ ਜਿਸਮਾਨੀ ਹਮਲੇ ਕਰਾਉਣਗੇ। ਤਾਂ ਮੈਨੂੰ ਲੱਗਦਾ ਕਿ ਹਰ ਦਾਨਿਸ਼ਮੰਦ, ਹਰ ਦਾਨਿਸ਼ਵਰ ਹੁਣ 100 ਵਾਰ ਅਜਮੇਰ ਸਿੰਘ ਬਾਰੇ ਸੋਚੂਗਾ ਕਿ ਇਹ ਕੀ ਚੀਜ਼ ਆ। ਇਹ ਅਜਮੇਰ ਸਿੰਘ ਦੇ ਸਰਟੀਫਿਕੇਟਾਂ ਦਾ ਮੁਤਾਜ ਨਹੀਂ ਹੈ ਸੰਧੂ ਕਿ ਅਜਮੇਰ ਸਿੰਘ ਸਰਟੀਫਿਕੇਟ ਇਸ਼ੂ ਕਰੂਗਾ ਕਿ ਉਹਦਾ ਬਹੁਤਕ ਮਿਆਰ ਕੀ ਸੀ। ਬਾਕੀ ਤਾਂ ਉਹ ਇੱਕ ਅਖੌਤੀ ਇਤਿਹਾਸਕਾਰ ਹੈ ਤੇ ਸੰਧੂ ਕੋਈ ਮਾਮੂਲੀ ਆਦਮੀ ਨਹੀਂ ਸੀ। ਉਹ ਅਜਮੇਰ ਸਿੰਘ ਦੀ ਤਰ੍ਹਾਂ ਜਿਹੜਾ ਉਹ ਛਿੱਲਣਾ ਤੇ ਨਹੀਂ ਸੀ ਪਲਦਾ, ਉਹ ਪੈਸੇ ਦੇ ਬਦਲੇ ਕਿ ਆਪਣੇ ਬਿਆਨ ਨਹੀਂ ਸੀ ਦਿੰਦਾ ਕਿ ਬਾਹਰੋਂ ਡਾਲਰ ਆਉਣਗੇ 4। ਇੱਕੋ ਇੱਕ ਇਤਰਾਜ਼ ਆ ਕਿ ਇਹ ਕਿਉਂ ਜਿਉਂਦੇ ਬਚ ਗਏ ਉੱਥੋਂ। ਤੁਸੀਂ ਮਤਲਬ ਜ਼ਹਿਨੀਅਤ ਦੇਖੋ ਕਿ ਇਹ ਬੰਦੇ ਸੰਤ ਜਰਨੈਲ ਸਿੰਘ ਦੇ ਸਾਰੇ ਸਾਥੀਆਂ ਨੂੰ ਮਰਿਆ ਹੋਇਆ ਹੀ ਲੋਚਦੇ ਸੀ। ਅਜਮੇਰ ਸਿੰਘ ਵਰਗੇ ਬੰਦਾ ਸਾਡਾ ਮਾਰਿਆ ਆ, ਸਪਸ਼ਟੀਕਰਨ ਉਹਨਾਂ ਨੇ ਦੇਣਾ ਆ ਤੇ ਅਸੀਂ ਉਹਨਾਂ ਕੋਲੇ ਚੱਲ ਕੇ ਜਾਈਏ ਕਿ ਭਾਈ ਅਜਮੇਰ ਸਿੰਘ ਜੀ ਤੁਸੀਂ ਸੰਸਾਰ ਨੂੰ ਦੱਸੋ ਕਿ ਤੁਸੀਂ ਅੰਦਰ ਬੈਠ ਕੇ ਗੱਲ ਕਰਨ ਗਿਆ ਨਹੀਂ, ਗੋਲੀਆਂ ਮਾਰੀਆਂ ਕਿ ਬਾਹਰ ਲਲਕਾਰ ਕੇ ਮਾਰੀਆਂ ਸੰਧੂ ਸਾਹਿਬ ਨੂੰ। ਦੇਖੋ ਇਹਦੇ ਸੰਬੰਧੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਉਹ ਸਾਰੀ ਇੰਟਰਵਿਊ ਸੁਣੀ ਆ ਜਿਹਦਾ ਜ਼ਿਕਰ ਤੁਸੀਂ ਕਰ ਰਹੇ ਹੋ ਅਜਮੇਰ ਸਿੰਘ ਦੀ ਇੰਟਰਵਿਊ ਦਾ। ਉਸ ਇੰਟਰਵਿਊ ਦੇ ਵਿੱਚ ਜਿਹੜਾ ਮੂਲ ਉਹਦਾ ਨਿਚੋੜ ਨਿਕਲ ਕੇ ਸਾਹਮਣੇ ਆਉਂਦਾ ਕਿ ਉਹਨਾਂ ਕੋਲੇ ਸੰਧੂ ਦੇ ਖਿਲਾਫ ਕਹਿਣ ਨੂੰ ਜਾਂ ਜਿਨ੍ਹਾਂ ਦੋਸ਼ਾਂ ਦੇ ਤਹਿਤ ਇਹ ਉਸ ਦੇ ਕਤਲ ਨੂੰ ਜਸਟੀਫਾਈ ਕਰਦੇ ਰਹੇ ਆ, ਉਹਦਾ ਕੋਈ ਜਵਾਬ ਨਹੀਂ ਰਹਿ ਗਿਆ। ਇਹ ਬਿਲਕੁਲ ਨਿਰੁੱਤਰ ਹੋ ਚੁੱਕੇ ਆ। ਔਰ ਅਜਮੇਰ ਸਿੰਘ ਨੇ ਜਿਹੜੇ ਇਹ ਹੁਣ ਨਵੇਂ ਨੁਕਤੇ ਇਜਾਦ ਕੀਤੇ ਆ, ਕਿਉਂਕਿ ਉਹ ਸਿਰਫ ਇਹੋ ਜਿਹੇ ਨੁਕਤੇ ਹੀ ਇਜਾਦ ਕਰ ਸਕਦਾ, ਬਾਕੀ ਤਾਂ ਉਹ ਇੱਕ ਅਖੌਤੀ ਇਤਿਹਾਸਕਾਰ ਹੈ ਜਿਹੜਾ ਬਿਨਾਂ ਤੱਥਾਂ ਤੋਂ ਹੀ ਕਹਾਣੀਆਂ ਸਿਰਜ ਲੈਂਦਾ। ਜਿਨ੍ਹਾਂ ਤੱਥਾਂ ਦਾ ਉਹਨੂੰ ਪਤਾ ਹੀ ਨਹੀਂ, ਉਹਨਾਂ ਤੱਥਾਂ ਦੇ ਉੱਤੇ ਉਹ ਕਹਾਣੀਆਂ ਬੁਣਦਾ ਔਰ ਉਹਨੇ ਸਾਰੀ ਲਹਿਰ ਨੂੰ ਮਿਸਗਾਈਡ ਕੀਤਾ। ਇਸ ਇੰਟਰਵਿਊ ਨੇ ਸਾਰਾ ਕੁਝ ਨਸ਼ਰ ਕਰ ਦਿੱਤਾ। ਜਿੱਥੋਂ ਤੱਕ ਇਹ ਸੰਧੂ ਸਾਹਿਬ ਹੋਰਾਂ ਦੀ ਗ੍ਰਿਫਤਾਰੀ ਦਾ, ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਮਹਿਤਾ ਜਾਂ ਹੋਰ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਸਵਾਲ ਹੈ, ਉਸ ਨੂੰ ਉੱਕਾ ਜਾਣਕਾਰੀ ਨਹੀਂ ਔਰ ਬਿਨਾਂ ਕਿਸੇ ਠੋਸ ਜਾਣਕਾਰੀ ਤੋਂ ਉਹ ਕਹਾਣੀਆਂ ਬਣਾ ਰਿਹਾ, ਕਿਉਂਕਿ ਆਪਣੇ ਇਸ ਵੱਡੇ ਦੁਸ਼ਕਰਮ ਦੇ ਉੱਤੇ ਪਰਦਾ ਪਾਉਣ ਦੇ ਉੱਤੇ ਉਹ ਆਮਾਦਾ ਨੇ ਕਿ ਸਾਨੂੰ ਕੌਮ ਕੋਲੋਂ ਮਾਫੀ ਨਾ ਮੰਗਣੀ ਪਵੇ। ਮੈਂ ਕਹਿੰਦਾ ਕਿਸੇ ਬਹਾਨੇ ਵੀ ਜਿਵੇਂ ਇਹ ਕੰਟਰੋਵਰਸੀ ਦੁਬਾਰੇ ਉੱਭਰੀ ਹੈ, ਜਿਹਦੇ ਵਿੱਚ ਇਹ ਕਦੇ ਕਹਿ ਰਹੇ ਇਹਨਾਂ ਦੇ ਸਮਰਥਕ ਕਿ 30 ਸਾਲ ਬਾਅਦ ਗੱਲ ਕਿਉਂ ਛੇੜੀ ਜਾ ਰਹੀ ਹੈ। ਕਿਸੇ ਸੰਧੂ ਦੇ ਸਮਰਥਕ ਨੇ ਗੱਲ ਨਹੀਂ ਛੇੜੀ, ਬਲਕਿ ਮੈਂ ਸਮਝਦਾ ਕਿ ਛਿੜਨੀ ਚਾਹੀਦੀ ਸੀ। ਕਿਉਂ ਗੱਲ ਨਹੀਂ ਛਿੜੇਗੀ ਜੇ 20 ਸਾਲ ਬਾਅਦ ਅਡਵਾਇਰ ਮਾਰਿਆ ਜਾ ਸਕਦਾ। ਬਾਕੀ ਸਾਰੇ ਘਟਨਾਵਾਂ ਜਿਹੜੀਆਂ ਇਤਿਹਾਸਕ ਆ, ਕੈਨੇਡਾ ਦੀ ਸਰਕਾਰ ਕਾਮਾਗਾਟਾ ਮਾਰੂ ਘਟਨਾ ਵਾਲੀ ਇੰਨੇ ਸਾਲਾਂ ਬਾਅਦ ਜਾ ਕੇ ਮਾਫੀ ਮੰਗ ਸਕਦੀ ਆ, ਤੇ ਸੰਧੂ ਕੋਈ ਮਾਮੂਲੀ ਆਦਮੀ ਨਹੀਂ ਸੀ। ਉਹ ਅਜਮੇਰ ਸਿੰਘ ਦੀ ਤਰ੍ਹਾਂ ਜਿਹੜਾ ਉਹ ਛਿੱਲਣਾ ਤੇ ਨਹੀਂ ਸੀ ਪਲਦਾ, ਉਹ ਪੈਸੇ ਦੇ ਬਦਲੇ ਕਿ ਆਪਣੇ ਬਿਆਨ ਨਹੀਂ ਸੀ ਦਿੰਦਾ ਕਿ ਬਾਹਰੋਂ ਡਾਲਰ ਆਉਣਗੇ 4। ਉਹ ਆਪਣੇ ਦਰੂਹ ਦੇ ਜ਼ੋਰ ਨਾਲ ਲੜਨ ਵਾਲਾ ਮਨੁੱਖ ਸੀ, ਆਪਣੀ ਇੰਟੈਲੀਜੈਂਸ ਦੇ ਜ਼ੋਰ ਨਾਲ ਲੜਨ ਵਾਲਾ ਮਨੁੱਖ ਸੀ, ਆਪਣੀ ਸਾਖਗੋਈ ਦੇ ਸਿਰ ਤੇ ਲੜਨ ਵਾਲਾ ਮਨੁੱਖ ਸੀ। ਔਰ ਉਸ ਨੇ ਜਿੰਨੀ ਦੇਰ ਲੜਾਈ ਲੜੀ, ਜੇ ਉਹਨੂੰ ਇਹਨਾਂ ਨੇ ਮੌਕਾ ਨਹੀਂ ਦਿੱਤਾ ਅਲੱਗਾ ਗੱਲ ਹੈ, ਜਿੰਨੀ ਦੇਰ ਉਹ ਲੜਾਈ ਲੜਦਾ ਰਿਹਾ, ਜਿੰਨੀ ਦੇਰ ਉਹ ਸੰਤਾਂ ਦੇ ਸਾਥ 'ਚ ਰਿਹਾ, ਫੈਡਰੇਸ਼ਨ ਕਿਹੜੀਆਂ ਬੁਲੰਦੀਆਂ ਤੇ ਪਹੁੰਚੀ, ਕਿਵੇਂ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਕੰਬਦੀ ਸੀ ਉਸ ਦੇ ਨਾਂ ਤੋਂ। ਬਾਹਰ ਆਉਣ 'ਤੇ ਵੀ ਜਦੋਂ ਉਹਨੇ ਬਿਆਨ ਦਿੱਤਾ, ਚਾਹੇ ਉਹ ਖਾਲਿਸਤਾਨ ਦਾ ਸੀ, ਚਾਹੇ ਉਹ ਖਾਲਸਾ ਪੰਚਾਇਤਾਂ ਦਾ ਸੀ, ਰਾਜੀਵ ਗਾਂਧੀ ਜੋ ਕਿ ਉਸ ਸਮੇਂ ਵਿਰੋਧੀ ਧਿਰ ਦਾ ਨੇਤਾ ਬਣ ਗਿਆ, ਉਹ ਸਰਕਾਰ ਉਸ ਦੀ ਜਿਹੜੀ ਟੁੱਟ ਚੁੱਕੀ ਸੀ, ਨਵੀਂ ਸਰਕਾਰ ਆ ਚੁੱਕੀ ਸੀ ਵੀਪੀ ਸਿੰਘ ਦੀ, ਤਾਂ ਵੀਪੀ ਸਿੰਘ ਦੀ ਸਰਕਾਰ ਨੂੰ ਉਹਦੀ ਆਲੋਚਨਾ ਕਰਨ ਵਾਸਤੇ ਸੰਧੂ ਦੇ ਬਿਆਨਾਂ ਤੋਂ ਉਹ ਰੌਲਾ ਰੱਪਾ ਉਹਨੇ ਪਾਰਲੀਮੈਂਟ 'ਚ ਪਾਇਆ। ਅਖਬਾਰਾਂ ਕੱਢ ਕੇ ਪੜ੍ਹ ਲਓ ਤੁਸੀਂ ਕਿ ਇੰਨੇ ਖਤਰਨਾਕ ਬੰਦੇ ਨੂੰ ਰਿਹਾ ਕਿਵੇਂ ਕੀਤਾ ਗਿਆ। ਹਾਲਾਂਕਿ ਰਿਹਾਈ ਉਹ ਖੁਦ ਟੇਢੇ ਢੰਗ ਨਾਲ ਕਰਕੇ ਗਿਆ ਤਾਂ ਕਿ ਇਹ ਬੰਦਾ ਬਾਹਰ ਸਰਗਰਮੀ ਕਰੇਗਾ ਤੇ ਮੈਂ ਵਿਰੋਧੀ ਧਿਰ 'ਚ ਰਹਿੰਦਾ ਹੋਇਆ ਸਰਕਾਰ ਦੀ ਆਲੋਚਨਾ ਕਰ ਸਕਾਂਗਾ। ਇਹਨਾਂ ਲਈ ਇੱਕ ਮੈਂ ਅੜਾਉਣੀ ਖੜੀ ਕਰਾਂਗਾ ਇਹ। ਸੋ ਜੇ ਅਜਮੇਰ ਸਿੰਘ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦਾ, ਜੇ ਉਸ ਸਮੇਂ ਦੀ ਜਿਹੜੀ ਵੀਪੀ ਸਿੰਘ ਸਰਕਾਰ ਹੈ ਉਸ ਦੀ ਜਿਹੜੀ ਇੱਕ ਕਮਜ਼ੋਰ ਸਥਿਤੀ ਨੂੰ ਨਹੀਂ ਇਹ ਭਾਂਪ ਸਕਦਾ, ਉਹਨਾਂ ਹਾਲਾਤਾਂ ਦੇ ਨਾਲ ਸੁਮੇਲ ਕਰਕੇ ਜਿਹੜਾ ਉਹ ਇਹ ਸਾਰੀ ਗੱਲ ਨੂੰ ਨਹੀਂ ਦੇਖ ਸਕਦਾ, ਤਾਂ ਮੈਨੂੰ ਤਾਂ ਤਰਸ ਹੀ ਆਉਂਦਾ ਇਹੋ ਜਿਹੇ ਇਤਿਹਾਸਕਾਰ ਤੇ। ਇਹ ਘਟਨਾ ਜਿਹੜੀ ਗ੍ਰਿਫਤਾਰੀ ਦੀ ਹੈ, ਅਸੀਂ 5 ਤਰੀਕ ਸ਼ਾਮ ਤੱਕ ਲੜਦੇ ਰਹੇ
ਔਰ ਸੰਧੂ ਸਾਹਿਬ ਨੇ ਰਾਜੀਵ ਗਾਂਧੀ ਨੂੰ ਚਿੱਠੀ ਲਿਖੀ, ਜਿਹੜੀ ਉਹਦੇ 'ਚ ਉਹਨਾਂ ਨੇ ਸ਼ਰੇਆਮ ਕਿਹਾ ਕਿ ਇਹ ਸਾਡਾ ਫਰਜ਼ ਸੀ, ਅਸੀਂ ਲੜੇ ਹਾਂ, ਅਸੀਂ ਆਪਣੇ ਗੁਰਧਾਮ ਦੀ ਰੱਖਿਆ ਲਈ, ਉਸ ਦੀ ਮਾਣ ਮਰਿਆਦਾ ਖਾਤਰ ਲੜਨਾ ਸਾਡਾ ਹੱਕ ਸੀ, ਅਸੀਂ ਲੜੇ ਹਾਂ, ਕੋਈ ਵੀ ਸਜ਼ਾ ਹੋਵੇ, ਕੋਈ ਨਤੀਜਾ ਹੋਵੇ, ਸਾਨੂੰ ਇਸ ਦੀ ਕੋਈ ਪਰਵਾਹ ਨਹੀਂ। ਜੇ ਅਜਮੇਰ ਸਿੰਘ ਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਆ ਤਾਂ ਉਹ ਅੰਗਰੇਜ਼ੀ ਵਾਲਾ ਅਸਲੀ ਵਰਜਨ ਪੜ੍ਹੇ, ਕਿਉਂਕਿ ਪੰਜਾਬੀ ਵਾਲੇ ਵਰਜਨ ਦੇ ਵਿੱਚ ਕੁਝ ਢਿੱਲਾਂ ਨੇ, ਪਤਾ ਨਹੀਂ ਕਿਸ ਨੇ ਉਹ ਟਰਾਂਸਲੇਟ ਕੀਤੀ ਸੀ। ਮੇਰੀ ਕੋਸ਼ਿਸ਼ ਹੈ ਕਿ ਮੈਂ ਜਲਦੀ ਉਸ ਨੂੰ ਟਰਾਂਸਲੇਟ ਕਰਾਂ ਤੇ ਉਹ ਪੰਜਾਬੀ ਦੇ ਵਿੱਚ ਵੀ ਉਹ ਜਿਹੜੀ ਸਹੀ ਸੈਂਸ ਆ ਉਸ ਚਿੱਠੀ ਦੀ, ਜਿਹੜੀ ਸਪਿਰਿਟ ਆ ਜਿਹੜੀ ਉਸ ਚਿੱਠੀ ਦੀ, ਉਹ ਲੋਕਾਂ ਦੇ ਸਾਹਮਣੇ ਆ ਸਕੇ। ਸੋ ਉਸ ਚਿੱਠੀ ਨੂੰ ਜੇ ਅਜਮੇਰ ਸਿੰਘ ਹੋਰਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਕਿਤੇ ਸਾਡੇ ਵਰਗੇ ਨਲਾਇਕ ਬੰਦੇ ਕੋਲ ਬੈਠ ਕੇ ਪੜ੍ਹ ਲੈਣ, ਸਾਡੇ ਕੋਲੋਂ ਸਮਝ ਲੈਣ ਕੀ ਲਿਖਿਆ ਉਹਦੇ 'ਚ, ਤੇ ਆਪਣੇ ਜਿਨ੍ਹਾਂ ਦੇ ਉਹ ਵਕਾਲਤ ਕਰ ਰਹੇ ਆ, ਜਿਨ੍ਹਾਂ ਛੋਟੇ ਕੱਦ ਦੇ ਵਿਅਕਤੀਆਂ ਨੂੰ ਉਹ ਬਹੁਤ ਵੱਡਾ ਬਣਾ ਕੇ ਪੇਸ਼ ਕਰਦੇ ਆ ਰਹੇ ਆ। ਔਰ ਉਹਨਾਂ ਨੇ ਜਿਵੇਂ ਉਹ ਕਮਿਟਡ ਲੋਕ ਸੀਗੇ ਜਿਹੜੇ ਲਹਿਰ ਦੇ ਵਿੱਚ ਆਏ, ਲਹਿਰ 'ਚ ਕੁੱਦੇ, ਪਰ ਕਿਵੇਂ ਇਹਨਾਂ ਨੇ ਉਹਨਾਂ ਨੂੰ ਮਿਸਗਾਈਡ ਕੀਤਾ। ਇਹ ਹੁਣ ਇਹਨਾਂ ਦਾ ਭਾਂਡਾ ਜਿਹੜਾ ਸੀਗਾ, ਇਹਨਾਂ ਦਾ ਜਿਹੜਾ ਮਖੌਟਾ ਜਿਹੜਾ ਸੀਗਾ ਇਸ ਇੰਟਰਵਿਊ ਦੇ ਵਿੱਚ ਲੈ ਗਿਆ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਗਲਤ ਕੰਮਾਂ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ, ਤੇ ਹੁਣ ਇਹ ਬਿੱਲੀ ਥੈਲਿਓਂ ਬਾਹਰ ਆਈ ਆ ਤੇ ਇਹ ਵਕਾਲਤ ਕਰ ਰਹੇ ਨੇ ਉਹਨਾਂ ਗਲਤ ਕੰਮਾਂ ਦੀ। ਸੋ ਇਹ ਉਹਨਾਂ ਦੇ ਆਈਡੀਓਲੌਗ ਸੀ, ਤੇ ਆਈਡੀਓਲੌਗ ਦਾ ਕੀ ਕੰਮ ਹੁੰਦਾ? ਸਲਾਹ ਮਸ਼ਵਰਾ ਦੇਣਾ ਕਿ ਆਹ ਐਕਸ਼ਨ ਕਰੋ, ਇਸ ਤਰ੍ਹਾਂ ਵਿਚਰੋ, ਆਹ ਪਲੈਨਿੰਗ ਕਰੋ। ਸੋ ਇਹ ਸਪਸ਼ਟ ਹੋ ਗਿਆ ਕਿ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਨੂੰ ਹੁਣ ਇਤਿਹਾਸਕਾਰ ਕਹਿਣਾ ਮੈਂ ਬੜਾ ਸਿਆਣਾ ਵਿਅਕਤੀ ਸਮਝਦਾ ਸੀ ਉਹਨਾਂ ਨੂੰ, ਪਰ ਹੁਣ ਮੈਨੂੰ ਤਰਸ ਆਉਣ ਲੱਗ ਗਿਆ ਉਹਨਾਂ 'ਤੇ ਕਿ ਇਸ ਤਰ੍ਹਾਂ ਦੀ ਵੀ ਇਤਿਹਾਸਕਾਰੀ ਕੀਤੀ ਜਾ ਸਕਦੀ ਆ। ਉਹਨਾਂ ਦੀਆਂ ਜਿੰਨੀਆਂ ਕਿਤਾਬਾਂ ਹੁਣ ਤੱਕ ਪੜ੍ਹੀਆਂ ਦੇਖੀਆਂ ਸਨ, ਹੁਣ ਉਹ ਵੀ ਮੇਰੇ ਲਈ ਨਹੀਂ, ਤਕਰੀਬਨ ਹਰ ਸੂਝਵਾਨ ਬੰਦੇ ਦੀ, ਹਰ ਦਾਨਸ਼ਵਰ ਦੀਆਂ ਅੱਖਾਂ ਨਜ਼ਰਾਂ ਦੇ ਵਿੱਚ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਇਹਨਾਂ ਦੇ ਵਿਚਲੇ ਤੱਥ ਸਹੀ ਹੋਣਗੇ। ਗ੍ਰਿਫਤਾਰੀ ਕਿਸ ਤਰ੍ਹਾਂ ਹੋਈ? 20 ਸਾਲ 25 ਸਾਲ ਹੋ ਚੱਲੇ, 30 ਸਾਲ ਹੀ ਹੋ ਚੱਲੇ ਤਕਰੀਬਨ ਜੋਧਪੁਰ ਤੋਂ ਰਿਹਾ ਹੋ ਕੇ ਆਏ ਲੋਕਾਂ ਨੂੰ। ਅਜਮੇਰ ਸਿੰਘ ਜੀ ਵੱਖ-ਵੱਖ ਖੇਤਰਾਂ ਦੇ ਵਿੱਚ ਤੁਰੇ ਫਿਰਦੇ ਆ। ਕੀ ਇਸ ਮਨੁੱਖ ਨੇ ਕਦੇ ਖੇਚਲ ਕੀਤੀ ਕਿ ਕਿਸੇ ਜੋਧਪੁਰ ਜੇਲ੍ਹ ਵਿੱਚ ਰਹੇ ਉਸ ਵਿਅਕਤੀ ਨਾਲ ਸੰਪਰਕ ਕਰਕੇ ਅਸਲ ਗੱਲ ਦਾ ਪਤਾ ਕਰ ਸਕੇ ਕਿ ਸੰਧੂ ਹਰੀ ਕਿਵੇਂ ਗ੍ਰਿਫਤਾਰ ਹੋਏ? ਨਹੀਂ, ਕਿਉਂਕਿ ਹੁਣ ਤੁਸੀਂ ਇੰਟਰਵਿਊ ਸੁਣੀ ਆ, ਮੈਂ ਵੀ ਸੁਣੀ ਆ, ਕਿਵੇਂ ਉਹ ਸੰਧੂ ਸਾਹਿਬ ਦੀਆਂ ਸਿਫਤਾਂ ਕਰ ਰਿਹਾ, ਪਰ ਉਸ ਬੰਦੇ ਨੂੰ ਇੰਨਾ ਵੀ ਗਿਆਨ ਨਹੀਂ ਕਿ ਇੰਟੈਲੀਜੈਂਸ ਤੇ ਰੌਸ਼ਨ ਦਿਮਾਗ ਇਹ ਸਮਾਨ ਅਰਥੀ ਸ਼ਬਦ ਨੇ। ਪਹਿਲਾਂ ਉਹਨੂੰ ਇੰਟਰਵਿਊ ਦੇ ਵਿੱਚ ਇੰਟੈਲੀਜੈਂਟ ਕਹਿ ਰਿਹਾ, ਬੜਾ ਉਹਨਾਂ ਦੀ ਵਡਿਆਈ ਕਰ ਰਿਹਾ, ਪਰ ਛਾਤਰਤਾ ਦੇ ਨਾਲ ਪਿੱਛੇ ਜਾ ਕੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਜੇ ਰੌਸ਼ਨ ਦਿਮਾਗ ਹੁੰਦਾ ਤਾਂ ਉਹਨੇ ਮਾਰਿਆ ਨਹੀਂ ਸੀ ਜਾਣਾ, ਉਸ ਦਾ ਕਤਲ ਨਹੀਂ ਸੀ ਹੋਣਾ। ਇਸ ਦਾ ਮਤਲਬ ਤਾਂ ਇਹ ਵੀ ਨਿਕਲਦਾ ਕਿ ਜਿੰਨੇ ਫਿਰ ਬਚ ਗਏ ਇਹਨਾਂ ਦਾ ਤਾਂ ਦਿਮਾਗ ਬਹੁਤ ਜ਼ਿਆਦਾ ਹੈ, ਤੇ ਤਾਂ ਹੀ ਮੂਵਮੈਂਟ ਇੱਥੇ ਤੱਕ ਪਹੁੰਚ ਗਈ ਆ, ਤਾਂ ਹੀ ਸੰਘਰਸ਼ ਦੀ ਇਹ ਹਾਲਤ ਹੋਈ ਆ। ਕਿਉਂਕਿ ਜਿਹੜੇ ਬਚੇ ਆ ਇਹ ਬਹੁਤ ਸਿਆਣੇ ਸਨ, ਜਿਹੜੇ ਮਾਰੇ ਗਏ ਆ ਉਹਨਾਂ ਦਾ ਦਿਮਾਗ ਘੱਟ ਸੀ। ਜਦੋਂ 5 ਤਰੀਕ ਸ਼ਾਮ ਤੱਕ ਲੜਨ ਉਪਰੰਤ ਧੁੱਪ ਹਨੇਰ ਛਾ ਗਿਆ ਸਾਰੇ ਕੰਪਲੈਕਸ ਦੇ ਵਿੱਚ, ਜਨਰੇਟਰ ਰੂਮ ਨੂੰ ਅੱਗ ਲੱਗ ਗਈ, ਬਿਜਲੀ ਦਾ ਸਾਰਾ ਸਿਸਟਮ, ਇੰਟਰਨਲ ਜਿਹੜਾ ਟੈਲੀਕਮਿਊਨੀਕੇਸ਼ਨ ਦਾ ਸਿਸਟਮ ਬੰਦ ਹੋ ਗਿਆ। ਨਹੀਂ ਤਾਂ ਉਦੋਂ ਤੱਕ ਸੰਤਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਰਹੀ। ਸੰਤ ਜਰਨੈਲ ਸਿੰਘ ਹੋਰਾਂ ਨੇ ਬਾਰ-ਬਾਰ ਮਨ੍ਹਾ ਕੀਤਾ ਕਿ ਤੁਸੀਂ ਇੱਧਰ ਨਹੀਂ ਆਉਣਾ, ਤੁਸੀਂ ਉੱਧਰ ਹੀ ਜੋ ਹੋ ਸਕਦਾ ਕਰੋ। ਤਾਂ ਸੰਧੂ ਸਾਹਿਬ ਬਿਨਾਂ ਇਜਾਜ਼ਤ ਉੱਧਰ ਜਾਣ ਲਈ ਤਿਆਰ ਹੋ ਗਏ, ਜਦੋਂ ਇੱਧਰ ਕੁਛ ਵੀ ਨਹੀਂ, ਕੋਈ ਸਾਧਨ ਨਹੀਂ ਸੀ ਰਹਿ ਗਿਆ ਮੋਰਚਾਬੰਦੀ ਦਾ। ਸਾਰਿਆਂ ਨੇ ਸਲਾਹ ਕੀਤੀ ਕਿ ਆਪਾਂ ਸੜਕ ਟੱਪੀਏ ਕਿਸੇ ਬਹਾਨੇ, ਤੇ ਫਿਰ ਅੱਗੇ ਥੰਮਲਿਆਂ ਦੇ ਉਹ ਲੈਂਦੇ ਜਿੰਨੇ ਜਣੇ ਪਹੁੰਚ ਸਕੇ ਪਹੁੰਚਾਂਗੇ, ਰੱਬ ਦੀ ਕਿਰਪਾ ਹੋਈ ਸਾਰੇ ਪਹੁੰਚ ਜਾਵਾਂਗੇ, ਨਹੀਂ ਜਿਹੜਾ ਰਾਹ 'ਚ ਰਹਿ ਗਿਆ। ਸੋ ਜਦੋਂ ਟੈਂਕ ਐਂਟਰ ਕਰ ਗਏ ਨੇ 8:30 ਵਜੇ ਦੇ ਕਰੀਬ ਜਾਂ 9 ਵਜੇ ਦੇ ਦਰਮਿਆਨ, ਤਾਂ ਉਹ ਟੈਂਕਾਂ ਤੋਂ ਬਾਅਦ ਜਦੋਂ ਉੱਥੇ ਹੱਥ ਨੂੰ ਹੱਥ ਨਹੀਂ ਸੀ ਦਿਸ ਰਿਹਾ, ਪਿਛਲੇ ਟੈਂਕੀ ਵਾਲੇ ਦਰਵਾਜ਼ੇ ਤੋਂ ਫੌਜ ਦੇ ਐਂਟਰ ਕਰਨ ਦੀ ਵੱਡੀ ਸੰਭਾਵਨਾ ਸੀ, ਔਰ ਉਧਰੋਂ ਹੀ ਐਂਟਰ ਕੀਤੀ ਫੌਜ। ਇੱਕ ਪਾਸੇ ਉਹ ਸਰਾਂ ਦੇ ਮੇਨ ਗੇਟਾਂ ਤੋਂ ਐਂਟਰ ਕੀਤੀ, ਇੱਕ ਪਾਸੇ ਉਹ ਪਿਛਲੀ ਗਲੀ 'ਚੋਂ ਵੱਡੇ ਗੇਟ 'ਚੋਂ ਜਿੱਧਰ ਟੈਂਕੀ ਸੀ ਉਧਰੋਂ ਐਂਟਰ ਕੀਤੀ। ਸੋ ਉਧਰੋਂ ਐਂਟਰੈਂਸ ਰੋਕਣ ਵਾਸਤੇ ਵਿਰਸਾ ਸਿੰਘ ਵਲਟੋਆ ਦੀ ਅਗਵਾਈ 2 ਜੱਥੇ ਬਣਾਏ ਗਏ, 3-3 ਬੰਦਿਆਂ ਦੇ, ਕਿ ਜੇ ਉਸ ਪਾਸੇ ਫੌਜ ਆਣ ਕੇ ਪਹਿਲਾਂ ਇਕੱਠੀ ਹੋਏਗੀ ਫੇਰ ਹੀ ਅੰਦਰ ਗੇਟ ਤੋੜ ਕੇ ਅੰਦਰ ਆਏਗੀ। ਸੋ ਉਹ ਵੀ ਟੋਹ ਲਾ ਕੇ ਹਨੇਰੇ ਦੇ ਵਿੱਚ ਦੀ ਮਸਾਂ ਦੇਖਦੇ ਉੱਥੇ ਤੱਕ ਜਾਂਦੇ, ਤੇ ਉਧਰ ਦਿਸਦਾ ਕੁਛ ਹੈ ਨਹੀਂ ਸੀ।
ਉਹ ਆਂਦਾ ਧੁੰਦ ਉੱਥੇ ਫਾਇਰਿੰਗ ਕਰਕੇ ਵਾਪਸ ਆ ਜਾਂਦੇ। ਇੱਕ ਜਥਾ ਆ ਜਾਂਦਾ, ਦੂਸਰਾ ਚਲੇ ਜਾਂਦਾ। ਤਾਂ ਉਹ ਜਦੋਂ ਵਾਪਸ ਤੀਸਰੀ ਵਾਰ ਆਏ ਮੁੜ ਕੇ, ਤਾਂ ਉਨੀ ਦੇਰ 'ਚ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਇੱਧਰ ਸੜਕ 'ਤੇ ਟੈਂਕ ਆ ਗਏ ਸੀ, ਅਤੇ ਸਾਨੂੰ ਪਤਾ ਲੱਗ ਗਿਆ। ਅਸੀਂ ਕਮਰੇ ਦੇ ਵਿੱਚ ਬੈਠੇ ਹੋਏ ਸਾਂ। ਤਾਂ ਵਿਰਸਾ ਸਿੰਘ ਨੂੰ ਤੁਰੰਤ ਸੁਨੇਹਾ ਦੇਣ ਲਈ ਕਿਹਾ। ਮੈਂ ਵਿਰਸਾ ਸਿੰਘ ਨੂੰ ਨਾਲ ਦੇ ਕਮਰੇ 'ਚ ਸੁਨੇਹਾ ਦਿੱਤਾ ਕਿ ਸੰਧੂ ਸਾਹਿਬ ਉਹਨਾਂ ਨੇ ਕਿਹਾ ਕਿ ਅਗਲੀ ਇੰਸਟਰਕਸ਼ਨ ਤੱਕ ਹੁਣ ਕੋਈ ਹਿਲਜੁਲ ਨਹੀਂ ਕਰਨੀ, ਕਿ ਟੈਂਕ ਆ ਗਏ ਆ। ਜਦੋਂ ਅਜੇ ਮੈਂ ਕਮਰੇ ਦੇ ਵਿੱਚ ਵੜ ਕੇ ਕੁੰਡੀ ਲਾਈ ਆ, ਤਾਂ ਫੌਜ ਪਿਛਲੇ ਵਿਹੜੇ ਵਾਲੇ ਪਾਸਿਓਂ ਸਰਾਂ ਦੀ ਸੰਗਤ ਨੂੰ ਅੱਗੇ ਲਾ ਕੇ ਤੇ ਨਾਅਰੇ ਮਾਰਦੇ, ਜੋ ਵੀ ਉਹ ਜਿਸ ਤਰ੍ਹਾਂ ਬੋਲਦੇ ਆ, ਉਹ ਉਹਨਾਂ ਨੂੰ ਅੱਗੇ ਲਾਇਆ ਹੋਇਆ ਸੰਗਤ ਨੂੰ, ਤੇ ਉਹਨਾਂ ਨੇ ਲਿਆ ਕੇ ਉਹ ਬਰਾਂਡੇ ਦੇ ਵਿੱਚ ਬਿਠਾਤੀ। ਸੋ ਪਤਾ ਲੱਗ ਗਿਆ ਕਿ ਫੌਜ ਐਂਟਰ ਕਰ ਗਈ, ਉਧਰੋਂ ਟੈਂਕ ਵੀ ਆ ਗਏ, ਇੱਧਰੋਂ ਪਿਆਦਾ ਫੌਜ ਵੀ ਐਂਟਰ ਕਰ ਗਈ। ਸੋ ਸਾਰੀ ਰਾਤ ਇਹ ਸਲਾਹ ਹੁੰਦੀ ਰਹੀ ਕਿ ਹੁਣ ਕੀ ਕਰਨਾ। ਉਸ ਸਲਾਹ ਤੋਂ ਬਾਅਦ ਉਸ ਸਮੇਂ ਅਸੀਂ ਕੀ ਸਲਾਹ ਕਰ ਰਹੇ ਸੀ? ਉਸ ਸਮੇਂ ਸਲਾਹ ਇਹ ਕੀਤੀ ਜਾ ਰਹੀ ਸੀ ਕਿ ਸੰਤ ਹੁਣ ਆਪਾਂ ਨੂੰ ਉੱਧਰ ਗਿਆ ਨੂੰ ਤਾਂ ਮੋੜ ਨਹੀਂ ਸਕਣਗੇ, ਆਪਾਂ ਹੁਣ ਕਿਵੇਂ ਨਾ ਕਿਵੇਂ ਸੜਕ ਟੱਪੀਏ। ਭਾਈ ਮਨਜੀਤ ਸਿੰਘ ਨੇ ਸੰਧੂ ਨੂੰ ਕਿਹਾ ਕਿ ਤੇਰਾ ਚਿੱਟਾ ਕੁੜਤਾ ਪਜਾਮਾ, ਬਾਕੀ ਸਾਰਿਆਂ ਦੇ ਰੰਗਦਾਰ ਕੱਪੜੇ ਆ, ਤਾਂ ਸੰਧੂ ਤੂੰ ਇਹਦਾ ਕੋਈ ਇੰਤਜ਼ਾਮ ਕਰ। ਤੋ ਫੈਸਲਾ ਇਹ ਹੋਇਆ ਕਿ ਸੰਧੂ ਸਾਹਿਬ ਪਜਾਮਾ ਉਤਾਰ ਦੇਣ ਤੇ ਉੱਪਰ ਕੋਈ ਬੈੱਡ ਵਾਲੀ ਚਾਦਰ ਦੀ ਬੁੱਕਲ ਮਾਰ ਲੈਣ ਤੇ ਆਪਾਂ ਨਿਕਲੀਏ। ਬਸ ਇਸ ਤੋਂ ਵਿਦਨ ਮਿੰਟ ਟੈਂਕ ਆ ਗਏ ਤੇ ਮਹਿਤਾ ਸਾਹਿਬ ਖਿੜਕੀ ਦੀ ਥੋੜ੍ਹੀ ਜਿਹੀ ਝੀਤ ਕਰਕੇ ਖੜੇ ਸੀ, ਭਾਈ ਰਜਿੰਦਰ ਸਿੰਘ ਮਹਿਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਟੈਂਕ ਆ ਗਏ ਆ। ਸੋ ਉਸ ਤੋਂ ਬਾਅਦ ਇਹ ਨਿਰਣਾ ਹੋਇਆ ਕਿ ਫਿਲਹਾਲ ਚੁੱਪ ਵੱਟ ਲਈ ਜਾਏ ਤੇ ਚੰਗੀ ਤਰ੍ਹਾਂ ਸਲਾਹ ਕੀਤੀ ਜਾਵੇ ਹੁਣ ਕੀ ਕਰਨਾ ਚਾਹੀਦਾ। ਫਿਰ ਸਲਾਹ ਇਹ ਹੋਈ ਕਿ ਇਹ ਦਿਨ ਚੜ੍ਹੇਗਾ, ਇਹ ਫੌਜ ਗ੍ਰਿਫਤਾਰ ਹੋਏ, ਲੋਕਾਂ ਨੂੰ ਗ੍ਰਿਫਤਾਰ ਕੀਤੇ ਲੋਕਾਂ ਨੂੰ ਲੈ ਕੇ ਚਲੀ ਜਾਏਗੀ। ਸ਼ਾਇਦ ਸਾਨੂੰ ਮੌਕਾ ਮਿਲੇਗਾ ਕਿ ਆਪਾਂ ਪਿਛਲੀ ਗਲੀ ਥਾਣੀ ਕਿਸੇ ਤਰ੍ਹਾਂ ਭੱਜ ਭੁੱਜ ਜਾਈਏ, ਕਿਉਂ ਅਸੀਂ ਇਹ ਗ੍ਰਿਫਤ 'ਚ ਆ ਚੁੱਕੇ ਸਾਂ। ਸਾਡੇ ਉਸ ਸਮੇਂ ਉਦੋਂ ਤੱਕ ਤਾਂ ਲੜਦੇ ਰਹੇ, ਜਦੋਂ ਤੱਕ ਆ ਕੇ ਸਾਨੂੰ ਉਸ ਕਮਰੇ ਦੇ ਵਿੱਚ ਆੜ ਨਹੀਂ ਲੈਣੀ ਪਈ। ਉੱਥੋਂ ਫਿਰ ਦੋ ਜਥੇ ਬਣਾਏ ਗਏ, ਮੈਂ ਦੱਸ ਚੁੱਕਾ ਤੁਹਾਨੂੰ ਕਿ ਵਿਰਸਾ ਸਿੰਘ ਤੇ ਇੱਕ ਜਥਾ ਹੋਰ ਉਹ ਬਣਾਏ ਗਏ। ਇੱਕ ਦੀ ਅਗਵਾਈ ਵਿਰਸਾ ਸਿੰਘ ਕਰ ਰਿਹਾ ਸੀ, ਉਹ ਜਥੇ ਬਣਾਏ ਗਏ। ਉਸ ਤੋਂ ਬਾਅਦ ਜਦੋਂ ਟੈਂਕ ਐਂਟਰ ਕਰ ਗਏ, ਸੰਗਤ ਸਾਡੇ ਸਾਹਮਣੇ ਲਿਆ ਕੇ ਬਿਠਾਤੀ, ਤਾਂ ਉੱਥੇ ਇੱਕ ਗੋਲੀ ਚਲਾਉਣ ਦਾ ਮਤਲਬ ਇਹ ਸੀ ਕਿ ਉਹ ਜਿੰਨੀ ਨਿਰਦੋਸ਼ ਸੰਗਤ ਉੱਥੇ ਬੈਠੀ ਹੈ, ਮਸ਼ੀਨ ਗੰਨਾਂ ਉਹਨਾਂ ਦੇ ਕੋਲ ਸਨ ਪਟੇ ਵਾਲੀਆਂ, ਸਾਹਮਣੀ ਕੰਧ ਨਾਲ ਉਹਨਾਂ ਨੇ ਲਾ ਕੇ ਉਹ ਢੋਆ ਲਾ ਕੇ ਬੈਠ ਗਏ ਸਨ। ਸੋ ਇੱਕ ਫਾਇਰ ਹੋਣ ਦਾ ਮਤਲਬ ਇਹ ਸੀ ਕਿ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਉੱਥੇ ਥਾਂ ਮਾਰੇ ਜਾਣਗੇ। ਸੋ ਇਹ ਫੈਸਲਾ ਆਇਆ ਕਿ ਇਸ ਗੱਲ ਨੂੰ ਹੁਣ ਇਸ ਵੇਲੇ ਟਾਲ ਲਿਆ ਜਾਵੇ, ਆਪਾਂ ਇੱਧਰੋਂ ਕੋਈ ਫਾਇਰ ਨਾ ਕਰੀਏ। ਤੇ ਹੋ ਸਕਦਾ ਫੌਜ ਦਾ ਕੋਈ ਨੁਕਸਾਨ ਨਾ ਹੋਵੇ, ਪਰ ਉਹਨਾਂ ਨੇ ਇੱਕ ਮਸ਼ੀਨ ਗਨ ਚਲਾ ਕੇ ਤੇ ਸਾਰੇ ਲੋਕ ਮਾਰ ਦੇਣੇ। ਬੀਬੀਆਂ ਸਨ, ਬੱਚੇ ਸਨ, ਬਜ਼ੁਰਗ ਸਨ, ਨੌਜਵਾਨ ਵੀ ਸਨ ਵਿੱਚ, ਜਿਨ੍ਹਾਂ ਦਾ ਇੱਧਰ ਕੋਈ ਧਰਮ ਯੁੱਧ ਮੋਰਚੇ ਨਾਲ ਕੋਈ ਸੰਬੰਧ ਨਹੀਂ ਸੀ, ਜਾਂ ਧਰਮ ਯੁੱਧ ਮੋਰਚੇ 'ਚ ਕੋਈ ਗ੍ਰਿਫਤਾਰੀ ਦੇਣ ਆਏ ਸਨ। ਸੰਤ ਜਰਨੈਲ ਸਿੰਘ ਹੋਰਾਂ ਨਾਲ ਨਹੀਂ ਸੀ ਸੰਬੰਧ, ਤਾਂ ਅਕਾਲੀ ਦਲ ਨਾਲ ਸੰਬੰਧਿਤ ਸਨ। ਸੋ ਉਹਨਾਂ ਕੀ ਇਹ ਸਿਆਣਪ ਨਹੀਂ ਸੀ? ਕੀ ਇਹ ਮੂਰਖਤਾ ਸੀ? ਕੀ ਇਹ ਗਦਾਰੀ ਸੀ ਕਿ ਲੋਕਾਂ ਦੀ ਜਾਨ ਬਚਾ ਲਈ ਜਾਵੇ, ਆਪਣੀ ਲੜਾਈ ਦੇ ਵਿੱਚ ਲੋਕਾਂ ਨੂੰ ਨਜਾਇਜ਼ ਨਾ ਮਰਵਾਇਆ ਜਾਵੇ? ਫਿਰ ਦਿਨ ਚੜ੍ਹਿਆ, ਉੱਥੇ ਇੱਕ ਅਫਸਰ ਆਇਆ, ਉਸਨੇ ਕਿਹਾ ਕਿ ਤੁਸੀਂ ਗ੍ਰਿਫਤਾਰ ਹੋ ਚੁੱਕੇ ਹੋ। ਇਹ ਸਾਰਾ ਕੁਝ ਅਸੀਂ ਕਮਰੇ ਦੇ ਅੰਦਰ ਹੀ ਸੁਣਦੇ ਰਹੇ। ਮਹਿਤਾ ਸਾਹਿਬ ਨੇ ਥੋੜ੍ਹੀ ਜਿਹੀ ਬਾਰੀ ਦੀ ਦਿਨ ਚੜ੍ਹਨ ਕਰਕੇ ਝੀਤ ਜ਼ਿਆਦਾ ਖੋਲ੍ਹਤੀ ਸੀ, ਰਾਤ ਨਹੀਂ ਸੀ ਖੋਲ੍ਹੀ, ਕਿਉਂਕਿ ਫੌਜੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੰਦਰ ਕੋਈ ਹੈ। ਉਹਨਾਂ ਨੇ ਝੀਤ ਥਾਣੀ ਦੱਸਿਆ, ਉਹਨਾਂ ਨੇ ਥੋੜ੍ਹੀ ਜ਼ਿਆਦਾ ਖੋਲ੍ਹਤੀ ਤੇ ਉਹਦੀ ਆਵਾਜ਼ ਅੰਦਰ ਆ ਰਹੀ ਸੀ। ਉਹਨੇ ਕਿਹਾ ਕਿਸੇ ਨੇ ਹੀਲ ਹੁੱਜਤ ਨਹੀਂ ਕਰਨੀ, ਤੁਸੀਂ ਸਾਰੇ ਅੰਡਰ ਅਰੈਸਟ ਹੋ, ਅਸੀਂ ਬੱਸਾਂ ਦਾ ਪ੍ਰਬੰਧ ਕਰ ਰਹੇ ਹਾਂ, ਸ਼ਾਮ ਤੋਂ ਪਹਿਲਾਂ ਬੱਸਾਂ ਦਾ ਪ੍ਰਬੰਧ ਨਹੀਂ ਹੋ ਸਕਣਾ, ਸ਼ਾਮ ਤੱਕ ਤੁਹਾਨੂੰ ਇੱਥੇ ਬੈਠਣਾ ਪੈਣਾ, ਕਿਸੇ ਨੂੰ ਪਾਣੀ ਦੀ ਲੋੜ ਆ ਉਹ ਪੀ ਸਕਦਾ, ਕਿਸੇ ਨੇ ਕੋਈ ਹੀਲ ਹੁੱਜਤ ਨਹੀਂ ਕਰਨੀ, ਜੇ ਕਿਸੇ ਨੇ ਕਿਸੇ ਕਿਸਮ ਦੀ ਕੋਈ ਇੱਥੇ ਸ਼ਰਾਰਤ ਕੀਤੀ ਤਾਂ ਸਾਰੇ ਜਿਹੜੇ ਉਹ ਗੋਲੀ ਨਾਲ ਉਡਾ ਦਿੱਤੇ ਜਾਓਗੇ। ਸੋ ਫਿਰ ਹੋਰ ਟਾਈਮ ਵੇਟ ਕੀਤੀ ਗਈ। ਜਦੋਂ ਉਸ ਦੀ ਇਹ ਗੱਲ ਨੂੰ ਵਿਚਾਰਿਆ ਗਿਆ ਕਿ ਇੱਥੋਂ ਸੰਗਤ ਨੂੰ ਲਿਜਾਣ ਵਾਲਾ ਤਾਂ ਇਹਨਾਂ ਦਾ ਕੋਈ ਚਾਂਸ ਲੱਗਦਾ ਨਹੀਂ ਕਿ ਇੱਥੋਂ ਇਹ ਜਾਣਗੇ, ਤਾਂ ਅਸੀਂ ਵੀ 24 ਘੰਟੇ ਤੋਂ ਵੱਧ ਹੋ ਗਏ ਸੀ, ਨਾ ਪ੍ਰਸ਼ਾਦਾ ਛਕਿਆ ਸੀ, ਨਾ ਪਾਣੀ ਪੀਤਾ ਸੀ। ਤਾਂ ਅਸੀਂ ਉੱਥੋਂ, ਹਾਲਾਂਕਿ ਇੱਕ ਬਾਲਟੀ ਅੱਧੀ ਕੁ ਰਾਤ ਨੂੰ ਸੰਧੂ ਸਾਹਿਬ ਦੀ ਹੀ ਨਿਗਾਹ ਪਈ ਜਦੋਂ ਮੈਂ ਸੁਨੇਹਾ ਦੇਣ ਗਿਆ ਵਿਰਸਾ ਸਿੰਘ ਨੂੰ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਫਟਾਫਟ ਉਹ ਬਾਲਟੀ ਚੱਕ ਲਿਆ, ਸ਼ਾਇਦ ਉਹਦੇ 'ਚ ਪਾਣੀ ਆ। ਉਹ 'ਚ ਬੱਚੇ ਦੇ ਵਿੱਚ ਪਈ ਸੀ, ਉੱਪਰ ਟੂਟੀ ਸੀ, ਉਹ ਅੱਧੀ ਕੁ ਭਰੀ ਹੋਈ ਸੀ। ਉਹ ਰਾਤ ਨੂੰ ਅਸੀਂ ਵਰਤਦੇ ਰਹੇ, 2-2 ਘੁੱਟਾਂ ਪਾਣੀ ਸੰਧੂ ਸਾਹਿਬ ਆਪ ਸਾਰਿਆਂ ਨੂੰ ਪਿਆਉਂਦੇ ਸੀ। ਤਾਂ
ਉਸ ਤੋਂ ਬਾਅਦ ਜਦੋਂ ਇਹ ਅਫਸਰ ਦੀ ਇਹ ਐਲਾਨ ਸੁਣਿਆ, ਇਸ ਗੱਲ ਦਾ ਯਕੀਨ ਹੋ ਗਿਆ ਕਿ ਫੌਜ ਨੇ ਤਾਂ ਜਾਣਾ ਨਹੀਂ, ਆਪਾਂ ਕਿੰਨੀ ਕੁ ਦੇਰ ਇੱਥੇ ਤੜੇ ਰਹਾਂਗੇ। ਸੋ ਹੌਲੀ ਹੌਲੀ ਦਰਵਾਜ਼ਾ ਖੋਲ੍ਹਿਆ ਗਿਆ। ਦਰਵਾਜ਼ੇ ਦੇ ਬਿਲਕੁਲ ਨਾਲ ਲੱਗ ਕੇ ਮੰਜਾ ਡੱਠਾ ਹੋਇਆ ਸੀ। ਮੰਜਾ ਡੱਠੇ ਇਹ ਵੀ ਮਹਿਤਾ ਸਾਹਿਬ ਨੇ ਪਹਿਲਾਂ ਹੀ ਦੱਸਤਾ ਕਿ ਲੌਂਗੋਵਾਲ ਤੇ ਟੌੜਾ ਤੇ ਰਾਮੂਵਾਲੀਆ ਵਗੈਰਾ ਵੀ ਸਾਰੇ ਉਹ ਨੁੱਕਰ ਤੇ ਜਿੱਥੋਂ ਦੀ ਰਸਤਾ ਪਾੜਿਆ ਸੀ ਵੀ ਉਸ ਕਮਰੇ ਦੇ ਨਾਲ ਬਿਠਾਏ ਹੋਏ ਆ। ਕਮਰੇ ਦੇ ਅੰਦਰ ਵੀ ਬੈਠੇ ਸੀਗੇ, ਕੁਝ ਬਾਹਰ ਬੈਠੇ ਸੀ। ਉੱਥੋਂ ਅਸੀਂ ਹੌਲੀ ਬੂਹਾ ਖੋਲ੍ਹਿਆ ਗਿਆ। ਹੌਲੀ ਹੌਲੀ ਕਰਕੇ ਸਾਰੇ ਬੂਹੇ ਉਹ ਮੰਜੇ ਤੇ ਬਹਿ ਬਹਿ ਕੇ ਅੱਗੇ ਖਿਸਕਦੇ ਗਏ। ਹੋਰ ਲੋਕ ਵੀ ਬੈਠੇ ਸੀ। ਫੌਜੀ ਵੀ ਥੋੜ੍ਹਾ ਜਿਹਾ ਨੀਂਦ ਨਾਲ ਨੀਂਦਰੇ ਸਨ ਤੇ ਉਹਨਾਂ ਦਾ ਕੋਈ ਸਿੱਧਾ ਧਿਆਨ ਨਹੀਂ ਪਿਆ ਕਮਰੇ ਵੱਲ। ਸੋ ਉਸ ਤੋਂ ਬਾਅਦ ਉੱਥੋਂ ਨਿਕਲਦੇ ਸੰਧੂ ਨੇ ਕਿਹਾ ਵੀ ਸਭ ਨੇ ਖਿੰਡਰ ਕੇ ਬਹਿਣਾ, ਇਕੱਠੇ ਨਾ ਹੋਇਓ ਕਿਤੇ। ਅਸੀਂ ਸਾਰੇ ਉੱਥੇ ਬਹਿੰਦੇ ਗਏ, ਹੌਲੀ ਹੌਲੀ ਖਿਸਕ ਕੇ ਦੂਰ ਦੂਰ ਹੋ ਗਏ। ਦੂਰ ਦੂਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਲੁਕਾਉਣ ਦੀ ਖਾਤਰ ਕੋਈ ਗੋਡਿਆਂ 'ਚ ਸਿਰ ਦੇ ਕੇ ਬੈਠਾ ਰਿਹਾ, ਕੋਈ ਮੱਥੇ ਤੇ ਹੱਥ ਰੱਖ ਕੇ ਬੈਠਾ ਰਿਹਾ ਕਿ ਸਾਡੀ ਕਿਤੇ ਪਹਿਚਾਣ ਨਾ ਹੋਵੇ। ਮੈਨੂੰ ਬਹੁਤ ਪਿਆਸ ਲੱਗੀ ਸੀ। ਮੇਰੇ ਕੋਲ ਇੱਕ ਮੱਗ ਹੱਥ ਲੱਗ ਗਿਆ ਸੀ, ਉਹ ਮੇਰੇ ਕੋਲ ਸੀਗਾ। ਉਸੇ ਕੀ ਰਾਤ ਪਾਣੀ ਪੀਂਦੇ ਰਹੇ, ਉਹ ਮੈਂ ਕੋਲ ਹੀ ਰੱਖਿਆ ਸੀ, ਉਹ ਮੇਰੇ ਕੋਲ ਸੀ। ਤਾਂ ਮੈਂ ਉੱਥੇ ਇੱਕ ਨਲਕਾ ਸੀ, ਜਿੱਧਰ ਲੌਂਗੋਵਾਲ ਹੋਰੀ ਬੈਠੇ ਉਹਦੇ ਨਾਲ ਹੀ ਅਗਲੇ ਪਾਸੇ ਇੱਕ ਨਲਕਾ ਸੀ। ਉਸ ਨਲਕੇ 'ਚੋਂ ਬਹੁਤ ਹੌਲੀ ਹੌਲੀ ਪਾਣੀ ਨਿਕਲਦਾ ਸੀ, ਬੂੰਦ ਬੂੰਦ ਕਰਕੇ। ਮੈਂ ਸੋਚਿਆ ਚਲੋ ਜਿੱਦਾਂ ਵੀ ਹੋ ਸਕੂਗਾ ਮੈਂ ਉੱਠ ਕੇ ਪਾਣੀ ਪੀਆਂ। ਮੈਂ ਉੱਥੇ ਪਾਣੀ ਪੀਣ ਲਈ ਜਦੋਂ ਮੈਂ ਧਿਆਨ ਉੱਪਰ ਕੀਤਾ ਤੇ ਪਾਣੀ ਪੀਣ ਵੀ ਮੈਂ ਗਿਆ, ਤਾਂ ਉੱਥੇ ਭਾਈ ਸਰਦਾਰ ਹਰਮਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਮਹਿਤਾ, ਹਰਮਿੰਦਰ ਸਿੰਘ ਗਿੱਲ ਤੇ ਇੱਕ ਸਾਡਾ ਬਹੁਤ ਅਜ਼ੀਜ਼ ਦੋਸਤ, ਬਹੁਤ ਇਮਾਨਦਾਰ ਤੇ ਵਫਾਦਾਰ ਦੋਸਤ ਭਾਈ ਜੁਗਰਾਜ ਸਿੰਘ, ਇਹ ਚਾਰੇ ਜਣੇ ਉੱਥੇ ਇੱਕ ਦੂਜੇ ਦੇ ਅੱਗੜ ਪਿੱਛੜ ਖੜੇ ਸਨ। ਮੈਂ ਪਾਣੀ ਲੈਣ ਲਈ ਜਦੋਂ ਨਲਕੇ ਵੱਲ ਨੂੰ ਹੋਣ ਲੱਗਿਆ ਤਾਂ ਉਹ ਨਾਲ ਹੀ ਉਹਨਾਂ ਦੇ ਇੱਕ ਮਦਰਾਸੀ ਹੌਲਦਾਰ ਖੜਾ ਸੀ। ਉਹ ਥੋੜ੍ਹਾ ਇੱਕ ਅੱਖ ਉਹਦੀ ਕਾਣੀ ਜੀ ਸੀ। ਮੈਂ ਜੁਗਰਾਜ ਸਿੰਘ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿਵੇਂ ਖੜੇ ਹੋ? ਉਸਨੇ ਮੈਨੂੰ ਹੌਲੀ ਜੀ ਇਸ਼ਾਰਾ ਕੀਤਾ ਤੇ ਹੌਲੀ ਜੀ ਮੂੰਹੋਂ ਬੋਲਿਆ ਵੀ ਪਰਾਂ ਨਿਕਲ ਜਾ ਚੁੱਪ ਕਰਕੇ। ਮੈਨੂੰ ਸਮਝ ਨਾ ਲੱਗੀ ਗੱਲ ਦੀ। ਫਿਰ ਮੈਂ ਜਦੋਂ ਪਾਣੀ ਪੀ ਲਿਆ, ਥੋੜ੍ਹਾ ਜਿਹਾ ਪਾਣੀ ਨਿਕਲਿਆ, ਮੈਂ ਉਹ ਪੀ ਲਿਆ। ਪੀ ਕੇ ਜਦੋਂ ਮੈਂ ਵਾਪਸ ਆਉਣ ਲੱਗਿਆ ਤਾਂ ਮੈਂ ਜੁਗਰਾਜ ਸਿੰਘ ਨੂੰ ਕਿਹਾ, ਮੈਂ ਕਿਹਾ ਗੱਲ ਕੀ, ਤੁਸੀਂ ਖੜੇ ਕਿਉਂ? ਮੈਨੂੰ ਕਹਿੰਦਾ ਦਫਾ ਹੋ ਜਾ ਪਰੇ। ਕਿਹਾ ਉਹਨੇ ਹੌਲੀ ਜੀ ਸੀ, ਔਰ ਸਾਨੂੰ ਆਪਸ 'ਚ ਘੁਸਰ ਮੁਸਰ ਕਰਦੇ ਦੇਖ ਕੇ ਉਸ ਹੌਲਦਾਰ ਨੇ ਮੈਨੂੰ ਵੀ ਬਾਹੋਂ ਫੜ ਲਿਆ ਤੇ ਕਹਿੰਦਾ ਤੁਮ ਵੀ ਇੱਧਰ ਖੜੇ ਹੋ ਜਾਓ। ਫਿਰ ਮੈਂ ਵੀ ਉੱਥੇ ਖੜਾ ਹੋ ਗਿਆ। ਫਿਰ ਤਾਂ ਗੱਲ ਸਾਡੀ ਆਪਸ 'ਚ ਖੁੱਲ੍ਹ ਕੇ ਹੋ ਗਈ। ਯੁਵਰਾਜ ਸਿੰਘ ਨੇ ਮੈਨੂੰ ਗੁੱਸੇ ਨਾਲ ਕਿਹਾ, ਕਹਿੰਦਾ ਹੁਣ ਪਤਾ ਲੱਗ ਗਿਆ? ਮੈਂ ਕਿਹਾ ਯਾਰ ਤਾਂ ਵੀ ਮੈਨੂੰ ਗੱਲ ਤਾਂ ਦੱਸ, ਕੀ ਗੱਲ ਹੋਈ ਹੈ? ਉਹ ਕਹਿੰਦਾ ਕਿਸੇ ਨੇ ਮੂੰਹ ਮਾਰਿਆ ਕਿ ਪਿੰਡਰਾਲੇ ਦੇ ਖਾਸ ਬੰਦੇ ਤੇ ਬਹੁਤ ਖਤਰਨਾਕ ਨੇ, ਤਾਂ ਇਹ ਸਾਡੇ ਮਗਰ ਪਿਆ, ਇਹ ਪਿੱਛੇ ਲਿਜਾ ਕੇ ਨੌਜਵਾਨ ਮੁੰਡਿਆਂ ਨੂੰ ਮਾਰਦਾ ਵਾ ਟੈਂਕੀ ਵਾਲੀ ਸਾਈਡ 'ਤੇ ਕੰਧ ਨਾਲ ਲਗਾ ਕੇ। ਅਤੇ ਜਦੋਂ ਇੱਧਰੋਂ ਬੰਦੇ ਲੈ ਕੇ ਜਾਂਦਾ ਆ, ਉਸ ਤੋਂ 2 ਮਿੰਟ ਬਾਅਦ ਉੱਧਰੋਂ ਗੋਲੀਆਂ ਦੀ ਵਿਛਾੜ ਦੀ ਆਵਾਜ਼ ਆਉਂਦੀ ਆ। ਤਾਂ ਸਾਨੂੰ ਇੱਥੇ ਪਤਾ ਲੱਗ ਗਿਆ ਇੱਥੋਂ ਹੀ ਬੰਦਿਆਂ ਕੋਲੋਂ ਵੀ ਇਹ ਬੰਦਾ ਜਿਹੜਾ ਪਿੱਛੇ ਲਿਜਾ ਕੇ ਫੌਜੀ ਬੰਦੇ ਮਾਰ ਰਿਹਾ। ਮੈਂ ਕਿਹਾ ਫਿਰ? ਕਹਿੰਦਾ ਸੰਧੂ ਸਾਹਿਬ ਕੈਪਟਨ ਦੇ ਨਾਲ ਗੱਲ ਕਰ ਰਿਹਾ। ਜਿਹੜਾ ਸ਼੍ਰੋਮਣੀ ਸਮੁੰਦਰੀ ਹਾਲ ਅਤੇ ਸਰਾਂ ਦੀ ਸਾਂਝੀ ਕੰਧ ਸੀ, ਉਹਦੇ ਵਿੱਚ ਇੱਕ ਲਾਂਘੇ ਵਾਲਾ ਬੂਹਾ ਸੀ, ਜਿੱਧਰੋਂ ਆ ਜਾ ਸਕਦੇ ਸੀ ਸਮੁੰਦਰੀ ਹਾਲ ਤੋਂ ਇੱਧਰ ਅਤੇ ਸਰਾਂ ਤੋਂ ਸਮੁੰਦਰੀ ਹਾਲ। ਉਹਦੇ ਬਿਲਕੁਲ ਨਾਲ ਕੁਰਸੀ ਦੇ ਉੱਤੇ ਇੱਕ ਕਾਲੇ ਰੰਗ ਦਾ ਕੋਈ ਬੰਗਾਲੀ ਜਾਂ ਕੈਪਟਨ ਬੈਠਾ ਸੀ। ਸੋ ਮਹਿਤਾ ਸਾਹਿਬ ਨੇ ਸੰਧੂ ਨੂੰ ਕਿਹਾ ਕਿ ਤੂੰ ਇਹਦੇ ਨਾਲ ਗੱਲ ਕਰ ਅਤੇ ਤੂੰ ਇਹਨੂੰ ਕਹਿ, ਕਿਉਂਕਿ ਭਾਈ ਮਨਜੀਤ ਸਿੰਘ ਨੇ ਕਮਰੇ 'ਚੋਂ ਨਿਕਲਣ ਤੋਂ ਪਹਿਲਾਂ ਹੀ ਸਲਾਹ ਕੀਤੀ। ਉਹ ਕਹਿੰਦਾ ਵੀ ਗੱਲ ਸੁਣੋ, ਮੈਂ ਤਾਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈਗਾ ਹੀ ਹਾਂ, ਪਰ ਤੁਸੀਂ ਸਾਰੇ ਭਗੌੜੇ ਹੋ ਅਤੇ ਤੁਸੀਂ ਆਪਣੀ ਜੇ ਇੱਥੇ ਇਹਨਾਂ ਨੇ ਕੋਈ ਨਾਂ ਪੁੱਛਣ ਲੱਗ ਗਏ ਅਤੇ ਇਹਨਾਂ ਕੋਲ ਕੋਈ ਲਿਸਟਾਂ ਹੋਈਆਂ ਪਹਿਲਾਂ ਤੋਂ ਹੀ ਸਰਕਾਰ ਦੀਆਂ ਦਿੱਤੀਆਂ ਹੋਈਆਂ, ਅਤੇ ਤੁਹਾਡੀ ਪਛਾਣ ਹੋ ਜਾਣੀ ਝੱਟ। ਅਤੇ ਉਹ ਉਦੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਮੀਤ ਮੈਨੇਜਰ ਸਨ। ਉਹਨਾਂ ਨੇ 5-6 ਬੰਦਿਆਂ ਨੂੰ ਕਿਤੇ 2 ਦਿਨ ਪਹਿਲਾਂ 4 ਦਿਨ ਪਹਿਲਾਂ ਹੀ ਛੁੱਟੀ ਭੇਜਿਆ ਸੀ। ਉਹ ਬੰਦੇ ਅਜੇ ਛੁੱਟੀ ਤੋਂ ਵਾਪਸ ਨਹੀਂ ਸੀ ਆਏ। ਭਾਈ ਮਨਜੀਤ ਸਿੰਘ ਨੂੰ ਉਹਨਾਂ ਦੇ ਨਾਂ, ਪਿਓ ਦਾ ਨਾਂ, ਉਹਨਾਂ ਦੇ ਪਿੰਡਾਂ ਦੇ ਐਡਰੈਸ ਤੱਕ ਯਾਦ ਸਨ। ਸੋ ਉਹਨਾਂ ਨੇ ਕਿਹਾ ਵੀ ਇਹ ਕਹਿੰਦੇ ਫਿਰ ਕੀ ਕਰੀਏ? ਕਹਿੰਦਾ ਐਂ ਕਰਿਓ, ਜੇ ਤੁਹਾਨੂੰ ਕੋਈ ਆਪਣੇ ਨਾਂ ਲਿਖਣਗੇ, ਲਿਸਟ ਬਣਾਉਣਗੇ ਸਾਰੇ ਫੜੇ ਹੋਏ ਬੰਦਿਆਂ ਦੀ, ਤਾਂ ਤੁਸੀਂ ਉਹਨੇ ਨਾਂ ਅੱਡੋ ਅੱਡ ਰੱਖਦੇ ਸਾਰਿਆਂ ਦੇ ਵੀ ਤੂੰ ਆਹ ਨਾਂ ਲੈਣਾ, ਤੂੰ ਆਹ ਨਾਂ ਲੈਣਾ ਅਤੇ ਆਹ ਐਡਰੈਸ ਲਿਖਾਉਣਾ, ਤੂੰ ਆਹ ਨਾਂ ਅਤੇ ਆਹ ਐਡਰੈਸ ਲਿਖਾਉਣਾ। ਸੋ ਉਹ ਉਹਨਾਂ ਨੇ ਯਾਦ ਕਰ ਲਏ ਸਾਰਿਆਂ ਨੇ, ਪਰ ਉੱਥੇ ਕੋਈ ਐਡਰੈਸ ਲਿਖਾਉਣ ਵਾਲੀ ਗੱਲ ਨਹੀਂ ਹੋਈ।
ਜਦੋਂ ਸੰਧੂ ਸਾਹਿਬ ਨੇ ਕੈਪਟਨ ਦੇ ਨਾਲ ਗੱਲ ਕੀਤੀ ਤਾਂ ਉਸ ਨੂੰ ਕਿਹਾ ਕਿ ਅਸੀਂ ਇੱਥੇ ਬੈਠੇ ਹਾਂ ਆਰਾਮ ਨਾਲ, ਤੇ ਇਹ ਤੁਹਾਡਾ ਬੰਦਾ ਸਾਨੂੰ ਬਾਰ-ਬਾਰ ਉੱਧਰ ਜਾਣ ਲਈ ਕਹਿ ਰਿਹਾ, ਤੇ ਸਾਨੂੰ ਇਹ ਲੱਗ ਰਿਹਾ ਕਿ ਸ਼ਾਇਦ ਸਾਨੂੰ ਕਿਤੇ ਮਾਰ ਦੇਵੇਗਾ, ਤੇ ਅਸੀਂ ਇੱਥੇ ਆਰਾਮ ਨਾਲ ਬੈਠੇ ਹਾਂ, ਅਸੀਂ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਾਂ ਤੇ ਅਸੀਂ ਤਾਂ ਇੱਥੇ ਸਰਵਿਸ ਕਰਦੇ ਹਾਂ। ਤੇ ਉਹਨੇ ਕੈਪਟਨ ਨੇ ਕਿਹਾ ਠੀਕ ਹੈ ਬੈਠੋ ਆਪ। ਇਹ ਫਿਰ ਬੈਠ ਗਏ ਸੰਗਤ ਦੇ ਵਿੱਚ, ਮੈਂ ਵੀ ਖਿਸ ਗਿਆ, ਮੈਂ ਖਿਸ ਕੇ ਫਿਰ ਬਹੁਤ ਪਿੱਛੇ ਚਲੇ ਗਿਆ। ਉਸ ਤੋਂ ਬਾਅਦ ਉਸ ਹੌਲਦਾਰ ਨੇ ਇਹਨਾਂ ਨੂੰ ਦੁਬਾਰੇ ਫਿਰ ਖੜੇ ਕਰ ਲਿਆ 5-7 ਮਿੰਟ ਬਾਅਦ। ਜਦੋਂ ਇਹਨਾਂ ਨੂੰ ਖੜੇ ਕਰ ਲਿਆ ਤਾਂ ਮੈਨੂੰ ਉਦੋਂ ਉਹਨੇ ਨਹੀਂ ਪਛਾਣ, ਇਹਨਾਂ 4 ਜਣਿਆਂ ਨੂੰ ਖੜੇ ਕੀਤਾ, ਭਾਈ ਯੁਵਰਾਜ ਸਿੰਘ, ਸੰਧੂ ਬੈਤਾ ਤੇ ਹਰਮਿੰਦਰ ਸਿੰਘ ਗਿੱਲ। ਤੇ ਉਦੋਂ ਫਿਰ ਕੀ ਹੋਇਆ ਕਿ ਭਾਈ ਰਜਿੰਦਰ ਸਿੰਘ ਮਹਿਤਾ ਨੇ ਸੰਧੂ ਨੂੰ ਕਿਹਾ ਕਿ ਤੂੰ ਇਹਨੂੰ ਅੰਗਰੇਜ਼ੀ ਦੇ ਵਿੱਚ ਗੱਲ ਕਰਕੇ ਕੈਪਟਨ ਨੂੰ ਥੋੜ੍ਹਾ ਜਿਹਾ ਪ੍ਰਭਾਵਿਤ ਕਰ ਲਾ, ਤੇ ਇਹਨੂੰ ਲੱਗੇ ਕਿ ਪੜ੍ਹੇ ਲਿਖੇ ਬੰਦੇ ਆ, ਤੇ ਨਹੀਂ ਤੇ ਮਹਿਤਾ ਸਾਹਿਬ ਨੇ ਇਹ ਵੀ ਦੱਸਤਾ ਕਿ ਗੱਲ ਕੀ ਹੋਈ ਆ, ਕਿਉਂਕਿ ਉੱਥੇ ਕਪੂਰਥਲੇ ਦਾ ਬੜਾ ਭਾਰਾ ਜਿਹਾ ਜਥੇਦਾਰ ਹੁੰਦਾ ਸੀ, ਮੈਨੂੰ ਉਹਦਾ ਨਾਂ ਇਸ ਵੇਲੇ ਯਾਦ ਨਹੀਂ ਆ ਰਿਹਾ। ਉਸ ਨੇ ਮਹਿਤੇ ਨੂੰ ਦੱਸਿਆ ਕਿ ਇਹ ਲੌਂਗੋਵਾਲ ਦਾ ਜਿਹੜਾ ਬਾਡੀਗਾਰਡ ਆ ਗੁਰਦਿਆਲ ਨਿਹੰਗ, ਵੀ ਉਹਨੇ ਇਹਦੇ ਕੰਨ 'ਚ ਕੋਈ ਫੂਕ ਮਾਰਤੀ ਆ ਤੁਹਾਡੇ ਪ੍ਰਤੀ, ਉਹਨੇ ਚੁਗਲੀ ਕਰਤੀ ਆ, ਇਹ ਤਾਂ ਤੁਹਾਡੇ ਮਗਰ ਪੈ ਗਿਆ, ਤੇ ਇਹ ਬੰਦਾ ਪਿਛਲੇ ਪਾਸੇ ਲਿਜਾ ਕੇ ਬੰਦਿਆਂ ਨੂੰ ਮਾਰ ਰਿਹਾ। ਚੁਗਲੀ ਉਹਨੇ ਇਹ ਕੀਤੀ ਕਿ ਇਹ ਬੜੇ ਖਤਰਨਾਕ, ਇਹ ਭਿੰਡਰਾਂ ਵਾਲੇ ਦੇ ਬੰਦੇ ਨੇ, ਇਹ ਬਹੁਤ ਖਤਰਨਾਕ ਬੰਦੇ ਨੇ, ਇਹਨਾਂ ਲੋਕਾਂ ਕਰਕੇ ਇਹ ਸਾਰਾ ਕੁਝ ਹੋਇਆ। ਬਿਲਕੁਲ ਇਹਨਾਂ ਲਫ਼ਜ਼ਾਂ, ਜਥੇਦਾਰ ਸੰਗਰਾਮ ਸਿੰਘ ਨੇ ਇਹਨਾਂ ਲਫ਼ਜ਼ਾਂ ਦੇ ਵਿੱਚ ਮਹਿਤਾ ਸਾਹਿਬ ਨੂੰ ਇਹ ਗੱਲ ਦੱਸੀ। ਮਹਿਤਾ ਸਾਹਿਬ ਨੇ ਕਿਹਾ ਸੰਧੂ ਆਹ ਗੱਲ ਹੋਈ ਆ, ਤੇ ਤੂੰ ਕਿਸੇ ਨਾਲ ਢੰਗ ਨਾਲ ਇਹਦੇ ਨਾਲ ਗੱਲ ਕਰ, ਹੁਣ ਆਪਣਾ ਇੱਥੇ ਇਸ ਤਰੀਕੇ ਨਾਲ ਮਰਨ ਦਾ ਕੋਈ ਲਾਭ ਨਹੀਂ। ਤਾਂ ਹਾਲਾਂਕਿ ਮਹਿਤਾ ਸਾਹਿਬ ਰਾਤ ਸਾਰੀ ਜ਼ੋਰ ਦਿੰਦੇ ਰਹੇ ਵੀ ਯਾਰ ਦੇਖੀ ਜਾਊ, ਸੰਗਤ ਮਾਰੀ ਜਾਊ, ਜੋ ਮਰਜ਼ੀ ਹੋਊ, ਆਪਾਂ ਮਰ ਜਾਈਏ ਇੱਥੇ ਹੁਣ। ਤੇ ਉਹ ਚਲੋ ਸਾਰਿਆਂ ਨੂੰ ਪ੍ਰਵਾਨ ਨਹੀਂ ਹੋਈ ਗੱਲ ਵੀ ਇਹ ਹੁਣ ਕੀ ਗੱਲ ਆ, ਜਾਂ ਤਾਂ ਆਪਾਂ ਕਿਸੇ ਢੰਗ ਨਾਲ ਜੇ ਨਿਕਲ ਸਕਦੇ ਹਾਂ ਤਾਂ ਇੱਥੋਂ ਆਸੇ-ਪਾਸੇ ਨਿਕਲੀਏ, ਅਕਾਲ ਤਖਤ ਵਾਲੇ ਪਾਸੇ ਜਾਈਏ, ਉਹ ਵੀ ਰਾਹ ਬੰਦ ਹੋ ਗਿਆ, ਉਹਦੇ ਟੈਂਕ ਆ ਕੇ ਸੜਕ 'ਤੇ ਖੜ੍ਹ ਗਏ। ਉਸ ਤੋਂ ਬਾਅਦ ਸੰਧੂ ਸਾਹਿਬ ਨੇ ਦੁਬਾਰਾ ਗੱਲ ਕੀਤੀ ਉਸ ਕੈਪਟਨ ਨਾਲ ਅੰਗਰੇਜ਼ੀ 'ਚ। ਉਹਨਾਂ ਨੂੰ ਕਿਹਾ ਵੀ ਮੇਰਾ ਚਾਚਾ ਮੇਜਰ ਹੈ ਫੌਜ 'ਚ, ਹੀ ਇਜ਼ ਪੋਸਟਡ ਐਟ ਸੋ ਐਂਡ ਸੋ ਪਲੇਸ, ਵੀ ਬਿਲੋਂਗ ਟੂ ਆਰਮੀ ਬੈਕਗਰਾਊਂਡ ਫੈਮਿਲੀ, ਇਹ ਉਹ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ 'ਚ ਉਹਨੂੰ ਭਰਮਾ ਕੇ ਤੇ ਉਹਨੂੰ ਕਿਹਾ ਵੀ ਇਹ ਬੰਦਾ ਫੇਰ ਤੁਹਾਡੇ ਕਹਿਣ ਦੇ ਬਾਵਜੂਦ ਤੇ ਤੁਸੀਂ ਸੀਨੀਅਰ ਅਫੀਸਰ ਹੋ, ਤੁਹਾਡਾ ਕਹਿਣਾ ਨਹੀਂ ਮੰਨ ਰਿਹਾ। ਉਹ ਥੋੜ੍ਹਾ ਜਿਹਾ ਪ੍ਰਵੋਕ ਹੋ ਗਿਆ। ਉਸਨੇ ਫਿਰ ਉਹਨੂੰ ਬੜੀ ਸਖਤੀ ਨਾਲ ਕਿਹਾ ਕਿ ਇਹਨਾਂ ਨੂੰ ਇੱਥੇ ਬਿਠਾ, ਇਹਨਾਂ ਕੋ ਬੈਠਣੇ ਦਿਓ, ਔਰ ਦੁਬਾਰਾ ਛੇੜਨਾ ਨਹੀਂ ਹੈ ਕਿਸੇ को। ਉਸ ਤੋਂ ਬਾਅਦ ਉਸ ਬੰਦੇ ਨੇ ਨਹੀਂ ਛੇੜਿਆ, ਸਾਰਾ ਦਿਨ ਲੰਘ ਗਿਆ। ਫਿਰ ਵਾਰੀ ਆਈ ਕਿ ਬੱਸਾਂ ਆ ਗਈਆਂ ਨੇ, ਇਹਨਾਂ ਇੱਧਰੋਂ ਬੰਦੇ ਕੱਢਣੇ ਸ਼ੁਰੂ ਕਰਤੇ। ਜਦੋਂ ਬੰਦੇ ਕੱਢਣੇ ਸ਼ੁਰੂ ਕੀਤੇ ਤਾਂ ਉਸ ਸਮੇਂ ਉਹ ਹਵਲਦਾਰ, ਉਹ ਜਿਹੜਾ ਰਸਤਾ ਪਾੜ ਕੇ ਬਣਿਆ ਹੋਇਆ ਸੀ, ਕਿਉਂਕਿ ਅਦਰਵਾਈਜ਼ ਜਿਹੜੇ ਸਰਾਂ ਦੇ ਵਿਹੜੇ ਵਾਲੇ ਕਮਰੇ ਨੇ ਉਹ ਬਿਲਕੁਲ ਪਿਛਲੇ ਉਸ ਬਰਾਂਡੇ ਨਾਲੋਂ ਡਿਟੈਚਡ ਨੇ, ਉਹ ਫਰੰਟ ਤਾਂ ਨਹੀਂ ਹੀ ਜਾ ਸਕਦੇ ਸੀ, ਉਸ ਬਰਾਂਡੇ 'ਚ ਅੱਗੇ ਪਿੱਛੇ ਨਹੀਂ ਜਾ ਸਕਦੇ, ਉੱਥੇ ਕੰਧ ਪਾੜੀ ਗਈ ਸੀ ਰਸਤਾ ਲੱਭਣ ਲਈ ਕਿ ਰਸਤਾ ਬਣਾ ਲਿਆ ਜਾਵੇ ਕੋਈ। ਉਹ ਕੰਧ ਵੀ ਮਹਿਤਾ ਸਾਹਿਬ ਨੇ ਪੜਵਾਈ ਸੀ 5 ਤਰੀਕ ਸ਼ਾਮ ਨੂੰ, ਜਦੋਂ ਕੋਈ ਮੋਰਚਾ ਨਹੀਂ ਸੀ ਰਹਿ ਗਿਆ। ਸੋ ਉਸ ਤੋਂ ਬਾਅਦ ਉਹ ਹਵਲਦਾਰ ਉੱਥੇ ਦਰਵਾਜ਼ੇ 'ਤੇ ਫਿਰ ਖੜ੍ਹ ਗਿਆ। ਜਦੋਂ ਉੱਥੇ ਸਾਨੂੰ ਪਾਸ ਕਰਾਇਆ ਜਾ ਰਿਹਾ ਸੀ, ਉਹ ਪਾਸ ਕਰਾਉਣ ਲੱਗਿਆ, ਉਸ ਨੇ ਜਦੋਂ ਮੇਰੀ ਵਾਰੀ ਆਈ, ਮੇਰੇ ਤੋਂ ਅੱਗੇ 4-5 ਬੰਦੇ ਸਨ, ਮੈਂ ਧਿਆਨ ਨਾਲ ਦੇਖਿਆ ਤੇ ਅੱਗੇ ਮਨਜੀਤ ਸਿੰਘ ਭੋਮਾ ਸੀ। ਮਨਜੀਤ ਸਿੰਘ ਭੋਮਾ ਲੰਘ ਗਿਆ, ਉਸ ਤੋਂ ਇੱਕ ਬੰਦਾ ਛੱਡ ਕੇ ਫਿਰ ਅੱਗੇ ਹਰਮਿੰਦਰ ਸਿੰਘ ਗਿੱਲ ਸੀ, ਤੇ ਮੈਂ ਦੇਖਿਆ ਸੱਜੇ ਪਾਸੇ ਮੰਜੇ ਦੇ ਉੱਤੇ ਭਾਈ ਮਨਜੀਤ ਸਿੰਘ, ਅਮਰਜੀਤ ਸਿੰਘ ਚਾਵਲਾ ਤੇ ਹਰਮਿੰਦਰ ਸਿੰਘ ਸੰਧੂ, ਇਹਨਾਂ ਨੂੰ ਬਿਠਾਇਆ ਹੋਇਆ ਤਿੰਨਾਂ ਨੂੰ। ਮੈਂ ਸੋਚਿਆ ਤੇ ਸੰਧੂ ਸਾਹਿਬ ਹੋਰਾਂ ਨੇ ਇਸ਼ਾਰਾ ਕੀਤਾ ਵੀ ਚੁੱਪ, ਸਿੱਧਾ ਲੰਘ ਜਾ ਚੁੱਪ ਕਰਕੇ। ਮੈਂ ਸੋਚਿਆ ਵੀ ਹੁਣ ਹਰਮਿੰਦਰ ਗਿੱਲ ਤੜਕੂਗਾ, ਕਿਉਂਕਿ ਇਹਨੂੰ ਵੀ ਸਵੇਰੇ ਕੱਢਿਆ ਸੀ ਤੇ ਮੈਨੂੰ ਇਹਨੇ ਰੋਕ ਲੈਣਾ, ਮੈਨੂੰ ਵੀ ਸਵੇਰੇ ਫੜ ਲਿਆ ਸੀ ਇਹਨੇ। ਪਤਾ ਨਹੀਂ ਉਸ ਸਮੇਂ ਕਿਵੇਂ ਅਸੀਂ, ਉਹ ਹਰਮਿੰਦਰ ਗਿੱਲ ਵੀ ਟੱਪ ਗਿਆ, ਉਸ ਤੋਂ ਬਾਅਦ ਮੈਂ ਵੀ ਟੱਪ ਗਿਆ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਇਹਨੇ ਬਿਠਾਇਆ ਹੋਇਆ ਸੀ ਉਹਨਾਂ ਨੂੰ, ਇਹਦੇ ਬਿਠਾਉਣ ਕਰਕੇ ਭਾਈ ਮਨਜੀਤ ਸਿੰਘ ਹੋਰਾਂ ਨੇ ਤੇ ਇਹਨਾਂ ਨੇ ਉੱਥੇ ਟੌੜਾ ਸਾਹਿਬ ਨੇ ਇਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਜਾ ਕਿਉਂ ਨਹੀਂ ਰਹੇ ਅੱਗੇ। ਉਹਨਾਂ ਨੇ ਇਹਨਾਂ ਨੂੰ ਦੱਸਤਾ ਕਿ ਆਹ ਗੱਲ ਹੋਈ ਆ, ਤੇ ਟੌੜਾ ਸਾਹਿਬ ਨੇ ਕਿਹਾ ਕਿ
ਮੈਂ ਕੀ ਕਰ ਸਕਦਾ। ਉਹ ਕਹਿੰਦੇ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਨਹੀਂ ਤਾਂ ਹੁਣ ਤਾਂ ਨਜਾਇਜ਼ ਮਰਨ ਵਾਲੀ ਗੱਲ ਹੈ। ਸੋ ਟੌੜਾ ਸਾਹਿਬ ਨੇ ਉੱਥੇ ਕੁਦਰਤੀ ਹੀ ਥੋੜ੍ਹੇ ਹੀ ਮਿੰਟਾਂ ਬਾਅਦ ਇੱਕ ਕਰਨਲ ਸ਼ਰਮਾ ਆ ਗਿਆ ਮਿਲਟਰੀ ਇੰਟੈਲੀਜੈਂਸ ਦੇ, ਜਿਨ੍ਹਾਂ ਦੀ ਕੰਵਰ ਸੰਧੂ ਜਿਹੜੇ ਜਰਨਲਿਸਟ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲੇ ਸੰਬੰਧੀ ਬਣਾਈਆਂ ਹੋਈਆਂ, ਉਹਦੇ ਵਿੱਚ ਉਹਨਾਂ ਦੀ ਵੀਡੀਓ ਵੀ ਹੈਗੀ। ਉਹ ਟੌੜਾ ਸਾਹਿਬ ਕੋਲੋਂ ਪਹਿਲਾਂ ਕਿਤੇ ਪਰਿਵਾਰ ਸਮੇਤ ਦਰਸ਼ਨ ਕਰਨ ਆਇਆ ਸੀ, ਅਤੇ ਉਹ ਦਰਬਾਰ ਸਾਹਿਬ ਦੇ ਅੰਦਰ ਕਿਉਂਕਿ ਫੋਟੋ ਖਿੱਚਣ ਦੀ ਪਾਬੰਦੀ ਹੈ ਤਾਂ ਉਹ ਪਰਮਿਸ਼ਨ ਲੈਣੀ ਪੈਂਦੀ, ਉਹਨਾਂ ਕੋਲ ਪਰਮਿਸ਼ਨ ਲੈਣ ਆਇਆ ਸੀ, ਅਤੇ ਉਦੋਂ ਤੋਂ ਚੰਗੀ ਉਹਦੀ ਉਹਨਾਂ ਨਾਲ ਜਾਣ ਪਛਾਣ ਸੀ। ਸੋ ਉਹ ਜਦੋਂ ਆਣ ਕੇ ਟੌੜਾ ਸਾਹਿਬ ਨੂੰ ਮਿਲਿਆ ਤਾਂ ਟੌੜਾ ਸਾਹਿਬ ਨੇ ਕਹਿ ਤਾ ਵੀ ਇਹ ਸਾਡੇ ਖਾਸ ਆਦਮੀ ਆ ਅਤੇ ਇਹਨਾਂ ਦਾ ਦੇਖਿਓ ਕੋਈ ਨੁਕਸਾਨ ਨਾ ਹੋਵੇ। ਇੱਥੇ ਸਾਡੇ ਕੁਝ ਬੰਦੇ ਜਿਹੜੇ ਆ ਉਹ ਸਾਡੇ ਨੌਜਵਾਨਾਂ ਨੂੰ ਇੱਥੋਂ ਚੁੱਕ ਪਿੱਛੇ ਲਿਜਾ ਕੇ ਤੇ ਮਾਰ ਰਹੇ ਆ, ਅਤੇ ਬਹੁਤ ਸਾਰੇ ਨੌਜਵਾਨ ਉਹਨਾਂ ਨੇ ਇਸ ਤਰ੍ਹਾਂ ਮਾਰੇ ਆ, ਅਤੇ ਇਹ ਸਾਡੇ ਮੁਲਾਜ਼ਮ ਹਨ। ਸੋ ਇਹ ਗੱਲ ਟੌੜਾ ਸਾਹਿਬ ਨੇ ਕਹੀ। ਉਸ ਤੋਂ ਬਾਅਦ ਉੱਥੇ DSP ਅਪਾਰ ਸਿੰਘ ਬਾਜਵਾ ਆ ਗਏ, ਜਿਨ੍ਹਾਂ ਦੇ ਗੁਣਗਾਨ ਅਜਮੇਰ ਸਿੰਘ ਕਰ ਰਿਹਾ। ਜਦੋਂ ਉਹ ਅਕਾਲ ਤਖਤ ਦੇ ਪਿਛਵਾੜੇ ਦੀਆਂ ਗਲੀਆਂ ਦੇ ਵਿੱਚੋਂ ਗ੍ਰਿਫਤਾਰ ਹੋਏ ਅਤੇ ਫੌਜ ਨੇ ਉਹਨਾਂ ਨੂੰ ਹੱਥ ਖੜੇ ਕਰਨ ਲਈ ਕਿਹਾ, ਤਾਂ ਫਿਰ ਉਹਨਾਂ ਨੇ ਹੱਥ ਖੜੇ ਕਰਕੇ ਕਿ ਭੀਖ ਮੰਗੀ ਸੀ ਕਿ ਹੋਰ ਕੁਛ ਕੀਤਾ ਸੀ? ਉਹ ਕੀ ਸੀ? ਕਿਵੇਂ ਜਾਨ ਬਚ ਗਈ ਉਹਨਾਂ ਦੀ? ਔਰ ਇਹ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਇਹ ਚਾਹੁੰਦੇ ਸੀਗੇ ਸੰਤ ਜਰਨੈਲ ਸਿੰਘ ਦਾ ਹਰ ਸਾਥੀ ਉੱਥੇ ਮਾਰਿਆ ਜਾਣਾ ਚਾਹੀਦਾ ਸੀ? ਮਤਲਬ ਇੱਕ ਫੌਜ ਸਾਰੀ ਦੀ ਸਾਰੀ ਹੀ ਉੱਥੇ ਮਾਰੀ ਜਾਂਦੀ, ਜਦੋਂ ਕਿ ਦੂਸਰੇ ਪਾਸੇ ਮੈਂ ਭਾਈ ਦਲਜੀਤ ਸਿੰਘ ਬਿੱਟੂ ਦੇ ਕੋਈ ਪਰਸਨਲੀ ਖਿਲਾਫ ਨਹੀਂ ਗਾ, ਨਾ ਮੈਂ ਕਦੀ ਉਹਨਾਂ ਬਾਰੇ ਕਮੈਂਟ ਕੀਤਾ। ਮੈਂ ਕਈ ਵਾਰੀ ਮੈਨੂੰ ਕਈਆਂ ਗੱਲਾਂ ਕਰਕੇ ਬੜਾ ਸਾਊ ਅਤੇ ਵਧੀਆ ਬੰਦੇ ਵੀ ਲੱਗਦੇ ਸੀ, ਮੈਂ ਮਿਲਣਾ ਵੀ ਚਾਹੁੰਦਾ ਸੀ, ਪਰ ਮੈਂ ਨਹੀਂ ਮਿਲਿਆ ਕਿਉਂਕਿ ਸਾਂਝੀਆਂ ਥਾਵਾਂ ਦੇ ਉੱਤੇ ਦੋ ਚਾਰ ਵਾਰ ਟਕਰਾਅ ਹੋਇਆ, ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਕੋਈ ਅਗਾਂਹ ਵੱਧ ਕੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਮੇਰਾ ਫਰਜ਼ ਹੀ ਨਹੀਂ ਸੀ ਬਣਦਾ ਉਹਨਾਂ ਨੂੰ ਮਿਲਣ ਦਾ। ਸੋ ਉਹਨਾਂ ਨੂੰ ਚਾਹੀਦਾ ਸੀਗਾ ਕਿ ਕਿਉਂਕਿ ਇੱਕ ਸਾਡੇ ਸਾਰੇ ਸੰਧੂ ਸਾਹਿਬ ਦੇ ਆਲੇ ਦੁਆਲਿਆਂ ਨੂੰ ਹਾਲਾਂਕਿ ਜਾਣਦੇ ਹੀ ਹੋਣਗੇ, ਸਾਰਿਆਂ ਨੂੰ ਸਭ ਬਾਰੇ ਪਤਾ ਹੈ ਉਹਨਾਂ ਨੂੰ, ਅਤੇ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਸਮਝਦਾ ਹਾਂ ਵੀ ਜੇ ਇਹ ਬੁਲਾਉਣਗੇ ਤਾਂ ਆਪਾਂ ਚੰਗੀ ਤਰ੍ਹਾਂ ਮਿਲਾਂਗੇ, ਅਤੇ ਨਹੀਂ ਤਾਂ ਆਪਾਂ ਆਪਣੇ ਘਰੇ ਹਾਂ। ਸੋ ਉਹਨਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਉਹਨਾਂ ਦੀ ਜਿੰਨੀ ਵਡਿਆਈ ਅਜਮੇਰ ਸਿੰਘ ਹੋਰਾਂ ਨੇ ਕੀਤੀ ਹੈ ਕਿ ਉਹ ਸਾਰੀ ਲਹਿਰ ਦੇ ਵਿੱਚ ਅਨੇਕਾਂ ਬੰਦੇ ਮਾਰੇ ਗਏ। ਮੈਂ ਨਹੀਂ ਕਹਿੰਦਾ ਕਿ ਭਾਈ ਦਲਜੀਤ ਸਿੰਘ ਬਿੱਟੂ ਕਿਉਂ ਬਚ ਗਏ, ਮੈਂ ਕੋਈ ਸ਼ੱਕ ਨਹੀਂ ਕਰਦਾ ਇਸ ਗੱਲ ਦੇ ਉੱਤੇ ਕਿ ਉਹਨਾਂ ਦਾ ਬਚਣਾ ਨਜਾਇਜ਼ ਹੈ, ਪਰ ਮੈਂ ਕਹਿੰਦਾ ਕਿ ਦੂਸਰਿਆਂ ਦੇ ਘਰਾਂ 'ਤੇ ਪੱਥਰ ਮਾਰਨ ਤੋਂ ਪਹਿਲਾਂ ਆਪਣੇ ਬਾਰੇ ਤਾਂ ਸੋਚ ਲਓ। ਉਹਦੇ ਬਾਰੇ ਫਿਰ ਇਹ ਨਵੇਂ ਬਹਾਨੇ ਘੜ ਲੈਂਦੇ ਆ। ਜਦੋਂ ਇਹ ਗ੍ਰਿਫਤਾਰੀ ਦੀ ਗੱਲ ਹੋਈ, ਪਹਿਲਾਂ ਇਹੀ ਭੰਡੀ ਪ੍ਰਚਾਰ ਹੋਇਆ ਕਿ ਸੰਧੂ ਹੋਰੀ ਧੋਖਾ ਕਰਕੇ ਸੰਧੂ ਹੋਰਾਂ ਨੇ ਸਰੈਂਡਰ ਕਰਤਾ। ਫਿਰ ਇਹਨਾਂ ਦੇ ਸਾਹਮਣੇ ਜਦੋਂ ਸਵਾਲ ਉੱਭਰਿਆ ਵੀ ਹੁਣ ਅਸੀਂ ਇਹਨੂੰ ਵੱਡਾ ਜਰਨੈਲ ਲਾਭ ਸਿੰਘ ਨੂੰ ਜਿਹਨੂੰ ਕਹਿ ਰਹੇ ਹਾਂ ਕਿ ਇਹ ਸਵਾਲ ਉਹਦੇ 'ਤੇ ਵੀ ਆਏਗਾ, ਫਿਰ ਇਹਨਾਂ ਨੇ ਨਵੀਆਂ ਦਲੀਲਾਂ ਘੜਦੀਆਂ ਸ਼ੁਰੂ ਕੀਤੀਆਂ। ਅਤੇ ਜਿਵੇਂ ਬਾਕੀ ਸੰਗਤ ਨੂੰ ਫੜਿਆ ਸੀਗਾ, ਉਹਨਾਂ ਨੂੰ ਤਾਂ ਉਹ ਫੜ ਕੇ ਉੱਧਰੋਂ ਲੈ ਆਈ, ਸਾਡਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਬੈਠੇ ਹਾਂ ਅਤੇ ਕਿੱਥੇ ਕੀ ਕਰ ਰਹੇ ਹਾਂ। ਤਾਂ ਅਸੀਂ ਆਪ ਉਸ ਸੰਗਤ ਦੇ ਵਿੱਚ ਮਿਕਸਅਪ ਹੋਏ ਅਤੇ ਕਿਸ ਤਰੀਕੇ ਨਾਲ ਗ੍ਰਿਫਤਾਰੀ ਦਿੰਦੇ, ਉਹਨਾਂ ਨੂੰ ਜਾ ਕੇ ਦੱਸਦੇ ਵੀ ਅਸੀਂ ਸੋ ਐਂਡ ਸੋ ਹਾਂ। ਸੰਧੂ ਮਹਿਤੇ ਹੋਰੀ ਜਾ ਕੇ ਚਾਵਲੇ ਹੋਰੀ ਉਹਨਾਂ ਨੂੰ ਦੱਸਦੇ ਕਿ ਭਾਈ ਅਸੀਂ ਸੋ ਐਂਡ ਸੋ ਹਾਂ। ਮੈਂ ਮਿਲਟਰੀ ਵਾਲਿਆਂ ਨੂੰ ਕਹਿੰਦੇ ਵੀ ਅਸੀਂ ਸੋ ਐਂਡ ਸੋ ਹਾਂ, ਲਓ ਸਾਨੂੰ ਗ੍ਰਿਫਤਾਰ ਕਰ ਲਓ। ਇਸ ਤਰੀਕੇ ਨਾਲ ਅਜਮੇਰ ਸਿੰਘ ਦੇ ਅਨੁਸਾਰ ਗ੍ਰਿਫਤਾਰੀ ਹੋਣੀ ਚਾਹੀਦੀ ਸੀ, ਫਿਰ ਇਹਨਾਂ ਨੂੰ ਗ੍ਰਿਫਤਾਰੀ ਪ੍ਰਵਾਨ ਹੋ ਜਾਣੀ ਸੀ ਸਾਡੀ। ਸੋ ਇਹ ਸਾਰੀਆਂ ਘਾੜਤਾਂ, ਇਹ ਸਾਰੀਆਂ ਆਪਣੇ ਇਸ ਕਾਲੇ ਪਾਪ ਦੇ ਉੱਤੇ ਪਰਦਾ ਪਾਉਣ ਦੀਆਂ ਜਿਹੜੀਆਂ ਇਹ ਘਾੜਤਾਂ ਇਹਨਾਂ ਨੇ ਬੁਣੀਆਂ, ਅਤੇ ਇਹ ਹੁਣ ਮੈਂ ਤਾਂ ਕਹਿੰਦਾ ਕਿ ਬਹੁਤ ਚੰਗਾ ਹੋਇਆ ਇਹ ਕੰਟਰੋਵਰਸੀ ਛਿੜੀ ਆ, ਇਸ ਦਾ ਨਿਤਾਰਾ ਹੋਣਾ ਚਾਹੀਦਾ। ਮੈਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਅਪੀਲ ਕਰਦਾ ਕਿ ਜੇ ਉਹ ਕੌਮ ਦੇ ਲਈ ਵਾਕਈ ਸੁਹਿਰਦ ਹੈ, ਤਾਂ ਜੇ ਉਹ 8-10 ਜਣਿਆਂ ਕੋਲ ਮੰਨ ਚੁੱਕਿਆ ਕਿ ਸਾਡੀ ਗਲਤੀ ਸੀ, ਤਾਂ ਉਹਨਾਂ ਦਾ ਇੱਕ ਬਿਆਨ ਪਬਲਿਕਲੀ ਆਇਆ ਹੋਇਆ ਇਸ ਸਾਰੇ ਕਾਸੇ ਨੂੰ, ਇਸ ਮੁੱਦੇ ਨੂੰ ਖਤਮ ਕਰ ਸਕਦਾ ਸਦਾ ਵਾਸਤੇ, ਔਰ ਦੋਹੇ ਧਿਰਾਂ ਇਤਿਹਾਸ ਦੇ ਵਿੱਚ ਸੁਰਖਰੂ ਹੋ ਸਕਦੀਆਂ। ਪਰ ਅਜੇ ਤੱਕ ਇਹੀ ਸੁਣਨ ਨੂੰ ਮਿਲਦਾ, ਬਹੁਤ ਬੰਦਿਆਂ ਨੇ ਦੱਸਿਆ ਕਿ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ, ਪਰ ਪਬਲਿਕਲੀ ਬਿਆਨ ਨਹੀਂ ਆਇਆ। ਅਗਲੀ ਗੱਲ ਦੇਖੋ ਤੁਸੀਂ, ਧਕਾਣੇ ਦੀ ਗੱਲ ਹੈ ਅਜਮੇਰ ਸਿੰਘ ਦੀ, ਕਿ ਇਹ ਗੱਲਾਂ ਅੰਦਰ ਬੈਠ ਕੇ ਕਰਨ ਵਾਲੀਆਂ ਹੁੰਦੀਆਂ ਕਿ ਭਾਈ ਅਜਮੇਰ ਸਿੰਘ ਜੀ, ਤੁਸੀਂ ਸੰਸਾਰ ਨੂੰ ਦੱਸੋ ਕਿ ਤੁਸੀਂ ਅੰਦਰ ਬੈਠ ਕੇ ਗੱਲ ਕਰਨ ਗਿਆ ਨਹੀਂ, ਗੋਲੀਆਂ ਮਾਰੀਆਂ ਕਿ ਬਾਹਰ ਲਲਕਾਰ ਕੇ ਮਾਰੀਆਂ? ਸੰਧੂ ਸਾਹਿਬ ਨੂੰ ਕਿਸ ਤਰ੍ਹਾਂ ਮਾਰੀਆਂ, ਕਿਸ ਤਰੀਕੇ ਦੇ ਨਾਲ ਮਾਰਿਆ? ਤੁਸੀਂ ਧੋਖੇ ਨਾਲ ਮਾਰਿਆ, ਉਸ ਨੂੰ ਤੁਸੀਂ ਲਲਕਾਰ ਕੇ ਮਾਰਦੇ। ਉਸ ਦੀ ਇਸ ਇੰਟਰਵਿਊ ਨੇ ਇਹ ਗੱਲ ਤਕਰੀਬਨ ਹੁਣ ਜ਼ਾਹਰ ਕਰ ਦਿੱਤੀ ਹੈ ਕਿ ਇਸ ਦਾ ਵੀ ਉਸ ਦੇ ਵਿੱਚ ਸਲਾਹ ਦੇਣ 'ਚ, ਉਕਸਾਉਣ 'ਚ, ਹੱਲਾਸ਼ੇਰੀ ਦੇਣ 'ਚ ਹੱਥ ਹੋਏ। ਇਸ ਗੱਲ ਨੂੰ ਇਸ ਇੰਟਰਵਿਊ ਨੇ ਪ੍ਰੂਵ ਕਰਤਾ
ਕਿਉਂਕਿ ਜਿਸ ਛਾਤਰਤਾ ਦੇ ਨਾਲ ਉਹਨਾਂ ਨੇ ਪਹਿਲਾਂ ਸੰਧੂ ਸਾਹਿਬ ਦੀਆਂ ਸਿਫਤਾਂ ਕੀਤੀਆਂ ਨੇ, ਤਾਰੀਫ ਦੇ ਪੁਲ ਬੰਨੇ ਆ, ਤੇ ਕਿਵੇਂ ਬੜੀ ਸਟਲ ਵੇ ਦੇ ਨਾਲ ਪਿੱਛੋਂ ਜਾ ਕੇ ਫਿਰ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੀ ਬੌਧਿਕ ਯੋਗਤਾ ਦੇ ਉੱਤੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਤੋਂ ਜਿਹੜੀ ਮਨਸ਼ਾ ਤੇ ਬਦਨੀਤੀ ਜ਼ਾਹਰ ਹੁੰਦੀ ਆ। ਔਰ ਲੋਕ ਤਾਂ ਅੱਗੇ ਕਹਿੰਦੇ ਸੀ, ਹੁਣ ਸਾਡੇ ਵੀ ਮੰਨਣ 'ਚ ਆ ਜਾਊਗਾ ਕਿ ਇਹਨਾਂ ਨੂੰ ਘੁਸਪੈਠ ਕਰਾਈ ਗਈ ਸੀ ਲਹਿਰ ਨੂੰ ਮਿਸਗਾਈਡ ਕਰਨ ਲਈ, ਤਾਂ ਕਿ ਅੰਦਰੋਂ ਜਾ ਕੇ ਸਾਰੀ ਲਹਿਰ ਨੂੰ, ਸਾਰੇ ਸੰਘਰਸ਼ ਨੂੰ ਬਲਾਸਟ ਕਰ ਦੇਣ। ਉਹਨਾਂ ਨੇ ਕਰਤਾ, ਬੜਾ ਬਖੂਬੀ ਕਾਰਜ ਨਿਭਾਤਾ ਉਹਨਾਂ ਨੇ। ਮੈਨੂੰ ਨਹੀਂ ਲੱਗਦਾ ਇਤਿਹਾਸ ਧੂਸ ਦੀਆਂ ਕਿਤਾਬਾਂ ਇਹਨਾਂ ਨੇ ਕਿਵੇਂ ਲਿਖਤੀਆਂ ਤੇ ਇਹਨਾਂ 'ਚ ਕਿੰਨੀ ਕੁ ਸੱਚਾਈ ਹੋਏਗੀ। ਔਰ ਜਿਹੜੇ ਟੌੜਾ ਸਾਹਿਬ ਨੇ ਉਹਨਾਂ ਨੂੰ ਬਚਾਉਣ 'ਚ ਮਦਦ ਕਰਤੀ। ਆਪਣੀ ਕਿਤਾਬ ਪਹਿਲੀ ਸਿੱਖ ਰਾਜਨੀਤੀ ਦੇ ਵਿੱਚ ਇਹਨਾਂ ਨੇ ਜੋ ਸਿਫਤਾਂ ਦੇ ਪੁਲ ਟੌੜਾ ਸਾਹਿਬ ਦੇ ਬੰਨੇ ਆ, ਉਹ ਦੇਖਣਯੋਗ ਨੇ। ਉਹ ਸਾਰੇ ਜਾਣਿਆਂ ਨੂੰ ਦੇਖਣੇ ਚਾਹੀਦੇ ਆ ਤੇ ਅੰਦਾਜ਼ਾ ਲਗਾਉਣਾ ਚਾਹੀਦਾ ਕਿ ਇਹੋ ਜਿਹੇ ਲੇਖਕਾਂ ਦਾ ਕਿਹੋ ਜਿਹੇ ਦੂਰਾ ਕਿਰਦਾਰ ਤੇ ਕਿਹੋ ਜਿਹੇ ਦੂਰੇ ਮਾਪਦੰਡ ਨੇ। ਔਰ ਉਹਨਾਂ ਨੇ ਇੱਕ ਨਵੀਂ ਧਮਕੀ ਵੀ ਦਿੱਤੀ ਹੈ ਕਿ ਅੱਜ ਕੱਲ੍ਹ ਤਾਂ ਪਹਾੜੇ ਤੇ ਬੰਦੇ ਮਿਲ ਜਾਂਦੇ ਆ। ਮੈਂ ਸ਼ਾਬਾਸ਼ ਦਿੰਦਾ ਅਜਮੇਰ ਸਿੰਘ ਹੋਰਾਂ ਨੂੰ ਕਿ ਅਜਮੇਰ ਸਿੰਘ ਜੀ, ਹੁਣ ਤੁਸੀਂ ਹੁਣ ਇਹ ਸੰਕੇਤ ਮਿਲ ਗਿਆ ਕਿ ਹੁਣ ਗਾਂ ਨੂੰ ਇਹ ਪਹਾੜੇ ਦੇ ਲੋਕਾਂ ਤੋਂ ਕਤਲ ਕਰਵਾਇਆ ਕਰਨਗੇ, ਲੋਕਾਂ ਤੇ ਜਿਸਮਾਨੀ ਹਮਲੇ ਕਰਾਉਣਗੇ। ਸੋ ਇਸ ਨਵੀਂ ਉਹਨਾਂ ਦੀ ਖੋਜ ਤੇ ਨਵੀਂ ਜਿਹੜੀ ਮਨੋਬਿਰਤੀ ਹੈ, ਉਹਦੇ ਲਈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਉਹਨਾਂ ਦੀ ਸੋਚ ਨੂੰ ਵਾਕਿਆ ਹੀ ਉਹ ਸਿੱਖ ਸੰਘਰਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਤੇ ਗਾਂ ਨੂੰ ਵੀ ਕਰਕੇ ਜਾਣਗੇ। ਜਿਹੜਾ ਕਾਰਜ ਲਈ ਉਹ ਆਏ ਸੀ, ਮੈਨੂੰ ਲੱਗਦਾ ਹੁਣ ਉਹਨੂੰ ਪੂਰੀ ਤਰ੍ਹਾਂ ਨਿਭਾਉਣਗੇ ਇਹ। ਦੇਖੋ, ਜੋ ਹੁਣ ਸਾਰਾ ਕੁਝ ਸਮਝ ਆ ਰਿਹਾ ਹੈ, ਜਿਸ ਸੂਖਮ ਢੰਗ ਦੇ ਨਾਲ ਇਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਆ ਸੰਧੂ ਸਾਹਿਬ ਦੇ ਸੰਬੰਧ 'ਚ, ਇਹ ਕੋਈ ਸਿੱਖ ਸੰਘਰਸ਼ ਦੀ ਸੇਵਾ ਕਰਨ ਨਹੀਂ ਆਏ ਸੀ। ਇਸ ਸਿੱਖ ਸੰਘਰਸ਼ ਦੇ ਉਸ ਸਮੇਂ ਦੇ ਆਗੂਆਂ ਦੇ ਨੇੜਤਾ ਹਾਸਲ ਕਰਕੇ, ਉਹਨਾਂ ਦਾ ਵਿਸ਼ਵਾਸ ਜਿੱਤ ਕੇ ਤੇ ਇਹ ਉਹਦੀ ਬਰਬਾਦੀ ਕਰਾਉਣ ਆਏ ਸੀ ਤੇ ਉਹਨਾਂ ਨੇ ਇਹ ਕਾਰਜ ਤਕਰੀਬਨ ਸੰਪੰਨ ਕਰ ਲਿਆ। ਹੁਣ ਜਿਸ ਢੰਗ ਨਾਲ ਉਹ ਗਲਤੀਆਂ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ, ਰਾਹ ਨਹੀਂ ਕੋਈ ਲੱਭ ਰਿਹਾ। ਦੋਸ਼ ਲਾਏ ਸੀ ਜਿਹੜੇ, ਉਹਨਾਂ ਦੀ ਕੋਈ ਦਲੀਲ ਨਹੀਂ ਹੈਗੀ, ਉਹਨਾਂ ਦਾ ਕੋਈ ਜਵਾਬ ਨਹੀਂ ਹੈਗਾ, ਤਾਂ ਨਵੀਆਂ ਗੱਲਾਂ ਛੇੜ ਲਈਆਂ ਨੇ ਕਿ ਜਾਨ ਬਚਾ ਲਈ, ਚਲੋ ਕੋਈ ਨਹੀਂ, ਠੀਕ ਹੈ, ਕਿਉਂਕਿ ਉਹ ਤਾਂ ਉਹਨਾਂ 'ਤੇ ਵੀ ਆਉਣੀ ਹੈ ਨਾ ਜਿਹਨਾਂ ਦੀ ਸਪੋਰਟ ਕਰਦੇ ਆ, ਵੀ ਉਹਨਾਂ ਨੇ ਵੀ ਜਾਨ ਤਾਂ ਉਹਨਾਂ ਦੀ ਵੀ ਬਚੀ ਹੋਈ ਆ। ਇਸ ਕਰਕੇ ਹੁਣ ਨਵੀਆਂ ਗੱਲਾਂ ਸ਼ੁਰੂ ਕਰ ਲਈਆਂ ਕਿ ਭੀਖ ਮੰਗ ਕੇ ਨਹੀਂ ਸੀ ਬਚਾਉਣੀ ਚਾਹੀਦੀ। ਕਿਹੜੀ ਦੂਰਬੀਨ ਦੇ ਨਾਲ, ਕਿਹੜੀ ਖੁਰਦਬੀਨ ਦੇ ਨਾਲ ਅਜਮੇਰ ਸਿੰਘ ਨੇ ਦੇਖਿਆ ਕਿ ਉਹ ਭੀਖ ਮੰਗ ਰਹੇ ਸਨ? ਇਸ ਨੂੰ ਭੀਖ ਮੰਗਣਾ ਕਹਿੰਦੇ ਆ। ਜਿਸ ਤਰੀਕੇ ਦੀ ਗੱਲਬਾਤ ਮੈਂ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਹੋਈ, ਤੇ ਅਜਮੇਰ ਸਿੰਘ ਦੇ ਕਿਰਦਾਰ ਦੀਆਂ ਕਮੀਆਂ ਵੀ ਬਹੁਤ ਲੋਕ ਦੱਸਦੇ ਨੇ। ਕਿ 1984 6 ਜੂਨ ਤੱਕ ਸੰਤ ਜਰਨੈਲ ਸਿੰਘ ਦਾ ਵਿਰੋਧ ਕਰਨਾ ਇਹਦੀ ਕਿਰਦਾਰ ਦੀ ਕਮੀ ਨਹੀਂ ਸੀ? ਕਿ ਉਹ ਕਾਮਰੇਡਾਂ ਦੇ ਵਿੱਚ ਰਹਿਣਾ, ਉਹਨਾਂ ਨੂੰ ਪ੍ਰਫੁੱਲਿਤ ਕਰਨਾ, ਜਿਹੜੇ ਦਾੜੀ ਕਟਾਉਣ ਤੇ ਸਿਗਰਟਾਂ ਪੀਣ ਨੂੰ ਜਿਹੜਾ ਉਹ ਕਾਮਰੇਡੀ ਦੀ ਕਸਵੱਟੀ ਮੰਨਦੇ ਸੀ, ਵੀ ਉਹਦੀ ਦੇਰ ਤੱਕ ਉਹਨੂੰ ਕਾਮਰੇਡ ਨਹੀਂ ਸਮਝਿਆ ਜਾਊਗਾ ਜਿਹੜਾ ਦਾੜੀ ਨਹੀਂ ਕਟਾਉਂਦਾ, ਵਾਲ ਨਹੀਂ ਕਟਾਉਂਦਾ ਤੇ ਸਿਗਰਟ ਨਹੀਂ ਪੀਂਦਾ। ਕੀ ਇਹਨਾਂ ਦੀ ਕਿਰਦਾਰ ਦੀ ਕਮੀ ਨਹੀਂ ਸੀ? ਇਹਨਾਂ ਦਾ ਕਿਰਦਾਰ ਕਿੰਨਾ ਕੁੱਤਾ ਸੁੱਚਾ ਸੀ। ਇਹਨਾਂ ਦੇ ਕਿਰਦਾਰ ਦਾ ਇਹਨਾਂ ਨੇ ਕਿੱਥੋਂ ਸਰਟੀਫਿਕੇਟ ਲੈ ਲਿਆ ਕਿ ਬਹੁਤ ਉੱਚੇ ਕਿਰਦਾਰ ਦੇ ਨੇ? ਮੈਂ ਨੋ ਡਾਊਟ, ਮੈਂ ਉਸ ਇੰਟਰਵਿਊ ਤੱਕ ਮੈਂ ਇਹਨਾਂ ਨੂੰ ਬੜੇ ਵਧੀਆ, ਕਿਉਂਕਿ ਬੋਲਣ ਦਾ ਢੰਗ ਬਹੁਤ ਸ਼ਾਨਦਾਰ ਆ, ਸ਼ਬਦਾਂ ਦਾ ਭਰਮਜਾਲ ਬਹੁਤ ਵਧੀਆ, ਤਾਂ ਮੈਂ ਬੜੇ ਸਤਿਕਾਰ ਦੀ ਨਿਗਾਹ ਨਾਲ ਦੇਖਦਾ ਸੀ। ਪਰ ਹੁਣ ਤਾਂ ਮੈਂ ਹੀ ਨਹੀਂ, ਮੈਨੂੰ ਲੱਗਦਾ ਕਿ ਸੰਧੂ ਦੇ ਸਮਰਥਕ ਹੀ ਨਹੀਂ, ਹਰ ਦਾਨਸ਼ਵਰ ਬੰਦਾ, ਜੋ ਜਲੂਸ ਉਹਨਾਂ ਨੇ ਆਪਣਾ ਹੀ ਕੱਢਿਆ, ਜਿਸ ਇਹ ਹੀ ਨਹੀਂ ਪਤਾ ਕਿ ਰੌਸ਼ਨ ਦਿਮਾਗ ਵੀ ਉਹੀ ਹੁੰਦਾ ਤੇ ਇੰਟੈਲੀਜੈਂਟ ਵੀ ਉਹੀ ਹੁੰਦਾ, ਇੱਕੋ ਹੀ ਸਮਾਨ ਅਰਥੀ ਸ਼ਬਦ ਨੇ, ਭਾਸ਼ਾ ਦਾ ਹੀ ਅੰਤਰ ਹੈ। ਤਾਂ ਮੈਨੂੰ ਲੱਗਦਾ ਕਿ ਹਰ ਦਾਨਸ਼ਮੰਦ, ਹਰ ਦਾਨਸ਼ਵਰ ਹੁਣ 100 ਵਾਰ ਅਜਮੇਰ ਸਿੰਘ ਬਾਰੇ ਸੋਚੂਗਾ ਕਿ ਇਹ ਕੀ ਚੀਜ਼ ਹੈ। ਸਾਰੀਆਂ ਤੱਥ ਵੀ ਹੋਣੀਆਂ ਗੱਲਾਂ ਦੇ ਉੱਤੇ ਆਧਾਰਿਤ ਕਹਾਣੀਆਂ ਘੜੀਆਂ ਨੇ, ਤੇ ਇਸ ਕਰਕੇ ਇਹਨਾਂ ਦੀਆਂ ਪਹਿਲੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਹੁਣ ਸ਼ੱਕ ਦੇ ਘੇਰੇ 'ਚ ਆਉਣੀਆਂ ਚਾਹੀਦੀਆਂ ਤੇ ਆਉਣਗੀਆਂ। ਔਰ ਮੈਂ ਸਮਝਦਾ ਕਿ ਜੇ ਸਾਰੀ ਦੁਬਾਰਾ ਛਿੜੀ ਚਰਚਾ ਦੇ ਵਿੱਚ ਕੋਈ ਪੋਜ਼ੀਟਿਵ ਰੋਲ ਨਿਭਾ ਸਕਦਾ ਤਾਂ ਉਹ ਭਾਈ ਦਲਜੀਤ ਸਿੰਘ ਬਿੱਟੂ ਹੈ। ਉਹਨੂੰ ਜ਼ਿੰਮੇਵਾਰੀ ਤੋਂ ਉਹਨੂੰ ਕੰਮ ਲੈਣਾ ਚਾਹੀਦਾ। ਇੱਕ ਸਟੇਟਮੈਂਟ ਉਹਨਾਂ ਦੀ ਇਹ ਸਾਰਾ ਬਖੇੜਾ ਨਿਬੇੜ ਸਕਦੀ ਹੈ। ਨਹੀਂ ਤਾਂ ਇਹੋ ਜਿਹੇ ਜਿਹੜੇ ਲੋਕ ਆ ਜਿਨ੍ਹਾਂ ਨੇ ਉਹਨਾਂ ਦਾ ਬੇਹੱਦ ਵਿਸ਼ਵਾਸ ਹਾਸਲ ਕਰ ਲਿਆ, ਉਹਨਾਂ ਨੂੰ ਇਹਨਾਂ ਨੇ ਪਹਿਲਾਂ ਮਿਸਗਾਈਡ ਕੀਤਾ, ਸੰਧੂ ਦੇ ਪ੍ਰਤੀ ਬਦਨਾਮ ਕੀਤਾ, ਇੱਕ ਹੋਰ ਬੰਦੇ ਨੇ ਵੀ ਕੀਤਾ ਜਿਹੜਾ ਲਹਿਰ ਦਾ ਵੱਡਾ ਜਰਨੈਲ ਸਮਝਦਾ ਰਿਹਾ ਆਪਣੇ ਆਪ ਨੂੰ। ਮੈਨੂੰ ਨਹੀਂ ਲੱਗਦਾ ਕਿ ਉਹਨੇ ਬਾਹਰ ਆਉਣ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਕੋਈ ਬਹੁਤ ਵੱਡੀ ਪ੍ਰਾਪਤੀ ਵਾਲੀ ਕੋਈ ਕਾਰਵਾਈ ਕੀਤੀ ਆ। ਹਾਂ, ਆਪਣੇ ਬੰਦੇ ਮਾਰਿਆਂ ਦੀਆਂ ਜਿੰਨੀਆਂ ਮਰਜ਼ੀ ਕਹਾਣੀਆਂ ਸੁਣ ਲਓ ਵੀ ਇਹਨੂੰ ਵੱਢ ਕੇ ਮਾਰਿਆ, ਔਰ ਜਿਸ ਦਰਿੰਦਗੀ ਦੇ ਨਾਲ ਮਾਰਿਆ ਉਹ ਕਿਸੇ ਤਰ੍ਹਾਂ ਵੀ ਸਿੱਖ ਕਿਰਦਾਰ ਦੇ ਹਾਣ ਦੀ ਨਹੀਂ,
ਸਿੱਖ ਕਦੇ ਵੀ ਇਸ ਤਰ੍ਹਾਂ ਕਿਸੇ ਨੂੰ ਤੜਫਾ ਕੇ ਨਹੀਂ ਮਾਰਦਾ। ਗੁਰੂ ਦੀ ਸੋਚ ਹੈ ਜਿਹੜੀ ਉਹ ਇੰਨੀ ਦਰਿੰਦਗੀ ਵਾਲੀ ਕਦੇ ਵੀ ਨਹੀਂ ਹੋਈ। ਤੁਸੀਂ ਪੈਂਦੇ ਖਾਂ ਵਾਲੀ ਕਹਾਣੀ ਸੁਣੀ ਹੋਏਗੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੋਨੇ ਦੇ ਤੀਰ ਮਾਰਨ ਦੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ। ਉਹਨਾਂ ਦੇ ਪਿੱਛੇ ਕੀ ਉਹਨਾਂ ਦਾ ਵਿਚਾਰ ਹੁੰਦਾ ਸੀ, ਕੀ ਸੋਚ ਹੁੰਦੀ ਸੀ। ਉਹ ਜਿਸ ਤਰ੍ਹਾਂ ਇਹਨਾਂ ਨੇ ਕੀਤਾ, ਮੈਨੂੰ ਲੱਗਦਾ ਕਿ ਇਹ ਤਾਂ ਸਿੱਖ ਅਖਵਾਉਣ ਦੇ ਵੀ ਕਾਬਿਲ ਨਹੀਂ। ਪਰ ਮੈਂ ਇਹ ਦੂਸਰੇ ਬੰਦੇ ਨੇ ਜਿਹੜੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਮੈਂ ਸਮਝਦਾ ਕਿ ਇਹਨਾਂ ਦੀ ਗਲਤੀ ਹੈ, ਕਰਾਉਣ ਵਾਲਿਆਂ ਦਾ ਗੁਨਾਹ ਹੈ। ਤੇ ਹੁਣ ਲੱਗਦਾ ਵੀ ਕਰਾਉਣ ਵਾਲਿਆਂ ਦੇ ਵਿੱਚ ਅਜਮੇਰ ਸਿੰਘ ਦਾ ਵੱਡਾ ਹੱਥ ਹੈ। ਇਹ ਗੁਨਾਹਗਾਰ ਹੈ। ਉਸ ਦਾ ਕੌਮ ਨਤੀਜਾ ਜਿਹੜਾ ਆ ਇਹ ਆਉਣ ਵਾਲੇ ਅਜੇ ਮੇਰਾ ਖਿਆਲ 100 ਸਾਲ ਤੱਕ ਭੁਗਤੇਗੀ। ਜਿਹੜਾ ਵੱਡਾ ਨੁਕਸਾਨ ਸੰਧੂ ਦੇ ਜਾਣ ਨਾਲ ਹੋਇਆ। ਇਹ ਅਜਮੇਰ ਸਿੰਘ ਦੇ ਸਰਟੀਫਿਕੇਟਾਂ ਦਾ ਮੁਥਾਜ ਨਹੀਂ ਹੈ ਸੰਧੂ, ਕਿ ਅਜਮੇਰ ਸਿੰਘ ਸਰਟੀਫਿਕੇਟ ਇਸ਼ੂ ਕਰੂਗਾ ਕਿ ਉਹਦਾ ਬੌਧਿਕ ਮਿਆਰ ਕੀ ਸੀ। ਅਜਮੇਰ ਸਿੰਘ ਉਸ ਦੇ ਬਹਾਨ ਦੀ ਇੱਕ ਚਿੱਠੀ ਅੰਗਰੇਜ਼ੀ 'ਚ ਲਿਖ ਕੇ ਦਿਖਾਵੇ, ਉਸ ਤਰ੍ਹਾਂ ਦੀ ਅੰਗਰੇਜ਼ੀ ਲਿਖ ਕੇ ਦਿਖਾਵੇ। ਅਜਮੇਰ ਸਿੰਘ ਹੋਰਾਂ ਨੂੰ ਆਪਣੇ ਭੁਲੇਖੇ ਅੰਤਰ ਝਾਤ ਮਾਰ ਕੇ ਦੂਰ ਕਰ ਲੈਣੇ ਚਾਹੀਦੇ ਆ ਤੇ ਆਪਣੀ ਸੀਮਾ ਵਿੱਚ ਰਹਿਣਾ ਚਾਹੀਦਾ। ਉਹ ਗੱਲਾਂ, ਉਹ ਸਮਾਂ ਦੂਰ ਚਲੇ ਗਿਆ ਜਦੋਂ ਮੀਡੀਆ ਕੋਈ ਨਹੀਂ ਸੀ, ਇਹਨਾਂ ਦਾ ਦਬਦਬਾ ਸੀ। ਠੀਕ ਆ, ਹੁਣ ਵੀ ਕਿਸੇ ਦਾ ਨੁਕਸਾਨ ਕਰਾ ਦੇਣਗੇ, ਫਿਰ ਕੀ ਖੱਟ ਲੈਣਗੇ। ਔਰ ਵੱਡਾ ਸਵਾਲ ਤੇ ਉਹਨਾਂ ਤੇ ਇਹ ਖੜਾ ਕਿ ਉਦੋਂ ਤਾਂ ਇਹਨਾਂ ਨੇ ਕਿਹਾ ਸੀਗਾ ਇਹ ਖਾਲਿਸਤਾਨ ਦੇ ਰਾਹ 'ਚ ਰੋੜਾ ਬਣਨ ਵਾਲਿਆਂ ਦੇ ਉੱਤੇ ਸਾਡੀ ਸਖਤ ਨਿਗਾਹ ਹੈ, ਜਿਹੜਾ ਵੀ ਰੋੜਾ ਬਣੇਗਾ ਉਹ ਉਸ ਨੂੰ ਜੀਵਨ ਤੋਂ ਹੱਥ ਧੋਣੇ ਪੈਣਗੇ। ਉਹਦੇ ਵਿੱਚ ਇਸੇ ਕਤਾਰ ਦੇ ਵਿੱਚ ਸੰਧੂ ਸਾਹਿਬ ਨੂੰ ਖੜਾ ਕੀਤਾ ਤੇ ਸੰਧੂ ਸਾਹਿਬ ਨੂੰ ਗਿਆ ਨੂੰ 30 ਸਾਲ ਹੋ ਗਏ। ਖਾਲਿਸਤਾਨ ਕਿੱਥੇ ਹੈ? ਇਹਨਾਂ ਦਾ ਇੱਜ਼ਤਮਾਨ ਤਾਂ ਵੱਧ ਸਕਦਾ ਜੇ ਇਹ ਆਪਣੀਆਂ ਗਲਤੀਆਂ ਨੂੰ ਪਬਲਿਕਲੀ ਸਵੀਕਾਰਨਗੇ। ਤਾਂ ਅੰਦਰ ਵੜ ਕੇ ਨਹੀਂ। ਦੋਸ਼ ਤੁਸੀਂ ਕਿਸੇ ਤੇ ਅਖਬਾਰਾਂ 'ਚ ਲਾਓ, ਪੂਰੇ ਸੰਸਾਰ ਦੇ ਮੀਡੀਆ 'ਚ ਲਾਓ ਤੇ ਜਵਾਬ ਦੇਣ ਲੱਗਿਆਂ ਕਹੋ ਅੰਦਰ ਵੜ ਕੇ ਗੱਲ ਕਰ ਲਓ। ਇਹ ਕਿੱਥੋਂ ਦੀ ਦਿਆਨਤਦਾਰੀ ਹੈ? ਇਹ ਕਿੱਥੋਂ ਦੀ ਦਾਨਾਈ ਹੈ? ਦੇਖੋ, ਜਿਹੜੀ ਇਹ ਰਿਹਾਈ ਦੇ ਉੱਤੇ ਕਾਫਲਾ ਜੁੜਨ ਵਾਲੀ ਗੱਲ ਆ, ਕਾਫਲੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਤੱਕ ਪਹੁੰਚਣ ਵਾਲੀ ਗੱਲ ਆ, ਇਸ ਨੂੰ ਜਿਸ ਢੰਗ ਨਾਲ ਅਜਮੇਰ ਸਿੰਘ ਨੇ ਮਿਸ ਇੰਟਰਪ੍ਰੈਟ ਕੀਤਾ, ਇਹੀ ਗੱਲ ਇਹਨਾਂ ਦੀ ਅਸਲ ਸੋਚ ਤੋਂ ਤੇ ਇਹਨਾਂ ਦੀ ਸੋਚਣੀ ਦੇ ਪੱਧਰ ਤੋਂ ਪਰਦਾ ਚੱਕਦੀ ਆ। ਹਰਮਿੰਦਰ ਸਿੰਘ ਸੰਧੂ ਕੋਈ ਲੁਕ ਛਿਪ ਕੇ ਵਿਚਰਿਆ ਹੋਇਆ ਆਗੂ ਨਹੀਂ ਸੀ। ਅਜਮੇਰ ਸਿੰਘ ਖੁਦ ਮੰਨਦਾ ਕਿ ਉਹ ਲੋਕਾਂ ਦੇ ਵਿੱਚ ਉਹਦੀ ਇੱਕ ਵੱਡੀ ਥਾਂ ਬਣ ਚੁੱਕੀ ਸੀ। ਉਹ ਖੁਦ ਮੰਨ ਰਿਹਾ ਕਿ ਉਹ ਗਦਾਰ ਨਹੀਂ ਸੀ। ਉਹ ਖੁਦ ਮੰਨ ਰਿਹਾ ਉਹ ਏਜੰਸੀਆਂ ਦਾ ਬੰਦਾ ਨਹੀਂ ਸੀ। ਤਾਂ ਉਸ ਦੇ ਬਾਵਜੂਦ ਉਹਦਾ ਇਸ ਗੱਲ ਉੱਤੇ ਇਤਰਾਜ਼ ਕਰਨਾ, ਇਸ ਨੂੰ ਮਿਸ ਇੰਟਰਪ੍ਰੈਟ ਕਰਨਾ, ਇਹ ਸ਼ੋਅ ਕਰਦਾ ਆ ਕਿ ਇਹ ਉਸ ਦੀ ਪ੍ਰਸਿੱਧੀ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਇਹ ਬਹੁਤ ਛੋਟੇ ਮਨੁੱਖ ਸਨ। ਹਰਮਿੰਦਰ ਸਿੰਘ ਸੰਧੂ ਨੂੰ ਕੋਈ ਪ੍ਰਸਿੱਧੀ ਦਾ ਲਾਲਚ ਨਹੀਂ ਸੀ। ਜਿਹੜੇ ਲੋਕ ਕਾਫਲਿਆਂ ਦੇ ਵਿੱਚ ਜੁਟੇ ਉਹ ਕੋਈ ਕਾਂਗਰਸ ਤੇ ਅਕਾਲੀਆਂ ਦੀਆਂ ਰੈਲੀਆਂ ਵਾਂਗ ਦਿਹਾੜੀ ਤੇ ਲਿਆਂਦੇ ਹੋਏ ਮਜ਼ਦੂਰ ਨਹੀਂ ਸਨ। ਜਿਸ ਦਿਨ ਤੋਂ ਪੰਜਾਬ ਦੇ ਵਿੱਚ ਜੋਧਪੁਰ ਤੋਂ ਸ਼ਿਫਟ ਕੀਤਾ ਗਿਆ ਸੀ ਸੰਧੂ ਨੂੰ, ਅੱਖਾਂ ਵਿਛਾਈ ਬੈਠੇ ਸਨ ਲੋਕ ਜਿਨ੍ਹਾਂ ਨੂੰ ਸੰਧੂ ਦੀ ਸ਼ਖਸੀਅਤ ਬਾਰੇ ਜਾਣਕਾਰੀ ਸੀ, ਜਿਹੜੇ ਕਿਤੇ ਉਹਦੇ ਨਾਲ 10, 15, 20 ਮਿੰਟ, ਅੱਧਾ ਘੰਟਾ ਵੀ ਬੈਠੇ ਸਨ। ਉਹਨਾਂ ਨੂੰ ਇਹ ਉਮੀਦ ਸੀ ਤੇ ਉਹ ਅੱਖਾਂ ਵਿਛਾ ਕੇ ਬੈਠੇ ਸਨ ਕਿ ਸੰਧੂ ਸਾਹਿਬ ਆ ਗਏ, ਸੰਧੂ ਸਾਹਿਬ ਆ ਗਏ, ਹੁਣ ਕਦੋਂ ਜੇਲ੍ਹ ਚੋਂ ਬਾਹਰ ਆਉਂਦੇ ਆ, ਕਦੋਂ ਪਹੁੰਚਣਗੇ ਸਾਡੇ ਦਰਮਿਆਨ। ਔਰ ਜਿਹੜਾ ਉੱਥੇ ਇਕੱਠ ਹੋਇਆ, ਪ੍ਰੋਫੈਸਰ ਮਹਿੰਦਰਪਾਲ ਸਿੰਘ ਅੱਜ ਕੱਲ੍ਹ ਮਾਨ ਅਕਾਲੀ ਦਲ 'ਚ ਨੇ, ਉਹਨਾਂ ਨੂੰ ਪੁੱਛੋ ਕਿਵੇਂ ਇਕੱਠ ਹੋਇਆ। ਆਪ ਮੁਹਾਰੇ ਨੌਜਵਾਨ ਉੱਥੇ ਪਹੁੰਚੇ ਨੇ ਇਕੱਠੇ ਹੋ ਕੇ, ਆਪ ਮੁਹਾਰੇ, ਕਿਸੇ ਨੇ ਕਿਸੇ ਨੂੰ ਕਿਹਾ ਨਹੀਂ। ਆਪਸ ਜਿਹੜੇ 2-4 ਜਣੇ ਨੇ ਗੱਲ ਕੀਤੀ, ਅੱਗੇ ਤੋਂ ਅੱਗੇ ਗੱਲ ਫੈਲੀ, ਸੰਧੂ ਸਾਹਿਬ ਰਿਹਾ ਹੋ ਰਹੇ, ਉਹਨਾਂ ਦੀ ਜ਼ਮਾਨਤ ਹੋ ਗਈ ਆ। ਆਪਣੇ ਆਪ ਅੱਗ ਵਾਂਗ ਸਾਰੇ ਪੰਜਾਬ ਦੇ ਵਿੱਚ ਖਬਰੇ ਫੈਲੀ ਔਰ ਇੱਕ ਦੂਸਰੇ ਨੂੰ ਰੂਟ ਪੁੱਛ ਕੇ ਵੀ ਕਿੱਧਰ ਦੀ ਆਉਣਾ, ਕਿੱਧਰੋਂ ਕਿੱਧਰ ਆ ਰਹੇ ਹੋ। ਲੋਕਾਂ ਨੇ ਅੱਗੇ ਸਵਾਗਤ ਦੇ ਵਿੱਚ ਉਹਨਾਂ ਨੂੰ ਖੜੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉੱਥੋਂ ਨਾਲ ਕਾਫਲੇ ਦੇ ਵਿੱਚ ਰਲਦੇ ਰਹੇ। ਜਲੰਧਰ ਮੈਂ ਪਹੁੰਚਿਆ ਅੰਮ੍ਰਿਤਸਰ ਤੋਂ, ਮੈਂ ਜਲੰਧਰ ਜਾ ਕੇ ਉਸ ਕਾਫਲੇ 'ਚ ਰਲਿਆ ਔਰ ਜਿੰਨੀ ਭੀੜ ਸੀ, ਜਿਵੇਂ ਲੋਕ ਗੁਰਦੁਆਰੇ ਦੇ ਬਾਹਰ ਇਕੱਠੇ ਹੋਏ, ਗੁਰਦੁਆਰੇ 'ਚ ਗਏ ਪਹਿਲਾਂ ਉੱਥੇ ਉਹਨਾਂ ਨੂੰ ਲੈ ਕੇ, ਜਿੰਨੀ ਭੀੜ ਸੀ, ਜਿੰਨਾ ਉੱਥੇ ਇਕੱਠ ਹੋਇਆ ਲੋਕਾਂ ਦਾ, ਮੈਨੂੰ ਉਹਨਾਂ ਦੇ ਕੋਲ ਪਹੁੰਚਣਾ ਔਖਾ ਹੋ ਗਿਆ। ਮੈਂ ਬੜੀ ਦੇਰ ਬਾਅਦ ਉਹਨਾਂ ਤੱਕ ਪਹੁੰਚ ਸਕਿਆ। ਉਸ ਤੋਂ ਬਾਅਦ ਉਹ ਕਾਫਲਾ ਜਿਹੜਾ ਸੀ ਜਲੰਧਰ ਪਹੁੰਚਿਆ। ਸੋ ਇਹ ਤਕਲੀਫ ਇਹਨਾਂ ਨੂੰ ਇਹੀ ਹੈ। ਸੰਧੂ ਸਾਹਿਬ ਬਿਲਕੁਲ ਵੀ ਉਹਨਾਂ ਦੀ ਕੋਈ ਮਹੱਤਵਾਕਾਂਖਿਆ ਨਹੀਂ ਸੀ। ਉਹ ਸੰਤ ਜਰਨੈਲ ਸਿੰਘ ਨਾਲੋਂ ਵੱਡੇ ਸਿੱਖਾਂ ਦੀ ਮੁਕਤੀ ਦਾ ਜਿਹੜਾ ਕਾਰਜ ਆ ਉਸ ਨੂੰ ਕਿਸੇ ਮੁਕਾਮ ਤੇ ਪਹੁੰਚਾਉਣਾ ਚਾਹੁੰਦੇ ਸੀ ਤੇ
ਉਹਨਾਂ ਦਾ ਲੋਕਾਂ ਦੇ ਵਿੱਚ ਇੱਕ ਨਾਂ ਸੀ, ਇੱਕ ਆਧਾਰ ਸੀ। ਉਹ ਉਸ ਲੋਕ ਆਧਾਰ ਦਾ ਸਦਕਾ ਉਹਨਾਂ ਦੇ ਸੁਭਾਅ ਦੇ ਵਿੱਚ ਜਿਹੜੀ ਕਸ਼ਿਸ਼ ਸੀ, ਜਿਹੜੀ ਉਹਦੀ ਮਕਨਾਤੀਸੀ ਸ਼ਖਸੀਅਤ ਸੀ ਕਿ ਜਿਹੜਾ ਬੰਦਾ ਉਹਦੇ ਨਾਲ 10 ਮਿੰਟ ਬੈਠ ਜਾਂਦਾ ਸੀ ਉਹ ਉਸ ਦਾ ਹੀ ਹੋ ਜਾਂਦਾ ਸੀ। ਔਰ ਉਹ ਐਡਾ ਸਾਫ਼ ਗੁਣ ਮਨੁੱਖ ਸੀਗਾ, ਉਹ ਅੰਦਰ ਜਿਹੜੀ ਗੱਲ ਉਹਦੇ ਮਨ 'ਚ ਸੀ ਉਹ ਉਹਦੇ ਮੂੰਹ ਤੇ ਹੁੰਦੀ ਸੀ। ਸਪਸ਼ਟ ਗੱਲ ਕਰਨ ਵਾਲਾ ਮਨੁੱਖ ਸੀ। ਔਰ ਇਸੇ ਗੱਲ ਦਾ ਹੀ ਇਹਨਾਂ ਨੂੰ ਸਾੜਾ ਸੀ ਕਿ ਇਹਨਾਂ ਦੀ ਮਹੱਤਵਾਕਾਂਖਿਆਵਾਂ ਸਨ ਚੌਧਰ ਦੀਆਂ। ਇਸ ਗੱਲ ਤੋਂ ਮੱਚੇ ਤਾਂ ਇਸ ਗੱਲ ਨੂੰ ਮਿਸ ਇੰਟਰਪ੍ਰੈਟ ਕਰ ਰਹੇ ਆ। ਇਹ ਕਾਫਲਾ ਕਿਉਂ ਜੁੜ ਗਿਆ? ਜੇ ਇਹਨਾਂ ਦੇ ਕਿਤੇ ਕਾਫਲੇ ਜੁੜ ਜਾਣ ਫਿਰ ਦੇਖੋ ਇਹ ਕਿਵੇਂ ਉਹਨੂੰ ਇੰਟਰਪ੍ਰੈਟ ਕਰਨਗੇ, ਫਿਰ ਨਹੀਂ ਇਹਨਾਂ ਨੂੰ ਇਹ ਜਿਹਾ ਇਤਰਾਜ਼ ਹੋਏਗਾ। ਸੋ ਇਸੇ ਤਰ੍ਹਾਂ ਦੇ ਸਵਾਲ ਲੋਕ ਇਹਨਾਂ ਤੇ ਉਠਾ ਰਹੇ, ਅਸੀਂ ਤਾਂ ਨਹੀਂ ਉਠਾ ਰਹੇ। ਉਹ ਠੀਕ ਆ ਕਿ ਇੱਕਾ ਦੁੱਕਾ ਸਾਡੇ ਕਿਸੇ ਦੋਸਤ ਨੇ ਵੀ ਕਿਤੇ ਉਠਾਤਾ ਹੋਏਗਾ, ਅਸੀਂ ਫਿਰ ਵੀ ਨਹੀਂ ਚਾਹੁੰਦੇ। ਅਸੀਂ ਤਾਂ ਫਿਰ ਵੀ ਉਹਨਾਂ ਨੂੰ ਸਲਾਹ ਦੇਵਾਂਗੇ ਕਿ ਉਹ ਇਸ ਤਰ੍ਹਾਂ ਦੇ ਇਹਨਾਂ ਦੇ ਉੱਤੇ ਸਵਾਲ ਖੜੇ ਨਾ ਕਰਨ। ਕੋਈ ਲੋੜ ਨਹੀਂ ਕਿ ਸਾਨੂੰ, ਸਾਡੇ ਕੋਲ ਸੱਚ ਹੈ, ਅਸੀਂ ਸੱਚ ਦੇ ਬਲਬੂਤੇ ਗੱਲ ਕਰ ਰਹੇ ਹਾਂ। ਅਸੀਂ ਸ਼ਬਦਾਂ ਦੇ ਹੇਰ ਫੇਰ 'ਚ ਗੱਲ ਨਹੀਂ ਕਰ ਰਹੇ। ਅਸੀਂ ਬਿਨਾਂ ਕਿਸੇ ਜਾਣਕਾਰੀ ਤੇ ਤੱਥਾਂ ਤੋਂ ਬਿਨਾਂ ਗੱਲ ਨਹੀਂ ਕਰ ਰਹੇ। ਅਸੀਂ ਜਾਣਕਾਰੀ ਮੁਕੰਮਲ ਹੈ ਜਿਹੜੀ ਸਾਡੇ ਕੋਲ, ਓਨੀ ਹੀ ਗੱਲ ਕਰ ਰਹੇ ਹਾਂ ਔਰ ਉਹਦੇ ਤੇ ਆਧਾਰਿਤ ਗੱਲ ਕਰ ਰਹੇ ਹਾਂ। ਜਿਹੜੇ ਤੇ ਸੰਧੂ ਤੇ ਇਲਜ਼ਾਮ ਲਾਏ ਸੀ ਜਾਂ ਜਿਹੜੀ ਉਹਦੀ ਕਾਬਲੀਅਤ ਸੀ ਉਹਨੂੰ ਹੁਣ ਮਨਫੀ ਕਰਨਾ, ਉਹਨੂੰ ਅਲੋਪ ਕਰਨਾ, ਉਹਦੇ ਤੇ ਪਰਦਾਪੋਸ਼ੀ ਕਰਨੀ ਸੰਭਵ ਨਹੀਂ ਰਹੇਗੀ। ਨਾ ਕੋਈ ਦੋਸ਼ ਸਾਬਤ ਕਰ ਸਕੇ ਆ। ਇਹ ਕਹਿੰਦੇ ਅੱਜ ਗੱਲ ਕਿਉਂ ਛੇੜੀ ਆ? ਕੀ ਉਦੋਂ ਨਹੀਂ ਛੇੜੀ ਗੱਲ? ਉਸ ਸਮੇਂ ਦੇ ਮੋਹਤਬਰ ਨੇੜਲੇ ਸਾਥੀ ਜਿਹੜੇ ਸਨ, ਮਹਿਤਾ ਸਾਹਿਬ ਸੀ, ਚਾਹੇ ਚਾਵਲਾ ਸੀ, ਚਾਹੇ ਕੋਈ ਵੀ ਹੋਰ ਸੀ, ਉਹ ਇਹਨਾਂ ਨੂੰ ਕਹਿੰਦੇ ਨਹੀਂ ਰਹੇ ਕਿ ਆਓ ਬੈਠੋ ਗੱਲ ਕਰੋ, ਸਾਨੂੰ ਦੱਸੋ ਕਿਉਂ ਮਾਰਿਆ। ਇਹ ਭੱਜੇ ਹੀ ਰਹੇ। ਇਹ ਕਿੰਨੀ ਕੁ ਦੇਰ ਭਗੌੜੇ ਰਹਿਣਗੇ? ਔਰ ਇਸ ਗੱਲ ਕਿੱਡੀ ਗਲਤ ਹੈ ਕਿ ਜਿਹੜੇ ਲੋਕ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਹੋਣ ਉਹ ਲੋਕਾਂ ਦੇ ਅੱਗੇ ਜਵਾਬਦੇਹੀ ਤੋਂ ਹੀ ਭੱਜਣ। ਉਹ ਕਹਿਣ ਵੀ ਫਲਾਣਾ ਸਿੰਘ ਕਿਉਂ ਜਵਾਬ ਦੇਊਗਾ ਜੀ, ਕਿਉਂ ਹੋਰ ਕੌਣ ਜਵਾਬ ਦੇਊਗਾ ਜੀ? ਕੌਣ ਦੇਊਗਾ ਜਵਾਬ? ਜੇ ਬੰਦਾ ਤੁਸੀਂ ਮਾਰਿਆ ਤਾਂ ਜਵਾਬ ਤੁਸੀਂ ਨਹੀਂ ਦੇਣਾ, ਤੁਹਾਡੇ ਮੋਹਤਬਰ ਬੰਦੇ ਨੇ ਦੇਣਾ। ਬਲਕਿ ਇਹ ਅਜਮੇਰ ਸਿੰਘ ਜਿਵੇਂ ਕਹਿ ਰਿਹਾ ਨਾ ਕਿ ਭਗਵਾਨ ਸਿੰਘ ਦੀ ਗੱਲ ਨੂੰ ਮਿਸ ਇੰਟਰਪ੍ਰੈਟ ਕਰ ਰਿਹਾ, ਡਿਸਟੋਰਟ ਕਰ ਰਿਹਾ, ਤਰੋੜ ਮਰੋੜ ਕੇ ਪੇਸ਼ ਕਰ ਰਿਹਾ। ਭਗਵਾਨ ਸਿੰਘ ਨੇ ਉਸ ਤਰ੍ਹਾਂ ਗੱਲ ਕਹੀ ਨਹੀਂ ਹੋਈ, ਵੀਡੀਓ ਤੁਸੀਂ ਸੁਣ ਲਿਓ। ਉਸ ਨੂੰ ਮਿਸ ਇੰਟਰਪ੍ਰੈਟ ਕਰਕੇ ਕਹਿ ਰਿਹਾ ਕਿ ਇਹ ਗੱਲ ਤਾਂ ਭਗਵਾਨ ਸਿੰਘ ਨੂੰ ਸੋਚਣੀ ਚਾਹੀਦੀ, ਇਹ ਗੱਲ ਤਾਂ ਸਗੋਂ ਸੰਧੂ ਦੇ ਉਲਟ ਜਾਂਦੀ ਆ। ਹੁਣ ਅਜਮੇਰ ਸਿੰਘ ਇਹ ਸੋਚੇ ਵੀ ਇਹ ਜਿਹੜੀਆਂ ਗੱਲਾਂ ਜਿਸ ਢੰਗ ਨਾਲ ਕਰ ਰਿਹਾ, ਇਹ ਦਲਜੀਤ ਸਿੰਘ ਬਿੱਟੂ ਹੋਰਾਂ ਦੀ, ਉਹਨਾਂ ਨੇ ਚਲੋ ਜੇਲ੍ਹਾਂ ਭੋਗੀਆਂ ਨੇ, ਕਸ਼ਟ ਢਾਏ ਆ, ਅੰਡਰਗਰਾਊਂਡ ਰਹੇ ਆ, ਇਹ ਉਹਨਾਂ ਦੀ ਕੋਈ ਮਦਦ ਕਰ ਰਿਹਾ, ਜਲੂਸ ਕੱਢ ਰਿਹਾ ਸਗੋਂ ਉਹਨਾਂ ਦਾ ਇਹ ਗੱਲਾਂ ਕਰਕੇ। ਕਿਉਂ ਨਹੀਂ ਲੋਕ ਫਿਰ ਸਵਾਲ ਕਰਨਗੇ ਕਿ ਇੰਨੇ ਪੁੱਤ ਮਰ ਗਏ? ਇਹ ਜਿਹੜੀਆਂ ਆਪ ਉਦਾਹਰਨਾਂ ਦਿੰਦੇ ਆ ਇਹ ਭਾਈ ਦਲਜੀਤ ਸਿੰਘ ਤੇ ਕਿਉਂ ਨਹੀਂ ਲਾਗੂ ਕਰਨਗੇ ਲੋਕ? ਉਹ ਕਿਉਂ ਨਹੀਂ ਕਿਸੇ ਹੋਰ ਖਾੜਕੂ 5 ਵਾਰ ਜਾਂ ਕੋਈ ਵੀ ਹੋਵੇ, ABCD ਕਿਸੇ ਦੀ ਵੀ ਮੈਂ ਗੱਲ ਕਰਦਾ, ਜਿਹੜਾ ਵੀ ਕੋਈ ਮੋਹਤਬਰ ਜਿਹਨੂੰ ਵੀ ਬਹੁਤ ਵੱਡੇ ਆਗੂ ਸਮਝਦੇ ਨੇ ਇਹ ਲਹਿਰ ਦੇ, ਉਹਨਾਂ ਦੇ ਉੱਤੇ ਕਿਉਂ ਲੋਕ ਸਵਾਲ ਨਹੀਂ ਕਰਨਗੇ? ਮੈਂ ਨਹੀਂ ਕਹਿੰਦਾ ਵੀ ਉੱਠਣ, ਪਰ ਪਿਰਤ ਕਿਹਨੇ ਸ਼ੁਰੂ ਕੀਤੀ ਹੈ ਇਹ ਔਰ ਅਜੇ ਤੱਕ ਕਰ ਰਹੇ। ਮਾੜੀ ਮੋਟੀ ਇਸ ਉਮਰ 'ਚ ਬੰਦੇ ਨੇ ਸਾਰੀ ਉਮਰ ਕਹਿੰਦੇ ਮੈਂ ਬੜਾ ਹੋ ਰਿਹਾ, ਬੜਾ ਆਈਡੀਓਲੌਗ ਤੇ ਬੜਾ ਸਿਆਣਾ ਆ। ਹੁਣ ਉਹਨਾਂ ਨੇ ਕਹਿ ਦੇਣਾ ਵੀ ਮੈਂ ਤਾਂ ਕਿਤੇ ਕਿਹਾ ਨਹੀਂ ਮੈਂ ਸਿਆਣਾ। ਬਾਕੀ ਸਾਰਾ ਕੁਝ ਜਿਵੇਂ ਬਿਆਨ ਕੀਤਾ ਜਾ ਰਿਹਾ, ਉਹ ਕੀ ਸਾਬਤ ਕਰਨ ਲਈ ਹੋਰ ਕੀਤਾ ਜਾ ਰਿਹਾ ਕਿ ਮੈਂ ਸਿਆਣਾ ਆ, ਮੈਂ ਸਹੀ ਰਾਏ ਰੱਖਦਾ, ਮੇਰੀ ਹੀ ਰਾਏ ਅੰਤਮ ਹੈ, ਚਾਹੇ ਉਹਦੇ 'ਚ ਤੱਥ ਹੈ ਚਾਹੇ ਨਹੀਂ ਹੈ। ਉਹਨੂੰ ਕੋਈ ਪਤਾ ਨਹੀਂਗਾ ਅਕਾਲ ਤਖ਼ਤ ਤੋਂ ਕੌਣ ਕੌਣ ਭੱਜਿਆ। ਜੇ ਪਤਾ ਲੱਗ ਗਿਆ ਤੇ ਉਹਨੂੰ ਜਸਟੀਫਾਈ ਕਰ ਰਹੇ ਆ। ਇੱਕੋ ਇੱਕ ਇਤਰਾਜ਼ ਆ ਕਿ ਇਹ ਕਿਉਂ ਜਿਉਂਦੇ ਬਚ ਗਏ ਉੱਥੋਂ। ਤੁਸੀਂ ਮਤਲਬ ਜ਼ਹਿਨੀਅਤ ਦੇਖੋ ਕਿ ਇਹ ਬੰਦੇ ਸੰਤ ਜਰਨੈਲ ਸਿੰਘ ਦੇ ਸਾਰੇ ਸਾਥੀਆਂ ਨੂੰ ਮਰਿਆ ਹੋਇਆ ਹੀ ਲੋਚਦੇ ਸੀ। ਅਜਮੇਰ ਸਿੰਘ ਵਰਗੇ, ਦੂਸਰਿਆਂ ਦੀ ਮੈਂ ਗੱਲ ਨਹੀਂ ਕਰਦਾ, ਉਹ ਤਾਂ ਬਾਅਦ 'ਚ ਗਲਤਫਹਿਮੀ ਦਾ ਸ਼ਿਕਾਰ ਹੋਇਆ। ਇਹਨਾਂ ਲੋਕਾਂ ਨੇ ਉਹਨਾਂ ਦੇ ਜ਼ਹਿਰ ਭਰਿਆ ਵਾ, ਉਹਨਾਂ ਨੂੰ ਉਤਸ਼ਾਹਿਤ ਕੀਤਾ ਵਾ, ਉਹਨਾਂ ਨੂੰ ਰੋਕਣ ਦੀ ਬਜਾਏ ਮਿਸਗਾਈਡ ਕੀਤਾ। ਪਰ ਉੱਥੋਂ ਕਿਹੜੇ ਨਿਕਲੇ ਇਹਨੂੰ ਇਹ ਕੋਈ ਜਾਣਕਾਰੀ ਨਹੀਂ। ਫਿਰ ਇਹੋ ਜਿਹੀਆਂ ਗੱਲਾਂ ਵੀ ਇਹਨੇ ਕੀਤੀਆਂ। ਭਗਵਾਨ ਸਿੰਘ ਨੂੰ ਮੈਂ ਫੋਨ ਕੀਤਾ, ਭਗਵਾਨ ਸਿੰਘ ਨੂੰ ਮੈਂ ਕਿਹਾ ਵੀ ਤੁਹਾਡੀ ਇੰਟਰਵਿਊ ਸੁਣੀ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਰੀਆਂ ਸੁਣੀਆਂ ਨੇ। ਉਹ ਕਹਿੰਦੇ ਮੇਰੀ ਉਹਨਾਂ ਨਾਲ ਗੱਲ ਹੋਈ ਫੋਨ ਤੇ ਵੀ, ਤੇ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਤਾਂ ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ ਕਿ 24 ਘੰਟਿਆਂ ਦੇ ਵਿੱਚ ਕਾਤਲ ਜਿਹੜੇ ਸੀ ਉਹ ਖਤਮ ਕਰ ਦਿੱਤੇ ਗਏ, ਤੇ ਜੇ ਮਾਨਾ ਵਾਲੇ ਕਾਂਡ 'ਚ ਸੰਧੂ ਦਾ ਹੱਥ ਸੀ ਤੇ ਪੌਣੇ 2 ਸਾਲ ਸੰਤ ਜਰਨੈਲ ਸਿੰਘ ਨੇ ਉਹਨੂੰ ਨਾਲ ਰੱਖਿਆ ਅਖੀਰ ਤੱਕ। ਔਰ ਮੈਂ ਤੁਹਾਨੂੰ ਹੋਰ ਤੱਤ ਬਿਆਨ ਕਰ ਦਿੰਦਾ, 3 ਤਰੀਕ ਨੂੰ 3 ਜੂਨ ਨੂੰ ਸ਼ਾਮ ਨੂੰ 6:30-7 ਵਜੇ ਸੰਧੂ ਸਾਹਿਬ, ਕਿਉਂਕਿ ਜਦੋਂ ਸੋਢੀ ਦਾ ਕਤਲ ਹੋ ਗਿਆ ਸੰਤਾਂ ਨੇ ਹਦਾਇਤ ਕਰਤੀ ਸੀ ਵੀ ਇਕੱਲਿਆਂ ਨਹੀਂ ਵਿਚਰਨਾ, ਔਰ ਮੈਂ ਜਿੰਨੀ ਦੇਰ ਉੱਥੇ ਆਉਂਦਾ ਸੀਗਾ ਮੈਂ ਸੰਧੂ ਸਾਹਿਬ ਦੇ ਨਾਲ ਰਹਿੰਦਾ ਸੀ। ਤੇ
3 ਤਰੀਕ ਨੂੰ ਸ਼ਾਮ ਨੂੰ 6:30-7 ਵਜੇ ਅਸੀਂ ਸੰਧੂ ਸਾਹਿਬ ਆਖਰੀ ਇੰਟਰਵਿਊ ਕਰਾ ਕੇ ਆਏ ਆ। ਔਰ ਇਹ ਲੋਕ ਐਡੇ ਛਾਤਰ ਨੇ ਕਿ ਉਹਨੂੰ ਦਭਾਸ਼ੀਆ ਕਹਿ ਕੇ ਛਡਾਉਂਦੇ ਆ। ਜਿਵੇਂ ਕੋਈ ਦਭਾਸ਼ੀਆ ਤਾਂ ਉਹਦੀ ਸ਼ਖਸੀਅਤ ਦਾ ਇੱਕ ਗੁਣ ਸੀ, ਉਹ ਤੇ ਗੁਣਾਂ ਦੀ ਖਾਨ ਸੀ, ਖਾਨ। ਅਜਮੇਰ ਸਿੰਘ ਵਰਗੇ ਤਾਂ ਉਹਦੇ ਹਜ਼ਾਰਵੇਂ ਹਿੱਸੇ 'ਚ ਨਹੀਂ, ਪਰ ਉਹਨਾਂ ਨੇ ਤਾਂ ਇਹਨਾਂ ਸਾਰਿਆਂ ਨੂੰ, ਇਹ ਜਿੰਨੇ ਉਹਨਾਂ ਨੂੰ ਮਾਰਨ ਵਾਲੇ ਆ ਨਾ, ਉਸ ਨੇ ਇਹਨਾਂ ਨੂੰ ਆਪਣੇ ਖੰਭਾਂ ਹੇਠ ਪਹੁੰਚਾਉਣਾ ਸੀ। ਉਹ ਤਾਂ ਤਰਸਦਾ ਸੀ ਇਸ ਗੱਲ ਨੂੰ ਕਿ ਇਹ ਨੁਕਸਾਨ ਨਾ ਹੋਏ, ਸਾਡੇ ਲੋਕ ਨਾ ਮਾਰੇ ਜਾਣ, ਕੋਈ ਨਵਾਂ ਤਰੀਕਾ ਅਖਤਿਆਰ ਕਰੀਏ ਤੇ ਕਿਸੇ ਢੰਗ ਨਾਲ ਸਰਕਾਰ ਨੂੰ ਹੋਰ ਢੰਗ ਤਰੀਕੇ ਨਾਲ ਉਲਝਾਈਏ ਤੇ ਇਸ ਕਤਲੋਗਾਰਤ ਨੂੰ ਨੱਥ ਪਵੇ। ਇਹ ਸਾਡੇ ਕੀਮਤੀ ਨੌਜਵਾਨ ਇੰਨੇ ਜਜ਼ਬੇ ਵਾਲੇ ਜਿਹੜੇ ਆ ਬਚਣ। ਇਹਨਾਂ ਲੋਕਾਂ ਨੇ ਇਹਨਾਂ ਨੂੰ ਮਿਸਗਾਈਡ ਕਰਕੇ ਔਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਕਿ ਸਾਡੇ ਕੋਲੇ ਫਲਾਣੀ ਚਿੱਠੀ ਆ, ਫਲਾਣੀ ਚਿੱਠੀ ਆ, ਉਹ ਜਿੱਦਣ ਲੈ ਕੇ ਆਉਣਗੇ ਉਹਨਾਂ ਦੇ ਜਵਾਬ ਜਿਹੜੇ ਆ ਅਸੀਂ ਦਿਆਂਗੇ, ਮੂੰਹ ਬੰਦ ਹੋ ਜਾਣਗੇ ਇਹਨਾਂ ਦੇ। ਅਸੀਂ ਸੱਦਾ ਦਿੰਦੇ ਹਾਂ ਸਰਦਾਰ ਅਜਮੇਰ ਸਿੰਘ ਨੂੰ ਕਿ ਜਿਹੜੀਆਂ ਚਿੱਠੀਆਂ ਦੇ ਜ਼ਿਕਰ ਕਰ ਰਹੇ ਹੋ ਲਿਆਓ, ਨਸ਼ਰ ਕਰੋ ਪਬਲਿਕਲੀ, ਤੇ ਤੁਹਾਨੂੰ ਉਹਨਾਂ ਦੇ ਜਵਾਬ ਮਿਲਣਗੇ ਨਾ, ਮੂੰਹ ਦਿਖਾਉਣ ਜੋਗੀ ਜਗ੍ਹਾ ਨਹੀਂ ਛੱਡਣੀ ਤੁਹਾਡੀ। ਸੋ ਇਸ ਤਰੀਕੇ ਨਾ ਉਲਝਣ ਇਸ ਗੱਲ ਦੇ ਵਿੱਚ, ਇਹ ਇਹਨਾਂ ਲਈ ਬਿਹਤਰੀ ਆ। ਕਿੰਨੇ ਬੰਦੇ ਦਾਅਵੇ ਕਰ ਚੁੱਕੇ ਆ ਕਿ ਉਹ ਸਾਰੇ ਝੂਠ ਬੋਲਦੇ ਆ। ਉਹਦਾ ਭਾਈ ਦਲਜੀਤ ਸਿੰਘ ਨੂੰ ਬੜੀਆਂ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਗਏ ਜਦੋਂ ਉਹਨਾਂ ਨੇ ਇਹ ਗੱਲ ਕਹੀ। ਕਿ ਸੰਧੂ ਦਾ ਕਤਲ ਲਹਿਰ ਦੀ ਸਭ ਤੋਂ ਵੱਡੀ ਗਲਤੀ ਸੀ। ਕਿੰਨੇ ਬੰਦਿਆਂ ਨੇ ਦਾਅਵੇ ਕੀਤੇ, ਸਾਰੇ ਝੂਠ ਬੋਲੀ ਜਾਂਦੇ ਆ। ਜੇ ਝੂਠ ਬੋਲ ਰਹੇ ਤਾਂ ਭਾਈ ਦਲਜੀਤ ਸਿੰਘ ਵਰੀ ਕਹਿ ਦੇਣ ਕੋਈ ਝੂਠ ਬੋਲ ਰਹੇ ਆ, ਤੇ ਫਿਰ ਜੇ ਉਹ ਇਹ ਗੱਲ ਕਹਿਣਗੇ ਤੇ ਉਹਨਾਂ ਨੂੰ ਫਿਰ ਸਪਸ਼ਟੀਕਰਨ ਵੀ ਦੇਣਾ ਪਊਗਾ ਕਿ ਮਾਰਿਆ ਕਿਉਂ ਆ। ਜੇ ਉਹ ਇਹੋ ਜਿਹੇ ਅਜਮੇਰ ਸਿੰਘ ਵਰਗੇ ਬੰਦੇ ਉਹਨਾਂ ਨੂੰ ਰੋਕਣਗੇ ਵੀ ਇਹ ਗੱਲ ਨਹੀਂ ਕਹਿਣੀ, ਤਾਂ ਫਿਰ ਉਹਨਾਂ ਨੂੰ ਫਿਰ ਦੁਬਾਰਾ ਉੱਥੇ ਹੀ ਆਉਣਾ ਪਏਗਾ। ਫਿਰ ਉਹ ਇੰਨੀ ਗੱਲ ਕਹਿ ਕੇ ਬਰੀ ਨਹੀਂ ਹੋ ਸਕਣਗੇ ਕਿ ਮੈਂ ਤਾਂ ਕਿਤੇ ਨਹੀਂ ਕਿਹਾ। ਫਿਰ ਉਹਨਾਂ ਨੂੰ ਫਿਰ ਸਾਬਤ ਕਰਨ ਵਾਲੀ ਗੱਲ ਤੇ ਆਉਣਾ ਪਏਗਾ, ਤੇ ਸਾਬਤ 30 ਸਾਲਾਂ 'ਚ ਨਹੀਂ ਹੋ ਸਕਿਆ ਤੇ ਅੱਗੋਂ ਵੀ ਕਦੇ ਨਹੀਂ ਹੋਣਾ, ਕਿਉਂਕਿ ਜਿਹੜੀ ਗੱਲ ਹੋਵੇ ਹੀ ਨਾ ਉਹ ਕਿਵੇਂ ਉਹ ਸਾਬਤ ਹੋ ਜਾਏਗੀ। ਸੋ ਇਸ ਕਰਕੇ ਇਹਨਾਂ ਨੇ ਸਾਡੇ ਵਿਚਾਰਾਂ ਨੂੰ ਜਿਵੇਂ ਵੀ ਪਰਸੀਵ ਕਰਨਾ ਕਰਨ। ਅਸੀਂ ਇਹ ਚਰਚਾ ਛਿੜ ਪਈ ਆ, ਇਹਨੂੰ ਲੌਜੀਕਲ ਐਂਡ ਤੇ ਲਿਜਾਣਾ ਚਾਹੁੰਦੇ ਹਾਂ। ਦੇਖੋ ਫਿਰ ਇਹ ਆਪਣੇ ਆਪ ਨੂੰ ਵੱਡੇ ਸਿੱਖੀ ਦੇ ਲੰਬਰਦਾਰ ਤੇ ਸਿੱਖੀ ਕਦਰਾਂ ਕੀਮਤਾਂ ਵਾਲਾ ਰਾਜ ਸਥਾਪਿਤ ਕਰਨ ਦੇ ਝੰਡਾ ਬਰਦਾਰ ਸਮਝੀ ਫਿਰਦੇ ਆ। ਕੀ ਸੰਧੂ ਸਾਹਿਬ ਨੂੰ ਮਾਰਨ ਦਾ ਜਿਹੜਾ ਢੰਗ ਅਪਣਾਇਆ ਗਿਆ ਉਹ ਸਿੱਖਾਂ ਵਾਲਾ ਸੀ? ਕਿਤੇ ਸਿੱਖ ਇਤਿਹਾਸ ਦੇ ਵਿੱਚ ਪੁਰਾਤਨ 'ਚ ਜਾਂ ਗੁਰੂ ਕਾਲ ਦੇ ਵਿੱਚ ਇਸ ਤਰੀਕੇ ਨਾਲ ਕਤਲ ਹੋਏ ਕੋਈ? ਕਿ ਤੁਸੀਂ ਭਰੋਸੇ ਵਿੱਚ ਲੈ ਕੇ ਇੱਕ ਮਨੁੱਖ ਨੂੰ, ਜਿਹਨੇ ਸਰਕਾਰ ਦੇ ਕਹਿਣ ਦੇ ਬਾਵਜੂਦ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਕਹਿਣ ਦੇ ਬਾਵਜੂਦ ਕੋਈ ਸਿਕਿਉਰਿਟੀ ਨਹੀਂ ਲਈ ਔਰ ਲਾਇਸੈਂਸੀ ਹਥਿਆਰ ਤੱਕ ਰੱਖਣ ਤੋਂ ਨਾ ਕਰਤੀ। ਔਰ ਸਾਨੂੰ ਗੁੱਸਾ ਆਉਂਦਾ ਸਗੋਂ ਸੰਧੂ ਸਾਹਿਬ ਦੇ ਉੱਤੇ ਕਿ ਇੰਨੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਬਾਰੇ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ, ਠੋਸ ਨੇ ਖਬਰਾਂ। ਉਹ ਕਹਿੰਦੇ ਜੇ ਮੈਨੂੰ ਗੋਲੀ ਮਾਰਨ ਨਾਲ ਇਹਨਾਂ ਦਾ ਖਾਲਿਸਤਾਨ ਬਣਦਾ ਤੇ ਕੱਲ੍ਹ ਦੀ ਥਾਂ ਹੁਣੇ ਵੱਜ ਜੇ। ਜੇ ਇਹਨਾਂ ਦਾ ਖਾਲਿਸਤਾਨ ਇਸ ਤਰ੍ਹਾਂ ਬਣਦਾ ਤਾਂ ਬਣ ਜੇ, ਮੈਨੂੰ ਕੋਈ ਪਰਵਾਹ ਨਹੀਂ ਗੀ ਜ਼ਿੰਦਗੀ ਦੀ। ਜਿਹੜੀ ਗੋਲੀ ਮੇਰੇ ਵਾਸਤੇ ਬਣੀ ਉਹ ਫਿਰ ਵੱਜ ਹੀ ਜਾਣੀ ਹੈ। ਸੋ ਮੈਂ ਭਾਵੇਂ ਉਹਨਾਂ ਨੂੰ ਨਿੱਜੀ ਤੌਰ 'ਤੇ ਇਹ ਉਹਨਾਂ ਦੀ ਨਾ ਅਹਿਲੀਅਤ ਸਮਝਦਾ ਜਾਂ ਇਹਨੂੰ ਓਵਰ ਕੌਨਫੀਡੈਂਸ ਕਹਿ ਲਓ, ਔਰ ਉਹਦੇ ਵਿੱਚ ਵੀ ਇਹਨਾਂ ਦੀ ਇੱਕ ਛਾਤਰ ਚਾਲ ਸੀ। ਜਿਹੜਾ ਸੰਧੂ ਸਾਹਿਬ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਸਾਥੀ ਐਵੇਂ ਬੇਬੁਨਿਆਦ ਖਬਰਾਂ ਇੱਧਰੋਂ ਉੱਧਰੋਂ ਸੁਣ ਕੇ ਮੈਨੂੰ ਦੱਸ ਰਹੇ ਆ। ਕਾਰਨ ਕੀ ਸੀ? ਹੁਣ ਇਹ ਅੱਜ ਜਿਵੇਂ ਕਹਿ ਰਹੇ ਆ, ਇਹ ਇਹਨਾਂ ਦਾ ਸਮਰਥਕ ਹੋਰ ਹੈ ਭਾਈ ਬਖਸ਼ੀਸ਼ ਸਿੰਘ। ਮੇਰੇ ਨਾਲ ਮੈਂ ਗੱਲ ਵੀ ਕੀਤੀ ਸੀ ਉਹਦੇ ਨਾਲ, ਉਹਦੀ ਕਲਿੱਪ ਸੁਣ ਕੇ। ਚਲੋ ਬੜੇ ਸਤਿਕਾਰ ਨਾਲ ਬੋਲਿਆ ਉਹ, ਗੱਲ ਉਹਨੂੰ ਵਿੱਚ ਕੱਟਣੀ ਪਈ, ਕਿਸੇ ਰੁਝੇਵੇਂ ਸੀ। ਮੈਂ ਦੁਬਾਰਾ ਗੱਲ ਨਹੀਂ ਕਰ ਸਕਿਆ ਉਹਦੇ ਨਾਲ। ਮੈਨੂੰ ਅਜਮੇਰ ਸਿੰਘ ਦੀ ਇੰਟਰਵਿਊ ਤੋਂ ਬਾਅਦ ਫਿਰ ਮੈਨੂੰ ਹੁਣ ਲੱਗਿਆ ਕਿ ਗੱਲ ਕਰਨ ਦੀ ਲੋੜ ਵੀ ਨਹੀਂ। ਉਹ ਵੀ ਇਹੀ ਗੱਲ ਕਹਿ ਰਿਹਾ ਸੀ ਕਿ ਬਹਿ ਕੇ ਗੱਲ ਕਿਉਂ ਨਹੀਂ ਕਰਦੇ, ਕਿਹਦੇ ਨਾਲ ਬਹਿ ਕੇ ਕਰੀਏ। ਭਾਈ ਦਲਜੀਤ ਸਿੰਘ ਹੋਰਾਂ ਨਾਲ ਕਹਿੰਦੇ ਕਰੋ ਜੀ, ਤੁਸੀਂ ਜਾਓ ਜੀ ਇਕੱਠੇ ਹੋ ਕੇ। ਬੰਦਾ ਸਾਡਾ ਮਾਰਿਆ ਆ, ਸਪਸ਼ਟੀਕਰਨ ਉਹਨਾਂ ਨੇ ਦੇਣਾ ਆ ਤੇ ਅਸੀਂ ਉਹਨਾਂ ਕੋਲੇ ਚੱਲ ਕੇ ਜਾਈਏ। ਬੰਦਾ ਸਾਡਾ ਮਾਰਿਆ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਨੇ ਤਾਂ ਅਪਣਾਇਆ ਹੀ ਨਹੀਂ ਉਹਨੂੰ। ਹੈ ਤਾਂ ਉਹ ਸਾਰਿਆਂ ਦਾ ਸੀ, ਉਹਨੇ ਤਾਂ ਸਾਰਿਆਂ ਨੂੰ ਛੋਟੇ ਭਰਾਵਾਂ ਵਾਂਗ ਰੱਖਣਾ ਸੀ। ਇਹ ਸਰਦਾਰ ਕਪੂਰ ਸਿੰਘ ਹੋਰਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ MP ਸਨ ਨਾ ਜਦੋਂ ਉਹ, ਤਾਂ ਸਰਦਾਰ ਕਪੂਰ ਸਿੰਘ ਨੇ ਉੱਥੇ ਸ਼ਿਵਾਜੀ ਮਰਾਠੇ ਦਾ ਬੁੱਤ ਲੱਗਣਾ ਸੀ ਤੇ ਉਹਨਾਂ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ। ਜਦੋਂ ਉਹਨਾਂ ਨੂੰ ਕਾਰਨ ਪੁੱਛਿਆ ਗਿਆ, ਉਹ ਕਹਿੰਦੇ ਇਹ ਕੋਈ ਬੰਦਾ ਸੀ,
ਇਹਨੇ ਕਹਿੰਦੇ ਅਫਜ਼ਲ ਖਾਨ ਨੂੰ ਕਹਿੰਦਾ ਗੱਲਬਾਤ ਲਈ ਸੱਦ ਕੇ ਤੇ ਕਹਿੰਦੇ ਜੱਫੀ ਪਾ ਕੇ ਪਿੱਛੋਂ ਬਦਨਖੀ ਨਾਲ ਮਾਰਤਾ, ਉਹਦਾ ਪਿੱਛੋਂ ਪਾੜ ਹੀ ਦਿੱਤਾ ਉਹਨੂੰ। ਇਹਦੇ ਇਹੋ ਜਿਹੇ ਕਿਰਦਾਰ ਵਾਲੇ ਲੋਕਾਂ ਦੇ ਬੁੱਤ ਲਾਉਣੇ ਆ ਪਾਰਲੀਮੈਂਟ ਦੇ ਵਿੱਚ। ਤੇ ਇਸ ਤਰੀਕੇ ਨਾਲ ਸੰਧੂ ਸਾਹਿਬ ਨੂੰ ਮਾਰਿਆ ਭਰੋਸੇ 'ਚ ਲੈ ਕੇ। 22 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਭਾਈ ਦਲਜੀਤ ਸਿੰਘ ਤੇ 2 ਸਿੰਘ ਇਹਨਾਂ ਦੇ ਨਾਲ ਹੋਰ ਸੰਧੂ ਸਾਹਿਬ ਨੂੰ ਮਿਲੇ ਆ, ਜਿਹਦੇ ਘਰੇ ਮਿਲਿਆ ਬਾਅਦ 'ਚ ਉਹਦੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਆ। ਉਹਨਾਂ ਦੀ ਵੀ ਮਹਾਨਤਾ ਸੁਣ ਲਓ। ਮੇਰੇ ਕੋਲੇ ਮੁੱਕਰ ਗਿਆ, ਕਿਸੇ ਹੋਰ ਬੰਦੇ ਕੋਲੇ ਮੰਨ ਗਿਆ ਕਿ ਹਾਂ ਮੇਰੇ ਘਰੇ ਮੀਟਿੰਗ ਹੋਈ ਆ। ਇਸ ਵੇਲੇ ਕੈਨੇਡਾ ਬੈਠੇ ਆ। ਸੋ ਭਰੋਸੇ 'ਚ ਲਿਆ ਹੋਇਆ ਸੀ ਸੰਧੂ ਸਾਹਿਬ ਨੂੰ ਇਹਨਾਂ ਨੇ ਕਿ ਤੁਸੀਂ ਗੱਲ ਬਾਤ ਕਰੋ, ਤੁਸੀਂ ਸਿਆਸੀ ਫਰੰਟ ਸੰਭਾਲੋ, ਅਸੀਂ ਇੱਧਰੋਂ ਦੂਸਰਾ ਫਰੰਟ ਸੰਭਾਲਾਂਗੇ ਖੜਕੂ ਲਹਿਰ ਵਾਲਾ, ਤੇ ਤਾਲਮੇਲ ਨਾਲ ਤੇ ਸਿਆਣਪ ਨਾਲ ਕੋਈ ਅੱਗੋਂ ਚਲਾ ਲਈਏ ਤੇ ਇਹ ਠੀਕ ਗੱਲ ਆ ਤੁਹਾਡੀ। ਔਰ ਬਾਹਰੋਂ ਜਿੱਦਣ ਸੰਧੂ ਸਾਹਿਬ ਰਿਹਾ ਹੋ ਕੇ ਆਏ ਆ, ਇੱਕ ਨਹੀਂ ਇਹਨਾਂ ਦੇ ਬੰਦਿਆਂ ਦੇ ਸੈਂਕੜਿਆਂ ਦੇ ਫੋਨ, ਅਣਗਿਣਤ ਬੰਦਿਆਂ ਦੇ ਫੋਨ ਆਏ ਉਹਨਾਂ ਨੂੰ ਕਿ ਸੰਧੂ ਸਾਹਿਬ ਹੁਣ ਤੁਸੀਂ ਆ ਗਏ ਹੋ, ਅਸੀਂ ਤੁਹਾਡੀ ਉਡੀਕ ਕਰ ਰਹੇ ਸਾਂ, ਤੁਹਾਡੀ ਅਗਵਾਈ ਦੇ ਵਿੱਚ ਇਹ ਲੜਾਈ ਸੁਚੱਜੇ ਢੰਗ ਨਾਲ ਲੜੀ ਜਾ ਸਕਦੀ ਆ, ਨਹੀਂ ਤਾਂ ਨੁਕਸਾਨ ਬਹੁਤ ਹੋ ਗਿਆ, ਤੁਸੀਂ ਗੱਲਬਾਤ ਕਰੋ, ਸਾਰੇ ਇਕੱਠੇ ਹੋਈਏ, ਗੱਲਬਾਤ ਕਰੋ, ਅਸੀਂ ਕਰਾਉਂਦੇ ਆ। ਉਹ ਲੋਕੀ ਸਾਜ਼ਿਸ਼ ਦੀ ਕੜੀ ਬਣੇ ਇਸ ਦੀ, ਜਿਨ੍ਹਾਂ ਨੇ ਸੰਧੂ ਸਾਹਿਬ ਨੂੰ ਭਰੋਸੇ 'ਚ ਲਿਆ। ਭਰੋਸੇ 'ਚ ਲੈ ਕੇ ਵਿਚਾਰ ਚਰਚਾ ਕਰਕੇ ਸਲਾਹ ਮਸ਼ਵਰਾ ਕਰਨ ਦੇ ਬਹਾਨੇ ਨਾਲ ਅਖੀਰ ਨੂੰ ਉਹ ਬੰਦੇ ਆਏ। ਉਸੇ ਟਾਈਮ ਤੇ ਬਾਹਰੋਂ ਫੋਨ ਕਰਵਾਇਆ ਗਿਆ ਔਰ ਫੋਨ ਦਾ ਰਿਸੀਵਰ ਚੁੱਕਦਿਆਂ ਸਾਰ ਜਦੋਂ ਸੰਧੂ ਸਾਹਿਬ ਦਾ ਧਿਆਨ ਫੋਨ ਵੱਲ ਹੋ ਗਿਆ ਤਾਂ ਜਿਹੜਾ ਉਹਨਾਂ ਦੇ ਸੱਜੇ ਪਾਸੇ ਬੰਦਾ ਬੈਠਾ ਸੀਗਾ ਉਹਨੇ ਉੱਠ ਕੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ। ਅਜਮੇਰ ਸਿੰਘ ਹੋਰਾਂ ਨੇ ਇਹਦੇ ਉੱਤੇ ਵੀ ਜਿਹੜੀ ਟਿੱਪਣੀ ਕੀਤੀ ਹੈ ਉਹਦੇ 'ਚ ਵੀ ਉਹਨਾਂ ਨੇ ਭਗਵਾਨ ਸਿੰਘ ਦੀ ਇੰਟਰਵਿਊ ਨੂੰ ਡਿਸਟੋਰਟ ਕੀਤਾ ਕਿ ਵੀਪੀ ਸਿੰਘ ਨੇ ਸੰਧੂ ਤਾਈਂ ਇਹ ਸੁਨੇਹਾ ਭੇਜਿਆ ਵੀ ਜੇ ਤੂੰ ਖਾਲਸਾ ਪੰਚਾਇਤਾਂ ਦਾ ਐਲਾਨ ਕੀਤਾ ਤਾਂ ਖਾੜਕੂਆਂ ਨੇ ਤੈਨੂੰ ਮਾਰ ਦੇਣਾ। ਤੁਸੀਂ ਭਗਵਾਨ ਸਿੰਘ ਦੀ ਵੀਡੀਓ ਦੁਬਾਰਾ ਕਿਤੇ YouTube ਤੋਂ ਸੁਣੋ, ਇਹ ਗੱਲ ਬਿਲਕੁਲ ਨਹੀਂ ਕਹੀ ਉਹਨੇ। ਹੁਣ ਅਜਮੇਰ ਸਿੰਘ ਵਰਗਾ ਮਨੁੱਖ ਜੇ ਇੰਨੀ ਬੇਈਮਾਨੀ ਕਰ ਰਿਹਾ ਤਾਂ ਇਹ ਤਾਂ ਹੁਣ ਬੇਈਮਾਨੀ ਦੀ ਇੰਤਹਾ ਆ, ਇਹ ਸੁਦਾ ਬੇਈਮਾਨੀ ਆ ਕਿ ਇੱਕ ਗੱਲ ਜਿਹੜੀ ਸਪਸ਼ਟ ਰੂਪ 'ਚ ਦੱਸੀ ਗਈ ਆ ਉਸ ਨੂੰ ਡਿਸਟੋਰਟ ਕਰਕੇ, ਉਸ ਨੂੰ ਤਰੋੜ ਮਰੋੜ ਕੇ ਤੁਸੀਂ ਕੁਝ ਹੋਰ ਦਾ ਹੋਰ ਹੀ ਬਣਾ ਦਿਓ। ਇਸੇ ਤਰ੍ਹਾਂ ਹੀ ਸੰਧੂ ਸਾਹਿਬ ਦਾ ਕਤਲ ਕਰਾਇਆ ਇਹਨਾਂ ਨੇ, ਇਸੇ ਤਰ੍ਹਾਂ ਹੀ ਕਰਾਇਆ, ਤਰੋੜ ਮਰੋੜ ਕੇ ਗੱਲਾਂ ਕਰਕੇ, ਉਹਨਾਂ ਨੂੰ ਉਭਾਰ ਕੇ ਹਵਾ ਦੇ ਕੇ, ਖੰਭਾਂ ਦੀਆਂ ਡਾਰਾਂ ਬਣਾ ਕੇ। ਔਰ ਖਾਲਸਾ ਪੰਚਾਇਤਾਂ ਕੀ ਸਨ? ਖਾਲਸਾ ਪੰਚਾਇਤਾਂ ਸਨ ਕਿ ਬਿਨਾਂ ਇਹ ਗੱਲ ਕੀਤਿਆਂ ਕਿ ਅਸੀਂ ਤਾਂ ਜੀ ਵੱਖਰੀ ਸਟੇਟ ਕਾਰਵ ਆਊਟ ਕਰਨੀ ਆ, ਅਸੀਂ ਇੱਕ ਬਰਾਬਰ ਦਾ ਬੁਨਿਆਦੀ ਢਾਂਚਾ ਸਿਰਜ ਰਹੇ ਸਾਂ, ਕੋਈ ਰੋਕ ਨਹੀਂ ਸਕਦਾ ਜਿਹਨੂੰ। ਉਹ ਠੀਕ ਆ, ਸਰਕਾਰ ਨੇ ਰੋਕਣਾ ਸੀ, ਸਰਕਾਰ ਨੇ ਦਖਲ ਦੇਣਾ ਸੀ, ਸਰਕਾਰ ਨੂੰ ਲੱਗਣਾ ਸੀਗਾ ਵੀ ਇਹ ਤੇ ਪੈਰਲਲ ਐਡਮਿਨਿਸਟ੍ਰੇਸ਼ਨ ਚੱਲ ਪਈ, ਪਰ ਉਹ ਇੱਕ ਸੌਫਟ ਰਸਤਾ ਸੀ ਜਿਹਨੂੰ ਕਾਨੂੰਨੀ ਤੌਰ ਦੇ ਉੱਤੇ ਕੋਈ ਬਹੁਤ ਵੱਡਾ ਉਹ ਖਤਰਾ ਨਹੀਂ ਸੀਗਾ। ਉਹ ਰਾਹ ਸੰਧੂ ਸਾਹਿਬ ਨੇ ਚੁਣਿਆ। ਇੱਕ ਪਾਸੇ ਅਜਮੇਰ ਸਿੰਘ ਕਹਿ ਰਹੇ ਆ ਕਿ ਰਾਜਸੀ ਫਰੰਟ ਵੀ ਹੋਣਾ ਜੇ, ਇੱਕ ਇਹ ਮੀਸਣੀਆਂ ਜੀਆਂ ਗੱਲਾਂ ਦੋਨੋਂ ਪਾਸੇ ਜਿਸ ਢੰਗ ਦੀਆਂ ਕਰਦੇ। ਮੈਂ ਤਾਂ ਮਤਲਬ ਕੱਲ੍ਹ ਦਾ ਮੈਨੂੰ ਮਤਲਬ ਮੈਂ ਇਹਨਾਂ ਵਿਚਲਿਤ ਆ ਉਹਨਾਂ ਦੀ ਇੰਟਰਵਿਊ ਸੁਣ ਕੇ ਕਿ ਪਤਾ ਹੀ ਨਹੀਂ ਲੱਗ ਰਿਹਾ, ਮੇਰਾ ਤਾਂ ਦਿਲ ਕੱਚਾ ਹੋ ਰਿਹਾ ਉਹ ਗੱਲਾਂ ਸੁਣ ਕੇ। ਬਾਰ-ਬਾਰ ਮੈਂ 2 ਵਾਰ ਸੁਣ ਲਈ ਉਹ ਇੰਟਰਵਿਊ। ਇਹ ਮਨੁੱਖ ਕਰ ਕੀ ਰਿਹਾ, ਕੀ ਗੱਲਾਂ ਕਰ ਰਿਹਾ, ਕੋਈ ਗੱਲ ਸਮਝ ਨਹੀਂ ਆਉਂਦੀ। ਲਹਿਰ ਨੂੰ ਸਮਝੇ ਬਗੈਰ ਭਾਈ ਫਾਰਮੂਲਾ ਦੱਸ ਦੇਣਾ ਸਾਰੀ ਲੋਕਾਂ ਨੂੰ, ਕਿਵੇਂ ਲਹਿਰ ਨੂੰ ਸਮਝਣਾ, ਕਿਹੜਾ ਫਾਰਮੂਲਾ ਯਾਦ ਕੀਤਾ ਆ ਤੁਸੀਂ, ਕਿਸ ਤਰ੍ਹਾਂ ਸਮਝਣਾ ਹੁੰਦਾ ਲਹਿਰ ਨੂੰ। ਤੁਸੀਂ ਕਤਲ ਕਰ ਰਹੇ ਹੋ ਤੇ ਕਤਲ ਨੂੰ ਕਤਲ ਨਾ ਕਿਹਾ ਜਾਵੇ, ਕਿਸ ਤਰ੍ਹਾਂ ਸਮਝੀਏ ਹੋਰ ਲਹਿਰ ਨੂੰ? ਕਿਹੜਾ ਫਾਰਮੂਲਾ ਦੱਸਿਆ ਹੈ ਲਹਿਰ ਨੂੰ ਸਮਝਣ ਦਾ? ਤੇ ਅਜਮੇਰ ਸਿੰਘ ਹੋਈ ਇਹ ਦੱਸਣ ਵੀ ਖਾਲਸਾ ਪੰਚਾਇਤਾਂ ਵਾਲਾ ਕੰਸੈਪਟ ਤਾਂ ਜਿਹੜਾ ਉਹ ਠੀਕ ਨਹੀਂ। ਇਹਨਾਂ ਨੇ ਅੱਜ ਤੱਕ ਕਿਹੜਾ ਕੰਸੈਪਟ ਦਿੱਤਾ ਆ ਜਿਹਦੇ ਤੇ ਗੱਲ ਕੋਈ ਅੱਗੇ ਤੁਰ ਸਕੇ ਸਿੱਖਾਂ ਦੀ? ਕੋਈ ਧਾਰਨਾ, ਕੋਈ ਫਾਰਮੂਲਾ, ਕੋਈ ਫਾਰਮੂਲੇਸ਼ਨ ਲੈ ਕੇ ਆਂਦੀ ਅੱਜ ਤੱਕ? ਉਹ ਕਿੱਥੇ ਹੈ? 30-35 ਸਾਲਾਂ ਤੋਂ ਖਾੜਕੂ ਸਮਾਂ ਦੇ ਵਿੱਚ ਘੁਸਪੈਠ ਕੀਤੀ ਹੋਈ ਹੈ ਇਹਨਾਂ ਨੇ। ਕੀ ਦਿੱਤਾ ਇਹਨਾਂ ਨੂੰ ਆਈਡੀਆ? ਕੀ ਆਈਡੀਆ ਦਿੱਤਾ ਜਿਹਦੇ ਨਾਲ ਕੋਈ ਗੱਲ ਅੱਗੇ ਤੁਰ ਸਕੇ? ਇਹਨਾਂ ਲੋਕਾਂ ਨੇ ਨਹੀਂ ਕੋਈ ਵਿਚਾਰਿਆ ਦੁਬਾਰਾ ਵੀ ਹੁਣ ਸਾਨੂੰ ਅੱਗੋਂ ਕਿਵੇਂ ਚੱਲਣਾ ਚਾਹੀਦਾ, ਕਿਹੜਾ ਰਾਹ ਬਿਹਤਰ ਰਹੂਗਾ, ਕੋਈ ਸਲਾਹ ਮਸ਼ਵਰਾ ਕਰ ਲਈਏ ਕਿਸੇ ਨਾਲ। ਇਹ ਕਹਿੰਦੇ ਸੰਧੂ ਨੇ ਸਲਾਹ ਮਸ਼ਵਰਾ ਨਹੀਂ ਕੀਤਾ। ਇਹਨਾਂ ਨੂੰ ਪੁੱਛੋ ਤੁਸੀਂ ਸਲਾਹ ਮਸ਼ਵਰਾ ਕੀਤਾ ਕਿਸੇ ਨਾਲ? ਸੰਤ ਜਰਨੈਲ ਸਿੰਘ ਦੇ ਨਾਲ ਦੀ ਸਾਰੀ ਸੈਕੰਡ ਲਾਈਨ ਦੀ ਲੀਡਰਸ਼ਿਪ ਔਰ ਸਾਰੀ ਮੋਰਲੀ ਕਤਾਰ ਦੀ ਲੀਡਰਸ਼ਿਪ ਉਹ ਅੰਦਰ ਪਹੁੰਚ ਗਈ। ਤੁਸੀਂ ਕਦੇ ਪੁੱਛਿਆ ਉਹਨਾਂ ਨੂੰ? ਕਦੇ ਕੋਈ ਸਲਾਹ ਮਸ਼ਵਰਾ ਕੀਤਾ? ਕਦੇ ਉਹਨਾਂ ਦੀ ਬਾਤ ਵੀ ਪੁੱਛੀ?
ਕਿਹੜੇ ਫੋਕੇ ਤੇ ਝੂਠੇ ਦਾਅਵੇ ਕਰਦੇ ਫਿਰਦੇ ਹੋ ਤੁਸੀਂ ਤੇ ਦੂਸਰਿਆਂ ਨੂੰ ਮੱਤਾਂ ਦੇ ਰਹੇ ਹੋ। ਤੁਸੀਂ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਗਦਾਰੀ ਦੇ ਫਤਵੇ ਦਿੱਤੇ, ਜਿਨ੍ਹਾਂ ਦਾ ਹੁਣ ਤੁਹਾਨੂੰ ਜਵਾਬ ਦੇਣ ਲੱਗਿਆ ਜਿਹੜਾ ਉਹ ਅੱਗ ਲੱਗੀ ਹੋਈ ਆ। ਮੱਚੇ ਹੋਏ ਹੋ ਤੁਸੀਂ ਹੁਣ ਵੀ ਇਹ ਦੁਬਾਰਾ ਕਿਵੇਂ ਸਾਨੂੰ ਕੋਈ ਪੁੱਛ ਰਿਹਾ। ਇਹ ਪੁੱਛੇ ਜਾਣੇ ਆ, ਜਵਾਬ ਦੇਣੇ ਪੈਣੇ, ਨਹੀਂ ਦੇਣਗੇ ਤਾਂ ਇਹੋ ਕੁਛ ਚੱਲਦਾ ਰਹਿਣਾ। ਤੋ ਇਹ ਖਾਲਸਾ ਪੰਚਾਇਤਾਂ ਇੱਕ ਸਿਸਟਮ ਸੀ ਕਿ ਲੋਕ ਪਿੰਡਾਂ ਦੇ ਝਗੜੇ, ਥਾਣਿਆਂ ਦੇ ਵਿੱਚ ਖੱਜਲ ਖਰਾਬ, ਅਦਾਲਤਾਂ ਦੇ ਵਿੱਚ ਖੱਜਲ ਖਰਾਬ ਹੋਣ ਦੀ ਬਜਾਏ ਆਪਣੇ ਇਹੋ ਜਿਹਾ ਸਿਸਟਮ ਇੱਕ ਬਣਾ ਦਈਏ ਵੀ ਉਹ ਆਪਸੀ ਝਗੜੇ ਆਪੇ ਨਜਿੱਠੇ ਜਾਣ। ਉਹਨਾਂ ਨੂੰ ਸਿੱਖੀ ਦੇ ਨਾਂ ਤੇ ਵਾਸਤਾ ਪਾ ਕੇ ਜਿਹੜਾ ਉਹ ਇਸ ਲਾਈਨ ਤੇ ਲਿਆਂਦਾ ਜਾਵੇ ਵੀ ਆਪਸ 'ਚ ਨਾ ਲੜੋ, ਮਿਲ ਬੈਠ ਕੇ ਸਮਝੌਤਾ ਕਰ ਲਓ। ਥਾਣਿਆਂ 'ਚ ਕੀ ਹੁੰਦਾ ਆ, ਕਚਹਿਰੀਆਂ 'ਚ ਕੀ ਹੁੰਦਾ ਵਾ, ਕਿੰਨੀ ਉਹਨਾਂ ਦੀ ਜਿਹੜੀ ਉਹ ਆਰਥਿਕ ਸ਼ੋਸ਼ਣ ਹੁੰਦਾ ਹੈ ਇਹਨਾਂ ਮਸਲੇ। ਕਿੰਨੇ ਕੁ ਅਮੀਰ ਨੇ ਪਿੰਡਾਂ ਦੇ ਲੋਕ, ਉਦੋਂ ਕਿੰਨੇ ਕੁ ਅਮੀਰ ਸਨ। ਤੋ ਗਰੀਬ ਬੰਦਾ ਲੁੱਟਿਆ ਪੁੱਟਿਆ ਜਾਂਦਾ ਵਾ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਇੱਕ ਇਹ ਕਦਮ ਸੀ ਜਿਹਦੇ ਨਾਲ ਸਰਕਾਰ ਦੀ ਮਾਈਟ ਨੂੰ ਵੀ ਬੜਾ ਸਟਲ ਚੈਲੰਜ ਹੋਣਾ ਸੀ ਤੇ ਸਰਕਾਰ ਨੇ ਕੋਈ ਬਹੁਤਾ ਉਹਦੇ ਉੱਤੇ ਕਾਨੂੰਨੀ ਹਮਲਾ ਨਹੀਂ ਸੀ ਕਰ ਸਕਣਾ। ਕੀ ਕਰਨਾ ਚਾਹੀਦਾ, ਜਗਮੇਰ ਸਿੰਘ ਦੱਸੇ ਨਾ ਕੀ ਕਰਨਾ ਚਾਹੀਦਾ ਸੀ। ਸੰਧੂ ਨੂੰ ਘਰੇ ਆ ਕੇ ਬਹਿ ਜਾਂਦਾ, ਘੁੰਮਣ ਚਲੇ ਜਾਂਦਾ, ਗੋਆ ਦੇ ਟ੍ਰਿਪ ਲਾਉਂਦਾ, ਕੀ ਕਰਦਾ। ਉਹ ਰਾਜਸੀ ਲੀਡਰ ਸੀਗਾ, ਸੋਚਵਾਨ ਮਨੁੱਖ ਸੀਗਾ। ਇਹਨਾਂ ਵਾਂਗੂ ਅੰਦਰ ਕਮਰਿਆਂ 'ਚ ਵੜ ਕੇ ਸਲਾਹਾਂ ਦੇਣ ਵਾਲਾ ਥੋੜੀ ਸੀ ਪੁੱਠੀਆਂ। ਕੀ ਕਰਨਾ ਚਾਹੀਦਾ ਸੀ ਉਸ ਨੂੰ। ਅਜਮੇਰ ਸਿੰਘ ਇਹ ਕਿਉਂ ਨਹੀਂ ਦੱਸਦਾ। ਮੈਂ ਤੁਹਾਨੂੰ ਦੱਸਦਾ, ਮੈਂ ਜਾਤੀ ਤੌਰ ਤੇ ਕੋਈ ਕਿਸੇ ਸਿਲਸਿਲੇ 'ਚ ਕੋਈ ਹੋਰ ਪ੍ਰੋਫੈਸਰਾਂ ਦੇ ਨਾਲ ਮੈਂ ਅਜਮੇਰ ਸਿੰਘ ਉਹਨਾਂ ਨੂੰ ਮਿਲਿਆ, ਮੈਂ ਕਦੀ ਉਹਨਾਂ ਨਾਲ ਬਹਿਸ ਨਹੀਂ ਕੀਤੀ। ਮੈਨੂੰ ਕਿਸੇ ਨੇ ਦੱਸਿਆ ਵੀ ਐਂ ਕਰਕੇ ਕਿਸੇ ਕਿਤਾਬ ਸੰਧੂ ਦੇ ਵੀ ਉਲਟ ਕਮੈਂਟ ਆ। ਅਸੀਂ ਇਕੱਠੇ ਵੀ ਗਏ ਇੱਕ ਦੋ ਥਾਵਾਂ ਤੇ ਕਈ ਵਾਰ ਸਰਦਾਰ ਗੁਰਤੇਜ ਸਿੰਘ ਹੋਰਾਂ ਦੇ ਨਾਲ। ਮੈਂ ਗੱਲ ਨਹੀਂ ਛੇੜੀ ਕਿਉਂਕਿ ਮੈਨੂੰ ਸੀ ਕਿ ਮੇਰੇ ਤੋਂ ਵੱਡੀ ਉਮਰ ਦਾ ਵੱਧ ਤਜਰਬੇਕਾਰ ਮਨੁੱਖ ਹੈ, ਐਵੇਂ ਕਾਹਨੂੰ ਕਿਸੇ ਤਕਰਾਰ 'ਚ ਪਾਵਾਂਗੇ। ਤੋ ਅਸੀਂ ਉੱਥੇ ਇਹਨਾਂ ਨੂੰ ਮਿਲਣ ਗਏ, ਦੂਸਰੇ ਮੇਰੇ ਸਾਥੀਆਂ ਨੂੰ ਕੋਈ ਕੰਮ ਸੀ, ਉੱਥੇ ਬੈਠੇ ਬੈਠੇ ਗੱਲਾਂ ਕਰ ਰਹੇ ਸਾਂ। ਮੈਂ ਇਹਨਾਂ ਨੂੰ ਕਿਹਾ ਜੀ ਕਿ ਹੁਣ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ, ਅਗਾਂਹ ਕੀ ਹੋਣਾ ਚਾਹੀਦਾ। ਕੀ ਕਹਿੰਦਾ ਭਵਿੱਖ ਬਾਰੇ ਕੀ ਸੋਚਣਾ, ਇਹ ਤਾਂ ਪਹਿਲੇ ਦੀ ਵਿਆਖਿਆ ਹੀ ਕਰ ਲਈਏ ਨਹੀਂ ਬਹੁਤ ਹੈ। ਜਿਹੜੇ ਬੰਦੇ ਦਾ ਦਿਮਾਗੀ ਸਤਰ, ਦਿਮਾਗੀ ਪੱਧਰ, ਦਿਮਾਗੀ ਮਿਆਰ ਇੱਥੇ ਖੜਾ, ਉਹ ਕਿਹੜੀ ਕੌਮ ਦੀਆਂ ਗੱਲਾਂ ਕਰ ਰਿਹਾ, ਕਿਹੜੀ ਕੌਮ ਦੀ ਅਗਵਾਈ ਦੇਣੀ ਸੀ ਉਹਨੇ, ਕਿਹੜੀ ਲਹਿਰ ਨੂੰ ਅਗਵਾਈ ਦੇਣੀ ਸੀ ਉਹਨੇ, ਕੀ ਅਗਵਾਈ ਦਿੱਤੀ ਹੋਊਗੀ ਉਹਨੇ ਲਹਿਰ ਨੂੰ, ਜਿਹੜਾ ਸਿਰਫ ਵਿਆਖਿਆ ਹੀ ਕਰ ਰਿਹਾ। ਤੇ ਵਿਆਖਿਆ ਕਰ ਰਿਹਾ ਤੱਤ ਵੀ ਨਹੀਂ, ਜਿਹਨੂੰ ਇਹ ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਸੰਧੂ ਦੇ ਵਿਆਹ 'ਚ ਸ਼ਾਮਲ ਹੋਏ। ਬੜਾ ਹੈਰਾਨ ਹੋ ਕੇ ਪੁੱਛਿਆ ਉਹਨੇ ਭਗਵਾਨ ਸਿੰਘ ਨੂੰ, ਮੈਨੂੰ ਦੱਸਿਆ ਭਗਵਾਨ ਸਿੰਘ ਨੇ ਫੋਨ ਤੇ। ਫਿਰ ਪੁੱਛਿਆ, ਫਿਰ ਉਹਨੇ ਕੋਈ ਕਤਲਾਂ ਦੀ ਗੱਲ ਕੀਤੀ ਤੇ ਫਿਰ ਪੁੱਛਿਆ ਅੱਕਾਂ ਵਾਲੀ ਪਹਿਲਾਂ ਮਾਰਿਆ ਗਿਆ ਸੀ ਸੰਧੂ ਤੋਂ। ਆਹ ਇਤਿਹਾਸਕਾਰ ਨੇ, ਇਹਨਾਂ ਨੇ ਇਤਿਹਾਸ ਰਚਿਆ ਤੇ ਬੇੜਾ ਗਰਕ ਕਰਕੇ ਰੱਖਤਾ ਸਾਰੇ ਕਾਸੇ ਦਾ।